ਮੈਂ ਕਹਿੰਦੀ ਜੇ ਤੁਹਾਨੂੰ ਲੱਗਦਾ ਨਾ ਵੀ ਤੁਸੀਂ ਸੰਤੁਸ਼ਟ ਨਹੀਂ ਤਾਂ ਤੁਸੀਂ ਆਪਦੇ ਰਾਹ ਵੱਖਰੇ ਕਰ ਲਓ। ਕਹਿੰਦੇ ਨਾ ਵੀ ਜਿਹੜੇ ਰਿਸ਼ਤਿਆਂ ਦੇ ਵਿੱਚ ਇਸ ਤਰ੍ਹਾਂ ਦੇ ਮਨਮੁਟਾਵ ਜਾਂ ਸ਼ੰਕਾ ਰਹਿੰਦੀ ਆ ਜਾਂ ਸੰਤੁਸ਼ਟ ਨਹੀਂ ਹੁੰਦੇਗੇ, ਉਹਨਾਂ ਤੋਂ ਜਿਹੜੇ ਬੱਚੇ ਜੰਮਦੇ ਆ ਨਾ, ਉਹ ਵੀ ਸਾਡੇ ਸਮਾਜ ਲਈ ਫਿਰ ਉਹ ਖਤਰਨਾਕ ਹੀ ਬਣਦੇ ਆ। ਕੁੜੀ ਕਿਤੇ ਹੋਰ ਤੁਰੀ ਫਿਰਦੀ ਹੈ ਕਿਸੇ ਨਾਲ, ਹੈ ਨਾ, ਮੁੰਡਾ ਕਿਸੇ ਹੋਰ ਨਾਲ ਤੁਰਿਆ ਫਿਰਦਾ। ਅੱਜ ਕੱਲ੍ਹ ਤਾਂ ਵਿਆਹ ਤੋਂ ਬਾਅਦ ਵੀ ਇਸ ਤਰ੍ਹਾਂ ਦੇ ਐਕਸਟਰਾ ਮੈਰਿਟਲ ਅਫੇਅਰ ਦੇ ਕੇਸ ਕਿੰਨੇ ਵਾਪਰਦੇ ਆ, ਹੈ ਨਾ। ਤਾਂ ਫਿਰ ਉੱਥੇ ਤੁਹਾਡੀ ਇੱਜ਼ਤ ਤਾਂ ਸਗੋਂ ਜ਼ਿਆਦਾ ਖਰਾਬ ਹੋਊਗੀ। ਤੇ ਮੈਂ ਇਹਨਾਂ ਨਾਲ ਵਾਅਦਾ ਕੀਤਾ ਸੀਗਾ ਵੀ ਨਹੀਂ ਕੋਈ ਗੱਲ ਨਹੀਂ, ਮੈਂ ਦੱਸੀ ਚੱਲੂਗੀ ਵੀ ਨਹੀਂ ਬਸ ਉਹ ਜਿਵੇਂ ਕਹਿੰਦੇ ਨਾ ਪਰ ਆਮ ਤੂੰ ਬੋਲੀ ਪਾਉਣੀ ਹੈ ਚੁੱਕ ਮੈਂ ਹੁਣ ਮੇਰੀ ਪਸੰਦ ਦਾ ਮੁੱਦਾ ਛੇੜਿਆ ਤੁਸੀਂ ਵੀ ਜਿਹੜੇ ਮਤਲਬ ਨਾ ਬਹੁਤ ਸੱਚੀ ਕੁੜੀਆਂ ਨੂੰ ਇਹ ਕੰਪਲੇਨ ਹੁੰਦੀ ਹੈ ਵੀ ਮੈਂ ਨਾ ਪੀਣ ਵਾਲਾ ਘਰ ਵਾਲਾ ਨਹੀਂ ਸੀ ਚਾਹੁੰਦੀ, ਪਰ ਵਿਆਹ ਤੋਂ ਬਾਅਦ ਮਤਲਬ ਕਹਿੰਦੇ ਵੀ ਜਿਹੜੀ ਚੀਜ਼ ਨੂੰ ਨਫ਼ਰਤ ਕਰੋ ਉਹੀ ਮਿਲਦਾ ਨਾ। ਕੁੜੀਆਂ ਇਹ ਗੱਲ ਕਹਿੰਦੀਆਂ ਹੁੰਦੀਆਂ ਨੇ। ਨਾ ਤਾਂ ਅਸੀਂ ਔਰਤਾਂ ਨੂੰ ਦੋਸ਼ੀ ਠਹਿਰਾ ਸਕਦੇ ਹਾਂ, ਨਾ ਹੀ ਅਸੀਂ ਕਿਸੇ ਮਰਦ ਨੂੰ ਠਹਿਰਾ ਸਕਦੇ ਹਾਂ। ਸਾਡੀ ਜਿਹੜੀ ਇੱਕ ਸਾਡਾ ਸਿਸਟਮ ਬਣ ਗਿਆ ਨਾ, ਸਾਡੀ ਇੱਕ ਸੋਚ ਬਣ ਗਈ, ਮੈਂ ਵੀ ਮਰਦ ਵੀ ਉਹ ਸਿਸਟਮ ਦਾ ਗੁਲਾਮ ਹੈ। ਮੈਂ ਸਾਰਾ ਕੁਝ ਕਰਤਾ, ਮੇਰੇ ਬੈਠੇ ਸੀ ਇਕੱਠੇ ਸੀਗੇ, ਵੀ ਪਰਿਵਾਰ ਇਕੱਠਾ ਸੀਗਾ, ਵੀ ਇਕੱਠਾ ਵੀ ਤੁਸੀਂ ਬੱਚਾ ਬਾਹਰ ਸੈਟਲ ਕਰ ਲਿਆ ਆਪਦਾ, ਵੀ ਮੇਰੇ ਬੱਚੇ ਇੱਥੇ ਹੈਗੇ ਆ। ਪਰ ਨਹੀਂ, ਹੁਣ ਮਾਈਂਡ ਵਿੱਚ ਇਹੀ ਹੈਗਾ ਵੀ ਇਹਦੇ ਬੱਚੇ ਸੈੱਟ ਹੋ ਜਾਣ, ਫਿਰ ਸੰਤੁਸ਼ਟੀ ਆਵੇ। ਮੇਰੇ ਜਿੰਨੇ ਵੀ ਰਿਸ਼ਤੇਦਾਰ ਆ, ਮੇਰਾ ਨਾਨਕਾ ਪਰਿਵਾਰ, ਮੈਂ ਸਾਰੇ ਇਹਨਾਂ ਦੀ ਬਹੁਤ ਰਿਸਪੈਕਟ ਕਰਦੇ ਆ ਇਸ ਗੱਲ ਦਾ ਵੀ ਮਤਲਬ ਹਰੇਕ ਨੂੰ ਇਹਨਾਂ ਨੇ ਬਹੁਤ ਵਧੀਆ ਢੰਗ ਨਾਲ ਟਰੀਟ ਕਰਨਾ। ਸਭ ਕੁਛ ਆ ਤੁਹਾਡੇ ਕੋਲ, ਜਿਵੇਂ ਉਹਨਾਂ ਨੇ ਕਿਹਾ ਵੀ ਹੁਣ ਤਾਂ ਮਤਲਬ ਕੋਈ ਚੀਜ਼ ਹੈ ਨਹੀਂ ਜਿਹਨੂੰ ਲੱਗਦਾ ਵੀ ਨਹੀਂ ਖਰੀਦ ਸਕਦੇ, ਹੈ ਨਾ। ਤਾਂ ਉਹਨੂੰ ਤੁਸੀਂ ਕਿਵੇਂ ਚੁਣਿਆ ਕਿ ਮੁੰਡੇ ਲਈ ਸਾਨੂੰ ਹੁਣ ਇੱਦਾਂ ਦੀ ਕੁੜੀ ਚਾਹੀਦੀ ਆ? ਆਪਣੀ ਆਡੀਅנס ਦੇਖਦੀ ਆ, ਹੈ ਨਾ, ਉਹ ਕਹਿ ਦਿੰਦੇ ਕਿ ਨਹੀਂ ਸਕਰੀਨ ਤੇ ਤਾਂ ਪਤੀ ਪਤਨੀ ਇੱਕ ਦੂਜੇ ਦੀ ਤਾਰੀਫ ਕਰਦੇ ਹੀ ਹੁੰਦੇ ਆ, ਤੇ ਪਰ ਉਹਨਾਂ ਨੂੰ ਲੱਗਦਾ ਹੁੰਦਾ ਵੀ ਜੇ ਸਾਡੇ ਘਰ 'ਚ ਮਸਲੇ ਨੇ ਤਾਂ ਇਹ ਕਿਵੇਂ ਹੋ ਸਕਦਾ ਵੀ ਜਿਹੜਾ ਬੰਦਾ ਸਕਰੀਨ ਤੇ ਬੈਠ ਕੇ ਆਪਣੀ ਕਹਾਣੀ ਸੁਣਾ ਰਿਹਾ ਉਹਦੇ ਘਰ 'ਚ ਮਸਲੇ ਨਹੀਂ ਹੋਣਗੇ। ਤਾਂ ਤੁਹਾਡੇ ਭਰਾ ਲਈ, ਤੁਹਾਡੀ ਭਰਜਾਈ ਲਈ, ਉਹਨਾਂ ਦੇ ਬੱਚਿਆਂ ਲਈ ਇਹਨਾਂ ਦਾ ਸੁਭਾਅ ਕਿਵੇਂ ਦਾ? ਉਹਨਾਂ ਸੁਭਾਅ ਬਹੁਤ ਵਧੀਆ ਹੈਗਾ, ਭਰਜਾਈ ਦਾ ਬਹੁਤ ਵਧੀਆ ਹੈਗਾ ਜੀ। ਭੈਣ ਉਹਨਾਂ ਦਾ ਉਹਨਾਂ ਲਈ ਬਹੁਤ ਵਧੀਆ। ਹਾਂ ਨਹੀਂ, ਸਾਡੇ ਇਸ ਤਰ੍ਹਾਂ ਦੀ ਕੋਈ ਗੱਲ, ਤੁਸੀਂ ਦੇਖੋ ਅਸੀਂ ਘਰ 'ਚ ਕੋਈ ਚੀਜ਼ ਲਿਆਉਂਦੇ ਆ ਨਾ ਜੀ, ਤੇ ਅਸੀਂ ਕਦੇ ਨਹੀਂ ਕਿਹਾ ਗਾ ਵੀ ਉਹਨੇ ਮਹਿੰਗੀ ਚੀਜ਼ ਲਿਆਂਦੀ, ਉਹਨੇ ਸਸਤੀ ਲਿਆਂਦੀ ਆ, ਜੋ ਬਾਜ਼ਾਰ ਗਏ ਜੋ ਉੱਥੇ ਗਏ, ਮਤਲਬ ਅਸੀਂ ਕਦੇ ਕੋਈ ਹਿਸਾਬ ਕਿਤਾਬ ਕੀਤਾ ਹੀ ਨਹੀਂਗਾ। ਤੁਸੀਂ ਹੈਰਾਨ ਹੋਵੋਗੇ ਇਸ ਗੱਲ ਤੇ। ਕੋਈ 1000 ਦਾ ਖਰਚਾ ਕਰ ਰਿਹਾ, ਕੋਈ ਲੱਖ ਦਾ ਖਰਚਾ ਕਰ ਰਿਹਾ, ਅਸੀਂ ਨਹੀਂ ਇੱਕ ਦੂਜੇ ਨੂੰ ਕਹਿੰਦੇਗੇ, ਕਿਉਂਕਿ ਜਿਹਨੂੰ ਜਿੰਨੀ ਜ਼ਰੂਰਤ ਆ। ਹੁਣ ਮੇਰਾ ਬੇਟਾ ਬਾਹਰ ਗਿਆ ਸੀਗਾ ਤਾਂ ਮੇਰੇ ਦਿਓਰ ਦਰਾਣੀ ਨੂੰ ਇਹ ਬਿਲਕੁਲ ਨਹੀਂ ਸੀਗਾ ਵੀ ਇਹਦੇ ਤੇ ਇੰਨਾ ਪੈਸਾ ਲੱਗ ਗਿਆ ਵੀ ਸਾਨੂੰ ਵੀ ਬਰਾਬਰ ਚਾਹੀਦਾ। ਨਹੀਂ, ਸਾਨੂੰ ਭੈਣੇ ਬਿਲਕੁਲ ਕੋਈ ਪਤਾ ਨਹੀਂ ਲੱਗਿਆ ਹੈਗਾ ਵੀ ਕਿੰਨਾ ਪੈਸਾ ਲੱਗਿਆ, ਕਿੰਨਾ ਉਹਨੇ ਅੱਜ ਤੱਕ ਨਹੀਂ ਮੈਨੂੰ ਦੱਸਿਆ ਉਸ। ਹਾਂਜੀ, ਤੇ ਮੈਂ ਹੁਣ ਕਿਵੇਂ ਪਿੱਛੇ ਹਟ ਜਾਵਾਂ? ਦੇਖੋ ਮੈਨੂੰ ਹੁਣ ਇਹ ਹੈਗਾ ਵੀ ਇਹਦੇ ਬੱਚੇ ਵੀ ਮੈਂ ਸੈੱਟ ਕਰਾਂ, ਤੇ ਫਿਰ ਜਾ ਕੇ ਕਿਤੇ ਕੋਈ ਮਨ ਨੂੰ ਸ਼ਾਂਤੀ ਆਊਗੀ। ਵੀ ਇਹ ਨਾ ਕਿਤੇ ਕਹਿ ਦੇਵੇ ਮੈਨੂੰ ਵੀ ਮੈਂ ਸਾਰਾ ਕੁਝ ਕਰਤਾ, ਮੇਰੇ ਬੈਠੇ ਸੀ ਇਕੱਠੇ ਸੀਗੇ, ਵੀ ਪਰਿਵਾਰ ਇਕੱਠਾ ਸੀਗਾ, ਵੀ ਇਕੱਠਾ ਵੀ ਤੁਸੀਂ ਬੱਚਾ ਬਾਹਰ ਸੈਟਲ ਕਰ ਲਿਆ ਆਪਦਾ, ਵੀ ਮੇਰੇ ਬੱਚੇ ਇੱਥੇ ਹੈਗੇ ਆ। ਪਰ ਨਹੀਂ, ਹੁਣ ਮਾਈਂਡ ਵਿੱਚ ਇਹੀ ਹੈਗਾ ਵੀ ਇਹਦੇ ਬੱਚੇ ਸੈੱਟ ਹੋ ਜਾਣ, ਫਿਰ ਸੰਤੁਸ਼ਟੀ ਆਵੇ। ਭੈਣ ਜੀ ਬਾਕੀ ਨਾ ਘਰ ਦੇ ਮੁਖੀ ਤੇ ਬਹੁਤ ਨਿਰਭਰ ਕਰਦਾ। ਜੇ ਸਾਡੇ ਵਿੱਚ ਕੋਈ ਕਿਸੇ ਤਰ੍ਹਾਂ ਦੇ ਮਨਮੁਟਾਵ ਦੀ ਗੱਲ ਹੁੰਦੀ ਵੀ ਸੀ ਨਾ, ਤਾਂ ਸਾਡੇ ਡੈਡੀ ਜੀ ਨੇ ਇਹ ਸਾਰਿਆਂ ਦੇ ਵਿੱਚ ਨਹੀਂ ਕਦੇ ਇੱਕ ਦੂਜੇ ਨੂੰ ਕਿਹਾ ਸੀਗਾ। ਜੇ ਮੇਰੇ ਵਿੱਚ ਕੋਈ ਗੱਲ ਹੁੰਦੀ ਨਾ, ਡੈਡੀ ਜੀ ਨੇ ਮਤਲਬ ਸ਼ਾਮ ਨੂੰ ਆਉਣਾ, ਸਾਰਾ ਰੋਟੀ ਪਾਣੀ ਖਾ ਕੇ ਜਦੋਂ ਸ਼ਾਂਤ ਸਾਰੇ ਬੈਠੇ ਆ, ਉਦੋਂ ਆ ਕੇ ਬੇਟਾ ਅੱਜ ਕੀ ਗੱਲ ਹੋਈ ਸੀ ਬੇਟਾ, ਤੁਸੀਂ ਮੈਨੂੰ ਉਹਨਾਂ ਨੇ ਕਹਿਣਾ ਵੀ ਤੁਸੀਂ ਬੇਟਾ ਪੜ੍ਹੇ ਲਿਖੇ ਹੋ, ਤੁਸੀਂ ਚੁੱਪ ਹੋ ਜਾਇਆ ਕਰੋ। ਜੇ ਉਹਨਾਂ ਤੁਹਾਡੇ ਮੰਮੀ ਨੇ ਗੱਲ ਕਹਿਤੀ ਜਾਂ ਕਿਸੇ ਹੋਰ ਨੇ ਜਾਂ ਮੰਨ ਲਓ ਕਦੇ ਦਰਾਣੀ ਦੇ ਮਨ ਦੇ ਵਿੱਚ ਕੋਈ ਗੱਲ ਆਈ, ਬੇਟਾ ਅੱਜ ਤੁਹਾਡੀ ਆ ਫਲਾਨੀ ਗੱਲ ਨਾ ਅਮਨ ਨੂੰ ਚੰਗੀ ਨਹੀਂ ਲੱਗੇਗੀ, ਤੇ ਫਿਰ ਉਦੋਂ ਮਤਲਬ ਇਸ ਤਰ੍ਹਾਂ ਉਹਨਾਂ ਦਾ ਢੰਗ ਸੀਗਾ ਸਮਝਾਉਣ ਦਾ, ਪਰਿਵਾਰ ਨੂੰ ਇਕੱਠੇ ਕਰਨ ਦਾ ਢੰਗ ਸੀ। ਤੇ ਉਦੋਂ ਜੋ ਪਹਿਲਾ ਸਮਾਂ ਹੁੰਦਾ ਜਿਹੜਾ ਤੁਹਾਡਾ ਜੋਸ਼ ਦਾ ਹੁੰਦਾ ਹੈ ਨਾ, ਉਹ ਸਮਾਂ ਡੈਡੀ ਜੀ ਨੇ ਬੜੇ ਸੋਹਣੇ ਢੰਗ ਦੇ ਨਾਲ ਸਾਨੂੰ ਇਕੱਠੇ ਰੱਖਿਆ, ਉਹ ਸਮਾਂ ਲੰਘ ਗਿਆ। ਅੱਜ ਹੁਣ ਅਸੀਂ ਚਲੋ ਹੁਣ ਸਾਰੇ ਮੈਚਿਓਰ ਹੋ ਗਏ ਆ, ਸਮਝ ਆ ਗਈ ਹੈ, ਤਾਂ ਉਹਨਾਂ ਦੀ ਜਿਹੜੀ ਉਹ ਨੀਂਹ ਬਣਾਈ ਸੀਗੀ ਉਹ ਪੱਕੀ ਹੋ ਗਈ ਹੈ, ਤੇ ਹੁਣ ਉਹੋ ਜਿਹੀ ਕੋਈ ਗੱਲ ਹੀ ਨਹੀਂ, ਮਨ 'ਚ ਕੋਈ ਸ਼ੰਕਾ ਹੀ ਹੈ ਨਹੀਂ ਗੀ, ਸ਼ੰਕਾਵਾਂ ਸਾਰੀਆਂ ਖਤਮ ਹੋ ਗਈਆਂ।
ਇਹ ਸਾਰੀ ਸਾਡੇ ਡੈਡੀ ਜੀ ਦੀ ਦੇਣ ਹੀ ਹੈ ਜੀ, ਜਿਹੜਾ ਸਾਡੇ ਨਹੀਂ ਪਰਿਵਾਰ ਕਈ ਵਾਰੀ ਉਹਨਾਂ ਨੇ ਇਕੱਠਾ ਬਜ਼ੁਰਗ ਵੀ ਰੱਖਿਆ। ਤਲਖ ਹੋ ਜਾਂਦੇ ਨੇ ਉਹਨਾਂ ਤਲਖ ਹੋ ਮਸਲਿਆਂ ਨੂੰ ਲੈ ਜਾਂਦੇ ਕੇ ਆ। ਹਨਾ, ਹਾਂਜੀ ਤਾਂ ਆਪਾਂ ਵੀ ਫਿਰ ਇਹ ਸਮਝਣ ਲੱਗ ਜਾਂਦੇ ਕਿ ਨਹੀਂ ਤੁਸੀਂ ਦੂਜੇ ਬੰਦੇ ਦਾ ਪੱਖ ਲੈ ਰਹੇ ਹੋ ਹਨਾ। ਤੇ ਗਲਤੀ ਦੱਸਣ ਦਾ ਢੰਗ ਵੀ ਜੇ ਇੰਨਾ ਸੋਹਣਾ ਹੋਵੇ ਤਾਂ ਮੈਨੂੰ ਲੱਗਦਾ ਫਿਰ ਉਹ ਸਾਨੂੰ ਗਲਤੀ ਨਹੀਂ ਲੱਗਦੀ ਹੈ ਨਹੀਂ ਲੱਗਦੀ। ਤੇ ਅਸੀਂ ਮੇਰੀ ਦਰਾਣੀ ਨੇ ਜਾਂ ਮੈਂ ਅਸੀਂ ਸਾਡੇ ਡੈਡੀ ਜੀ ਲਈ ਜਾਂ ਮੰਮੀ ਲਈ ਕਦੇ ਬੁੜੀ ਸ਼ਬਦ ਜਿਵੇਂ ਕਹਿ ਦਿੰਦੇ ਸਾਡਾ ਬੁੜਾ ਹੈ ਨਾ, ਸਾਡੀ ਬੁੜੀ, ਇਹੋ ਜਿਹੇ ਸ਼ਬਦ ਅਸੀਂ ਕਦੇ ਨਹੀਂ ਵਰਤੇਗੇ। ਜਾਂ ਜੇ ਕੋਈ ਗੱਲ ਵੀ ਕਰਨੀ ਆ ਡੈਡੀ ਜੀ ਨੇ ਇੰਝ ਕਿਹਾ, ਡੈਡੀ ਜੀ ਨੇ ਇੰਝ ਕਿਹਾ ਤਾਂ ਡੈਡੀ ਜੀ ਨੇ ਕਿਹਾ ਸਾਨੂੰ ਨਹੀਂ ਚੰਗਾ ਲੱਗਿਆ ਜਾਂ ਚੰਗਾ ਲੱਗਿਆ, ਮਤਲਬ ਜੇ ਗੱਲ ਕਰਨੀ ਜੀ ਨਾਲ ਹੀ ਗੱਲ ਹੋਣੀ ਹੈ ਜੀ ਸਾਡੇ ਘਰ ਦੇ ਵਿੱਚ। ਤੇ ਇਹ ਵੀ ਦੋਵੇਂ ਭਰਾਵਾਂ ਦਾ ਇਵੇਂ ਸੀਗਾ ਵੀ ਜੋ ਡੈਡੀ ਦਾ ਫੈਸਲਾ ਉਹ ਸਾਰੇ ਮਨਜ਼ੂਰ ਕਰਦੇ ਸੀਗੇ, ਕੋਈ ਇੰਝ ਨਹੀਂ ਵੀ ਡੈਡੀ ਨੇ ਜੋ ਕਹਿਤਾ ਵੀ ਉਸ ਕਿਸੇ ਗੱਲ ਨੂੰ ਕੱਟਣਾ ਅਸੀਂ ਨਹੀਂ। ਕਈ ਲੋਕ ਨਾ ਜਦੋਂ ਡੈਡੀ ਦੀ ਡੈਥ ਹੋਈ ਆ ਤਾਂ ਸੋਚਦੇ ਸੀਗੇ ਵੀ ਜਦੋਂ ਹੁਣ ਇਹਨਾਂ ਦਾ ਪਰਿਵਾਰ ਵਿਖਰ ਜਾਊਗਾ, ਖਿੰਡ ਜਾਊਗਾ, ਪਰ ਨਹੀਂ, ਜੋ ਬਜ਼ੁਰਗਾਂ ਨੇ ਸਿੱਖਿਆ ਦਿੱਤੀ ਉਧਰੋਂ ਮੇਰੇ ਪੇਕਿਆਂ ਦੀ ਸਿੱਖਿਆ ਉੱਦਾਂ ਦੀ ਸੀਗੀ ਤੇ ਉਧਰ ਇਹ ਸੀਗਾ। ਤੇ ਇਹ ਗੱਲ ਕਾਰਨ ਆ ਜੀ ਸਾਡੀ ਜਿਹੜੀ ਗ੍ਰਹਿਸਥੀ ਉਹ ਕਾਮਯਾਬ ਹੈ। ਉਹੀ ਜੇ ਮੈਂ ਇਹਨਾਂ ਦੇ ਪੇਰੈਂਟਸ ਨੂੰ ਚੰਗਾ ਨਾ ਸਮਝਦੀ ਤਾਂ ਮੈਂ ਇਹਨਾਂ ਨੂੰ ਕਿਵੇਂ ਚੰਗੀ ਲੱਗਦੀ। ਬਿਲਕੁਲ ਬਿਲਕੁਲ। ਦੇਖੋ ਜਿਹੜਾ ਮਾਣ ਸਤਿਕਾਰ ਆ ਹਨਾ, ਜੇ ਤੁਸੀਂ ਚਾਹੁੰਦੇ ਹੋ ਵੀ ਮੁੰਡਾ ਮੇਰੇ ਮਾਪਿਓ ਨੂੰ ਦੇਵੇ ਤਾਂ ਪਹਿਲ ਕੁੜੀ ਨੂੰ ਕਰਨੀ ਪੈਂਦੀ ਹੈ ਨਾ, ਉਹਨੂੰ ਵੀ ਉਹਦੇ ਮਾਪਿਓ ਨੂੰ ਉਨਾ ਹੀ ਬਰਾਬਰ ਦਾ ਸਤਿਕਾਰ ਦੇਣਾ ਪੈਂਦਾ। ਮੈਂ ਰੋਟੀ ਪਾਣੀ ਨਾ ਦੇਵਾਂ, ਚੰਗਾ ਨਾ ਸਮਝਾਂ ਤੇ ਫਿਰ ਮੈਂ ਇਹਨਾਂ ਨੂੰ ਚੰਗੀ ਲੱਗੂੰਗੀ। ਬਿਲਕੁਲ। ਹਾਂਜੀ। ਤੇ ਕਿੰਨੇ ਸਾਲ ਬਾਅਦ ਭਾਜੀ ਇਹਨਾਂ ਨੂੰ ਵਿਆਹ ਤੋਂ ਬਾਅਦ ਜਿਹੜੀ ਗਵਰਨਮੈਂਟ ਜੌਬ ਉਹ ਮਿਲੀ? ਗਵਰਨਮੈਂਟ ਜੌਬ ਤਾਂ ਜੀ ਮੈਨੂੰ ਕਾਫੀ ਲੇਟ ਮਿਲੀ ਹੈ। ਜਦੋਂ ਟੀਚਿੰਗ ਫੈਲੋ ਭਰਤੀ ਕੀਤੀ ਹੈ ਜੀ 2008 ਦੇ ਵਿੱਚ, ਮੈਰਿਜ ਸਾਡੀ 1992 ਦੀ ਹੋਈ ਵੀ ਹੈ, 2008 ਚ ਜਾ ਕੇ ਨੌਕਰੀ ਮਿਲੀ ਹੈ ਜੀ। ਹਾਂਜੀ, ਉਸ ਤੋਂ ਪਹਿਲਾਂ ਮੈਂ ਪ੍ਰਾਈਵੇਟ ਨੌਕਰੀ ਕੀਤੀ ਹੈ। ਇੰਨਾ ਕੁ ਟਾਈਮ ਹੋਇਆ ਉਸ ਨੂੰ। ਹਾਂਜੀ, ਪ੍ਰਾਈਵੇਟ ਮੈਂ ਕਾਲਜ ਦੇ ਵਿੱਚ ਵੀ ਰਹੀ ਹਾਂ ਜੀ, ਇੱਥੇ ਗਾਂਧੀ ਕਾਲਜ ਹੈ, ਸੁਖਾਨੰਦ ਕਾਲਜ ਹੈ, ਇੱਥੇ ਲੈਕਚਰਰ ਦੇ ਤੌਰ ਤੇ ਕੰਮ ਕੀਤਾ। ਤੇ ਫਿਰ ਗਵਰਨਮੈਂਟ ਸਰਵਿਸ 'ਚ ਆਉਣ ਤੋਂ ਬਾਅਦ ਮੈਂ ਫਿਰ ਪ੍ਰਾਇਮਰੀ ਸਕੂਲ ਦੇ ਵਿੱਚ ਆ ਗਈ ਹਾਂ। ਪਰ ਹੁਣ ਮੇਰੀ ਪ੍ਰਮੋਸ਼ਨ ਐਜ਼ ਅ ਇੰਗਲਿਸ਼ ਟੀਚਰ ਨੰਬਰ ਆਇਆ ਹੋਇਆ ਮੇਰਾ, ਉਸ ਤੋਂ ਬਾਅਦ ਚੋਣ ਜਾਬਤਾ ਲੱਗ ਗਿਆ ਸੀ। ਅੱਗੇ ਦੇਖਦੇ ਹਾਂ ਕੀ ਹੁੰਦਾ ਜੀ। ਤੁਹਾਡੇ ਲਈ ਉਹ ਦਿਨ ਕਿਵੇਂ ਦਾ ਸੀ ਜਿਸ ਦਿਨ ਇਹਨਾਂ ਨੂੰ ਗਵਰਨਮੈਂਟ ਜੌਬ ਮਿਲੀ? ਬਹੁਤ ਵਧੀਆ ਖੁਸ਼ੀ ਦਾ ਸੀਗਾ ਜੀ। ਵਾਧੂ ਲੱਡੂ ਵੱਡੇ ਸੀ। ਤੁਹਾਨੂੰ ਲੱਗਿਆ ਨਹੀਂ ਵੀ ਟਰੋਫੀ ਅਸਲ 'ਚ ਮੈਨੂੰ ਜਾ ਰਹੀ ਹੈ? ਟਰੋਫੀ ਬਹੁਤ ਵੱਡੀ ਟਰੋਫੀ ਮਿਲ ਗਈ ਸਾਨੂੰ ਤਾਂ ਫਿਰ। ਹਾਂਜੀ, ਤੇ ਮਿਲੀ ਵੀ ਵੈਸੇ ਹੀ, ਬਸ ਕੋਈ ਪੈਸਾ ਨਹੀਂ ਭਰਿਆ ਕਿਤੇ। ਹਾਂਜੀ, ਮੈਰਿਟ ਦੀ ਬੇਸਿਸ ਸੀ। ਹਾਂ, ਜੈਸੇ ਉਹਨਾਂ ਨੇ ਅਪਲਾਈ ਕੀਤਾ ਕੁਝ ਟਾਈਮ ਬਾਅਦ ਬਸ ਜੌਬ ਮਿਲ ਗਈ ਇਹਨਾਂ ਨੂੰ। ਕੋਈ ਰੁਪਈਆ ਨਹੀਂ ਕਿਤੇ ਲਾਇਆ, 1 ਰੁਪਈਆ ਵੀ ਕਿਤੇ ਲਾਇਆ ਹੋਇਆ ਸੀ ਕਿਤੇ। ਹਾਂਜੀ, ਆਲੇ ਦੁਆਲੇ ਦੇ ਲੋਕ ਕਹਿੰਦੇ ਨੇ ਵੀ ਇਹ ਭੁਪਿੰਦਰ ਸਿੰਘ ਨੇ ਜਿਨ੍ਹਾਂ ਨੇ ਮਤਲਬ ਪਰਮਜੀਤ ਨੂੰ ਇੰਨਾ ਪੜ੍ਹਾਇਆ ਵਿਆਹ ਤੋਂ ਬਾਅਦ ਹੈ ਨਾ, ਇੰਨਾ ਇਨਕਰੇਜ ਕੀਤਾ, ਤੇ ਤੁਹਾਡੀ ਐਗਜ਼ਾਮਪਲ ਦਿੰਦੇ ਨੇ ਲੋਕ ਸਾਰੇ। ਮੇਰੇ ਪੇਕਾ ਪਰਿਵਾਰ ਜੀ, ਬਹੁਤ ਜ਼ਿਆਦਾ। ਮੇਰੇ ਜਿੰਨੇ ਵੀ ਰਿਸ਼ਤੇਦਾਰ ਆ, ਮੇਰਾ ਨਾਨਕਾ ਪਰਿਵਾਰ, ਸਾਰੇ ਇਹਨਾਂ ਦੀ ਬਹੁਤ ਰਿਸਪੈਕਟ ਕਰਦੇ ਆ ਇਸ ਗੱਲ ਦਾ। ਮਤਲਬ ਹਰੇਕ ਨੂੰ ਇਹਨਾਂ ਨੇ ਬਹੁਤ ਵਧੀਆ ਢੰਗ ਨਾਲ ਟਰੀਟ ਕਰਨਾ। ਮੇਰੇ ਪੇਕਿਆਂ ਦੀ ਇੰਨੀ ਰਿਸਪੈਕਟ ਕਰਦੇ ਆ, ਮੇਰੇ ਰਿਸ਼ਤੇਦਾਰਾਂ ਦਾ ਇੰਨਾ ਮਾਣ ਕਰਦੇ ਆ। ਤੇ ਐਵੇਂ ਜਦੋਂ ਕਿ ਇੱਧਰਲਾ ਰਿਸ਼ਤੇਦਾਰ ਆ ਜਾਂਦਾ, ਉਹ ਮੈਨੂੰ ਮਿਲੇ ਬਿਨਾਂ ਨਹੀਂ ਜਾਂਦਾ। ਈਵਨ ਕਿ ਮੇਰੇ ਦਾਦੀ ਸੱਸ ਦੇ ਅੱਗੇ ਪੇਕੇ, ਉਹ ਵੀ ਜਦੋਂ ਕਿਤੇ ਆ ਜਾਂਦੇ ਨਾ ਜੀ, ਮੈਨੂੰ ਮਿਲੇ ਬਿਨਾਂ ਨਹੀਂ ਜਾਂਦੇ ਸੀ। ਉਹਨਾਂ ਨੇ ਕਹਿਣਾ ਕਿ ਪਰਮਜੀਤ ਆਊਗੀ, ਉਹਦੀ ਛੁੱਟੀ ਹੋਣ ਵਾਲੀ ਹੈ, ਭਾਵੇਂ ਉਹਨੂੰ 5 ਮਿੰਟ ਮਿਲ ਕੇ ਜਾਈਏ, ਪਰ ਉਹਨੂੰ ਮਿਲ ਕੇ ਜ਼ਰੂਰ ਜਾਵਾਂਗੇ। ਤੇ ਮਤਲਬ ਇਸ ਤਰ੍ਹਾਂ ਦੇ ਅਸੀਂ ਰਿਸ਼ਤੇਦਾਰੀਆਂ ਵੀ ਪੂਰੀਆਂ ਨਿਭਾਉਂਦੇ ਆ ਦੋਵੇਂ ਜਾਣੇ। ਕਿਤੇ ਕਿਸੇ ਦੇ ਦੁੱਖ ਦਾ ਸੁੱਖ ਦਾ ਹੋਵੇ, ਅਸੀਂ ਜ਼ਰੂਰ ਜਾਣਾ ਜੀ ਦੋਨਾਂ ਨੇ। ਤੇ ਹੁਣ ਜਿਵੇਂ ਤੁਸੀਂ ਆਪ ਨੂੰਹ ਵਾਲੇ ਹੋ ਹਨਾ, ਤਾਂ ਜਦੋਂ ਬੇਟੇ ਲਈ ਤੁਸੀਂ ਕੁੜੀ ਚੂਜ਼ ਕੀਤੀ ਤਾਂ ਉਹਦੇ 'ਚ ਤੁਸੀਂ ਨੇ ਮਤਲਬ ਜਿਵੇਂ ਮੈਂ ਕਹਾਂ ਵੀ ਜੇ ਮੈਂ ਬਹੁਤ ਪੜ੍ਹੀ ਲਿਖੀ ਆਈ ਜੀ, ਮੈਨੂੰ ਇਹ ਹੋਣਾ ਸੀ ਮੇਰੀ ਨੂੰਹ ਬਹੁਤ ਪੜ੍ਹੀ ਹੁੰਦੀ ਹੈ ਨਾ, ਪਰ ਤੁਸੀਂ ਤਾਂ ਦੋਨਾਂ ਨੇ ਜ਼ਿੰਦਗੀ ਨੂੰ ਇੱਕ ਦੂਜੇ ਲਈ 0 ਤੋਂ ਬਣਾਇਆ ਹੈ ਨਾ, 0 ਤੋਂ 100 ਤੱਕ ਆਈ। ਭਾਜੀ ਨੇ ਤੁਹਾਡੇ ਲਈ ਮਿਹਨਤ ਕੀਤੀ, ਤੁਸੀਂ ਇਹਨਾਂ ਦੇ ਪਰਿਵਾਰ ਲਈ ਮਿਹਨਤ ਕੀਤੀ ਹੈ ਨਾ, ਤਾਂ ਉਹਦੇ 'ਚ ਹੁਣ ਤੁਸੀਂ ਇੱਕ ਸਕਸੈਸਫੁਲ ਫੈਮਿਲੀ ਹੋ ਨਾ, ਸਭ ਕੁਛ ਆ ਤੁਹਾਡੇ ਕੋਲ। ਜਿਵੇਂ ਉਹਨਾਂ ਨੇ ਕਿਹਾ ਵੀ ਹੁਣ ਤਾਂ ਮਤਲਬ ਕੋਈ ਚੀਜ਼ ਹੈ ਨਹੀਂ ਜਿਹਨੂੰ ਲੱਗਦਾ ਵੀ ਨਹੀਂ ਖਰੀਦ ਸਕਦੇ ਹੈ ਨਾ, ਤਾਂ ਉਹਨੂੰ ਤੁਸੀਂ ਕਿਵੇਂ ਚੁਣਿਆ ਕਿ ਮੁੰਡੇ ਲਈ ਸਾਨੂੰ ਹੁਣ ਇੱਦਾਂ ਦੀ ਕੁੜੀ ਚਾਹੀਦੀ ਆ? ਨਹੀਂ ਜੀ, ਉਹਦੇ ਲਈ ਤਾਂ ਅਸੀਂ ਬੇਟੇ ਨੂੰ ਛੋਟ ਦੇਤੀ ਸੀਗੀ। ਅਸੀਂ ਚੁਣਿਆ ਹੀ ਨਹੀਂ ਹੈ। ਅਸੀਂ ਚੁਣਿਆ ਹੀ ਨਹੀਂ ਗਾ ਜੀ, ਉਹਨੇ ਆਪਣੇ ਆਪ ਚੁਣਿਆ ਅੰਦਰ। ਹਾਂ, ਬੇਟੀ ਸਾਡੀ ਆਪਣੀ ਨਾ ਉਧਰਲੀ ਬੋਰਨ ਹੈ ਜੀ, ਨਿਊਜ਼ੀਲੈਂਡ ਦੀ। ਹਾਂਜੀ, ਨਿਊਜ਼ੀਲੈਂਡ ਹੈ ਬੇਟਾ, ਤਾਂ ਉਧਰ ਦੀ ਜੰਪਲ ਹੈ ਜੀ। ਤੇ ਬੇਟੇ ਦੀ ਆਪਦੀ ਚੁਆਇਸ ਸੀਗੀ। ਹਜੇ ਅੰਗੇਜਮੈਂਟ ਕੀਤੀ ਹੈ, ਮੈਰਿਜ ਆਉਣ ਵਾਲੇ ਬਸ ਦਿਨਾਂ ਦੇ ਵਿੱਚ, ਆਉਂਦੇ ਸਾਲ ਦੇ ਵਿੱਚ ਕਰਾਂਗੇ ਜੀ। ਤੇ ਅਸੀਂ ਪਹਿਲਾਂ ਵੀ ਨਹੀਂ ਸੋਚਿਆ ਸੀਗਾ ਵੀ ਇਸ ਤਰ੍ਹਾਂ ਦੀ ਹੋਵੇ ਜਾਂ ਇਸ ਤਰ੍ਹਾਂ ਦੀ, ਜਿਵੇਂ ਬੇਟੇ ਨੂੰ ਚੰਗਾ ਲੱਗੂਗਾ। ਦਾਜ ਦਹੇਜ ਦੀ ਤਾਂ ਮਨ 'ਚੋਂ ਹੀ ਕੱਢ ਦਿਓ ਨਾ ਵੀ ਕਦੇ ਦਿਮਾਗ 'ਚ ਵੀ ਆਈ ਹੋਵੇ ਤਾਂ। ਸਾਡੇ ਡੈਡੀ ਚਾਹੁੰਦੇ ਸੀ ਉਦੋਂ, ਜਦੋਂ ਉਹਨੇ ਦੱਸਿਆ ਸੀ, ਤੇ ਉਹ ਕਹਿੰਦਾ ਬੇਟੇ ਕਹਿੰਦਾ ਤੂੰ ਦੇਖ, ਤੈਨੂੰ ਸਾਰਾ ਕੁਝ ਚੰਗਾ ਲੱਗਦਾ ਤਾਂ ਤੂੰ ਓਕੇ ਕਰ ਲਾ, ਤੂੰ ਵੀ ਸਾਨੂੰ ਨਾ ਪੁੱਛਿਆ ਤੇ ਤੂੰ, ਜੇ ਤੈਨੂੰ ਲੜਕੀ ਚੰਗੀ ਲੱਗਦੀ ਹੈ ਕਿ ਤੂੰ ਵੇਖ ਬੇਟੇ।
ਅਸੀਂ ਤਾਂ ਉਹਨਾਂ ਨੇ ਵੀ ਮਤਲਬ ਕਿਸੇ ਨੇ ਕੋਈ ਨਾਰਾਜ਼ਗੀ ਨਹੀਂ ਕੀਤੀ ਬੇਟੇ ਅਸੀਂ ਤਾਂ ਆਪਦੀ ਬੇਟੀ, ਮੇਰੇ ਦਿਓਰ ਦੀ ਬੇਟੀ, ਅਸੀਂ ਤਾਂ ਇਹਨੂੰ ਵੀ ਨਹੀਂ ਕਹਾਂਗੇ ਕਿ ਅਸੀਂ ਜੋ ਦੇਖਾਂਗੇ ਤੂੰ ਉੱਥੇ ਹੀ ਕਰ, ਜਿਵੇਂ ਬੇਟੀ ਨੂੰ ਚੰਗਾ ਲੱਗੂਗਾ। ਪਰ ਉਹਨੂੰ ਸਮਝਾਇਆ ਜ਼ਰੂਰ ਹੈ ਵੀ ਸਾਰੇ ਬੇਟਾ ਆਸਪੈਕਟ ਦੇਖ ਕੇ। ਕਈ ਵਾਰੀ ਬੱਚੇ ਜਿਹੜੇ ਇਸ ਉਮਰ ਦੇ ਵਿੱਚ ਇਮੋਸ਼ਨਲ ਹੋ ਕੇ ਫੈਸਲਾ ਲੈ ਲੈਂਦੇ ਆ, ਕੋਈ ਥੋੜਾ ਜਿਹਾ ਚੰਗਾ ਲੱਗਣ ਲੱਗ ਗਿਆ ਹੈ ਨਾ, ਤਾਂ ਉਹ ਛੇਤੀ ਵਿਆਹ ਦਾ ਫੈਸਲਾ ਲੈ ਲੈਂਦੇ ਆ। ਤਾਂ ਉਹਨੂੰ ਇਹੋ ਜਿਹੇ ਤਜਰਬਿਆਂ ਤੋਂ, ਲੋਕਾਂ ਦੀਆਂ ਕਹਾਣੀਆਂ ਸੁਣਾ ਕੇ ਉਹਨਾਂ ਨੂੰ ਜਾਣੂ ਕਰਾਉਂਦੇ ਰਹੀਦਾ ਕਿ ਇਸ ਤਰ੍ਹਾਂ ਵੀ ਹੋ ਜਾਂਦਾ ਵੀ ਉਦੋਂ ਇੱਕੋ ਦਮ ਇਸ ਤਰ੍ਹਾਂ ਦਾ ਫੈਸਲਾ ਨਾ ਲਓ ਕਿ ਥੋੜਾ ਜਿਹਾ ਅੱਖਾਂ ਨੂੰ ਚੰਗਾ ਲੱਗਣ ਲੱਗ ਗਿਆ ਸਾਡੇ, ਤਾਂ ਅਸੀਂ ਜਲਦੀ ਵਿਆਹ ਦਾ ਫੈਸਲਾ ਲੈ ਲਈਏ। ਇਸੇ ਤਰ੍ਹਾਂ ਸਾਡੇ ਬੇਟੇ ਨੇ ਮਤਲਬ ਬੜੀ ਸਮਝਦਾਰੀ ਦੇ ਨਾਲ ਸਾਰਾ ਫੈਸਲਾ ਲਿਆ ਵੀ ਅਸੀਂ ਪਹਿਲਾਂ ਇੱਕ ਦੂਜੇ ਨੂੰ ਸਮਝਾਂਗੇ, ਫਿਰ ਅੱਗੇ ਜਿਹੜਾ ਵਿਆਹ ਦਾ ਸੋਚਾਂਗੇ। ਤਾਂ ਬੱਚਿਆਂ 'ਤੇ ਹੀ ਹੈ ਜੀ ਸਾਰਾ। ਸਾਲ 1.5 ਸਾਲ ਹੋ ਗਿਆ ਉਹਨਾਂ ਦਾ ਈਵੈਂਟ ਕੀਤੀ ਨੂੰ? ਜੀ ਹਾਂ ਜੀ ਬਿਲਕੁਲ 2 ਸਾਲ ਹੋ ਗਏ ਮਤਲਬ। ਹਾਂਜੀ ਭਾਜੀ ਜਿਵੇਂ ਨਾ ਬਹੁਤ ਸਾਰੇ ਮੁੰਡੇ ਵੀ, ਪਰਿਵਾਰ ਵੀ ਇਹ ਚੀਜ਼ ਕਹਿੰਦੇ ਨੇ ਵੀ ਜਦੋਂ ਕੁੜੀ ਥੋੜੀ ਜਿਹੀ ਪੜ੍ਹ ਲਿਖ ਜਾਂਦੀ ਆ ਹਨਾ, ਜੇ ਮੁੰਡਾ ਨਹੀਂ ਬਹੁਤ ਜ਼ਿਆਦਾ ਪੜ੍ਹਿਆ ਲਿਖਿਆ ਜਾਂ ਪਰਿਵਾਰ ਨਹੀਂ, ਤਾਂ ਉਹ ਕੁੜੀ ਦੇ ਮਨ 'ਚੋਂ ਪਰਿਵਾਰ ਦੀ ਇੱਜ਼ਤ ਖਤਮ ਹੋ ਜਾਂਦੀ ਹੈ, ਮਤਲਬ ਉਹਨਾਂ ਨੂੰ ਕੋਈ ਸਮਝਦੀ ਹੋਈ ਨਹੀਂ ਹਨਾ। ਤਾਂ ਇਹਨਾਂ ਨੇ ਤਾਂ ਸਾਰਾ ਮਤਲਬ ਇਹਨਾਂ ਦੀ ਸਾਰੀ ਗਰੋਥ ਤੁਹਾਡੇ ਘਰ ਆ ਕੇ ਹੋਈ। ਤੁਸੀਂ ਕਦੇ ਕਿਸੇ ਵੀ ਪੁਆਇੰਟ ਤੇ ਇਹ ਚੀਜ਼ ਨੋਟਿਸ ਕੀਤੀ? ਖਾਸ ਕਰਕੇ ਮੈਂ ਉਹਨਾਂ ਲੋਕਾਂ ਲਈ ਤੁਹਾਡੇ ਤੋਂ ਪੁੱਛਣਾ ਚਾਹੁੰਦੀ ਹਾਂ ਵੀ ਜੇ ਹੁਣ ਪਰਮਜੀਤ ਇੰਨਾ ਪੜ੍ਹ ਗਏ ਨੇ ਜਾਂ ਉਹਨਾਂ ਨੂੰ ਇੱਕ ਮਤਲਬ ਉਹ ਜੋਬ ਵੀ ਕਰਦੇ ਰਹੇ ਨੇ, ਹੁਣ ਉਹ ਇੱਕ ਸਰਕਾਰੀ ਜੋਬ 'ਚ ਨੇ, ਤਾਂ ਇਹਨਾਂ ਦੇ ਮਿਜਾਜ 'ਚ ਕੋਈ ਉਹ ਈਗੋ ਆਈ ਵੀ ਤੁਹਾਨੂੰ ਲੱਗਿਆ ਹੋਵੇ ਵੀ ਹੁਣ ਇਹਨੇ ਮੈਨੂੰ ਉਨਾ ਵਧੀਆ ਨਹੀਂ ਟਰੀਟ ਕੀਤਾ ਜਾਂ ਮੇਰੇ ਪਰਿਵਾਰ ਨੂੰ ਉਨਾ ਵਧੀਆ ਨਹੀਂ ਰੱਖਿਆ? ਨਹੀਂ ਜੀ, ਇਹੋ ਜਿਹਾ ਕੁਛ ਵੀ ਨਹੀਂ ਕੀਤਾ ਜੀ। ਹਾਂਜੀ ਸਗੋਂ ਮੇਰੇ ਵਿੱਚ ਤਾਂ ਮੈਨੂੰ ਇੰਝ ਲੱਗਦਾ ਵੀ ਇੰਪਰੂਵਮੈਂਟ ਆਈ। ਅੱਛਾ ਇਹ ਹਾਂਜੀ, ਪੜ੍ਹਨ ਲਿਖਣ ਦੇ ਨਾਲ ਜਦੋਂ ਮੈਂ ਸਰਕਾਰੀ ਨੌਕਰੀ 'ਚ ਆ ਗਈ, ਪਰ ਬਾਕੀ ਅਧਿਆਪਨ ਦਾ ਤਾਂ ਕੀਤਾ ਹੀ ਇਸ ਤਰ੍ਹਾਂ ਦਾ ਹੈ ਨਾ ਵੀ ਅਸੀਂ ਚੰਗੀਆਂ ਗੱਲਾਂ ਹੀ ਸਿੱਖਦੇ ਹਾਂ। ਜੋ ਅਸੀਂ ਆਪ ਹੋਵਾਂਗੇ ਤਾਂ ਉਹੀ ਅੱਗੇ ਬੱਚਿਆਂ ਨੂੰ ਦੱਸਣਾ, ਨਹੀਂ ਤਾਂ ਬੱਚਿਆਂ ਅੱਗੇ ਤਾਂ ਬੋਲਣਾ ਹੀ ਮੁਸ਼ਕਲ ਹੋ ਜਾਊਗਾ। ਹੁਣ ਜੇ ਮੈਂ ਘਰ ਪਰਿਵਾਰ ਵਿੱਚ ਨਹੀਂ ਸਹੀਗੀ ਤਾਂ ਮੈਂ ਉੱਥੇ ਆਪਦੇ ਵਿਦਿਆਰਥੀਆਂ ਨੂੰ ਇਹ ਗੱਲ ਕਿਵੇਂ ਦੱਸੂਗੀ? ਤਾਂ ਨੈਚੁਰਲੀ ਤੁਸੀਂ ਆਪਣੇ ਆਪ ਨੂੰ ਜਿਹੜਾ ਬਦਲਣਾ ਸ਼ੁਰੂ ਕਰਦੇ ਵੀ ਹੋ। ਅਤੇ ਸਗੋਂ ਮੈਨੂੰ ਇੰਝ ਲੱਗਦਾ ਵੀ ਪਹਿਲਾਂ ਨਾਲੋਂ ਤਾਂ ਮੈਂ ਜਿਉਣਾ ਸਿੱਖਿਆ ਹੈ ਅਤੇ ਹੁਣ ਮੈਨੂੰ ਬਚਪਨ ਦੀਆਂ ਉਹ ਗਲਤੀਆਂ ਲੱਗਦੀਆਂ ਵੀ ਹਾਏ ਮੈਂ ਇੱਦਾਂ ਬੋਲਦੀ ਹੁੰਦੀ ਸੀ, ਮੈਂ ਕਿਸੇ ਨੂੰ ਕਿਵੇਂ ਰਿਐਕਟ ਕਰ ਜਾਂਦੀ ਸੀ ਵੀ ਇਸ ਤਰ੍ਹਾਂ। ਜੇ ਕੋਈ ਤੁਹਾਡੇ ਨਾਲ ਕੋਈ ਇਸ ਤਰ੍ਹਾਂ ਦੀ ਗੱਲ ਕਰਦਾ ਵੀ ਹੈ ਗੁੱਸੇ ਵਾਲੀ, ਤਾਂ ਇੱਕ ਵਾਰੀ ਚੁੱਪ ਕਰ ਜਾਓ। ਅਗਲੇ ਕੋਈ ਵੀ ਨਾ ਮਾੜਾ ਨਹੀਂ ਬਣਨਾ ਚਾਹੁੰਦਾ ਹੁੰਦਾ ਹੈਗਾ, ਅਗਲੇ ਦੇ ਹਾਲਾਤ ਹੁੰਦੇ ਆ। ਜੇ ਉਹ ਗੁੱਸੇ ਵਾਲਾ ਬਣਿਆ ਜਾਂ ਤੁਹਾਨੂੰ ਗਲਤ ਕਿਹਾ, ਕਿਸੇ ਦਾ ਮਨ ਨਹੀਂ ਕਰਦਾ ਹੁੰਦਾ ਮਾੜਾ ਬਣਨ ਨੂੰ, ਕਿਸੇ ਦੇ ਕੋਈ ਹਾਲਾਤ ਹੀ ਇਸ ਤਰ੍ਹਾਂ ਦੇ ਹੁੰਦੇ ਆ, ਉਹਨੂੰ ਸਮਝੋ। ਤਾਂ ਇਹ ਗੱਲਾਂ ਹੁਣ ਹੌਲੀ ਹੌਲੀ ਸਗੋਂ ਪੜ੍ਹ ਲਿਖ ਕੇ ਤੇ ਇਸ ਕਿੱਤੇ 'ਚ ਆਉਣ ਤੋਂ ਬਾਅਦ ਸਮਝ ਆਉਣ ਲੱਗ ਗਈਆਂ। ਹੁਣ ਆਉਣ ਲੱਗੀਆਂ ਜੀ, ਪਹਿਲਾਂ ਨਹੀਂ ਆਉਂਦੀ ਪਹਿਲਾਂ ਤਾਂ ਪਰ ਮੈਨੂੰ ਪਹਿਲਾਂ ਹੀ ਆਉਂਦੀਆਂ ਸੀ ਕਿਉਂਕਿ ਮੈਂ ਪਹਿਲਾਂ ਸਾਈਡ ਤੇ ਹੋ ਜਾਂਦਾ ਸੀ। ਪਤਾ ਗੁੱਸੇ ਹੁਣ ਹੋ ਗਈ, ਨਾਲ ਦੀ ਨਾਲ ਬਾਹਰ ਚਲੇ ਜਾਣਾ। 2-3 ਘੰਟੇ ਬਾਅਦ ਜਦੋਂ ਆਉਂਦੇ ਉੱਥੇ ਬਿਲਕੁਲ ਸ਼ਾਂਤ ਹੋ ਜਾਣਾ। ਬਸ ਆ ਕੇ ਕਹਿੰਦੇ ਨਹੀਂ ਸੀ ਵੀ ਮੇਰੀ ਸਾਈਡ ਨਹੀਂ ਲਈ, ਤੁਸੀਂ ਬਾਹਰ ਨਿਕਲ ਗਏ। ਹਾਂਜੀ ਹੁਣ ਵੀ ਕਿਤੇ ਗੁੱਸੇ ਹੋ ਜਾਈਏ ਬਸ ਮੈਂ ਬਾਹਰ ਚਲਾ ਜਾਣਾ, ਘੰਟੇ ਅੱਧੇ ਘੰਟੇ ਬਾਅਦ ਸ਼ਾਮ ਨੂੰ ਘਰੇ ਵਾਪਸ ਆਏ ਬਸ। ਤੁਹਾਨੂੰ ਨਾਰਾਜ਼ਗੀ ਨਹੀਂ ਹੁੰਦੀ ਵੀ ਮਤਲਬ ਘਰੋਂ ਬਾਹਰ ਨਿਕਲ ਜਾਂਦੇ ਹੋ, ਨਾ ਮੈਨੂੰ ਮਨਾਉਣਾ ਨਾ ਮੈਨੂੰ ਪੁੱਛਣਾ, ਇਸ ਚੀਜ਼ ਦੀ ਨਾਰਾਜ਼ਗੀ ਨਹੀਂ ਹੁੰਦੀ? ਨਹੀਂ ਮਨਾ ਲੈਂਦੇ ਆ ਜੀ, ਜਿਵੇਂ ਮੈਨੂੰ ਐਂ ਹੁੰਦਾ ਵੀ ਅੱਜ ਗੁੱਸੇ ਹੋਇਆ ਵੀ ਹੁਣ ਤਾਂ ਬੋਲਣਾ ਨਹੀਂ ਗਾ ਹੈ ਨਾ, ਆ ਕੇ ਇਹਨਾਂ ਨੂੰ ਪੁੱਛਣਾ ਸਬਜ਼ੀ ਕਾਹਦੀ ਬਣਾਈ ਗਈ ਅੱਜ, ਅਤੇ ਮੈਂ ਗੁੱਸਾ ਹੁੰਦਾ ਨਹੀਂ ਬੋਲਦੀ, ਪਹਿਲੀ ਵਾਰੀ ਨਹੀਂ ਬੋਲਦੀ, ਤੇ ਤਾਂ ਵੀ ਸਬਜ਼ੀ ਕਾਹਦੀ ਬਣਾਈ ਹੈ ਉਹ ਤਾਂ ਸਬਜ਼ੀ ਤੋਂ ਸ਼ੁਰੂ ਕਰ ਲੈਣਾ ਜੀ ਹੈ ਨਾ। ਪਰ ਬੰਦਾ ਕਿੰਨੇ ਕੁ ਵਾਰੀ ਉਹ ਚੁੱਪ ਰਹੂਗਾ, ਫਿਰ ਆਖ ਹੀ ਦੇਈਦਾ ਵੀ ਆ ਫਲਾਨੀ ਸਬਜ਼ੀ ਲੈ ਆਓ, ਫਿਰ ਹੌਲੀ ਹੌਲੀ ਭੁੱਲ ਜਾਈਦਾ ਵੀ ਕਿਤੇ ਗੁੱਸੇ ਵੀ ਹੋਏ ਸੀਗੇ। ਨਹੀਂ ਪਰ ਇਹ ਤਾਂ ਚਲੋ ਇਹਨਾਂ ਦੀ ਚੰਗੀ ਆਦਤ ਆ ਵੀ ਆ ਕੇ ਬੁਲਾ ਲੈਂਦੇ। ਹੁਣ ਜਿਹੜੇ ਬੰਦੇ ਆ ਕੇ ਬੁਲਾਉਂਦੇ ਹੀ ਨਹੀਂ, ਉੱਥੇ ਕੁੜੀਆਂ ਕੀ ਕਰਨ? ਨਹੀਂ ਭੈਣੇ ਕਿਤੇ ਹੋਇਆ, ਹੁਣ ਤਾਂ ਬਹੁਤ ਟਾਈਮ ਹੋ ਗਿਆ, ਕੋਈ ਇਹੋ ਜਿਹੀ ਗੱਲ ਕਿਤੇ ਵੀ ਨਹੀਂ ਹੋਈ। ਉਮਰ ਵੀ ਹੌਲੀ ਹੌਲੀ ਜੋ ਜ਼ਿਆਦਾ ਹੋ ਗਈ। ਇਸ ਰਿਸ਼ਤੇ ਵਿੱਚ ਈਗੋ ਨਾਂ ਦੀ ਤਾਂ ਚੀਜ਼ ਹੋਣੀ ਹੋਈ ਨਹੀਂ ਚਾਹੀਦੀ ਜੀ। ਈਗੋ ਦਾ ਤੇ ਤੁਹਾਡੀ ਗ੍ਰਹਿਸਥੀ ਦਾ ਕੋਈ ਮੇਲ ਨਹੀਂ ਗਾ ਹੈ ਨਾ। ਮੈਂ ਕਹਿੰਦੀ ਜੇ ਤੁਹਾਨੂੰ ਲੱਗਦਾ ਨਾ ਵੀ ਤੁਸੀਂ ਸੰਤੁਸ਼ਟ ਨਹੀਂ, ਤਾਂ ਤੁਸੀਂ ਆਪਦੇ ਰਾਹ ਵੱਖਰੇ ਕਰ ਲਓ ਹੈ ਨਾ, ਉਹਦਾ ਰਾਹ ਵੱਖਰੇ ਕਰ ਲਓ। ਪਰ ਜੇ ਤੁਸੀਂ ਇਕੱਠੇ ਰਹਿਣਾ ਨਾ, ਤਾਂ ਫਿਰ ਇੱਕ ਦੂਜੇ ਨੂੰ ਸਮਝਣਾ ਵੀ ਸਿੱਖੋ, ਨੀਵੇਂ ਹੋਣਾ ਵੀ ਸਿੱਖੋ। ਅਤੇ ਕਿਉਂਕਿ ਤੁਹਾਡੇ ਬੱਚਿਆਂ 'ਤੇ ਅਸਰ ਪਊਗਾ ਉਸ ਚੀਜ਼ ਦਾ। ਕਹਿੰਦੇ ਨਾ ਵੀ ਜਿਹੜੇ ਰਿਸ਼ਤਿਆਂ ਦੇ ਵਿੱਚ ਇਸ ਤਰ੍ਹਾਂ ਦੇ ਮਨ ਮੁਟਾਵ ਜਾਂ ਸ਼ੰਕਾ ਰਹਿੰਦੀ ਆ ਜਾਂ ਸੰਤੁਸ਼ਟ ਨਹੀਂ ਹੁੰਦੇਗੇ, ਉਹਨਾਂ ਤੋਂ ਜਿਹੜੇ ਬੱਚੇ ਜੰਮਦੇ ਆ ਨਾ, ਉਹ ਵੀ ਸਾਡੇ ਸਮਾਜ ਲਈ ਫਿਰ ਉਹ ਖਤਰਨਾਕ ਹੀ ਬਣਦੇ ਆ। ਕਿਉਂਕਿ ਜਦੋਂ ਮਾਂ ਦੇ ਪੇਟ 'ਚ ਹੁੰਦੇ ਆ, ਉਦੋਂ ਵੀ ਜਿਹੜੀਆਂ ਮਾਂ ਦੀਆਂ ਫੀਲਿੰਗਸ ਹੁੰਦੀਆਂ ਉਹ ਇਸੇ ਤਰ੍ਹਾਂ ਦੀਆਂ ਹੁੰਦੀਆਂ ਵੀ ਮੈਂ ਸੰਤੁਸ਼ਟ ਨਹੀਂ ਸੀਗੀ ਜੋ ਇਹ ਹੋ ਰਿਹਾ ਹੈ ਨਾ। ਜਦੋਂ ਬੱਚਾ ਜਨਮ ਲੈ ਲੈਂਦਾ, ਮਾਂ ਉਹਦੀ ਪਰਵਰਿਸ਼ ਕਰਦੀ ਆ, ਤਾਂ ਉਦੋਂ ਵੀ ਉਹ ਬੱਚੇ 'ਤੇ ਉਹ ਅਸਰ ਨੈਚੁਰਲੀ ਪੈਂਦਾ ਹੀ ਪੈਂਦਾ ਹੈ, ਅਤੇ ਉਹ ਬੱਚਾ ਸਾਰੀ ਉਮਰ ਹੀ ਨਹੀਂ ਕਦੇ ਸੈੱਟ ਹੁੰਦਾ ਹੈਗਾ ਹੈ ਨਾ। ਅਤੇ ਬਿਹਤਰ ਇਹ ਵੀ ਫਿਰ ਬੱਚਿਆਂ ਨੂੰ ਜਨਮ ਦਿਓ ਹੀ ਨਾ, ਰਿਸ਼ਤਾ ਤੁਸੀਂ ਵੱਖ ਕਰ ਉਮਰ ਹੁੰਦੀ ਆ ਕੋਈ ਜੋ ਥੋੜ੍ਹੀ ਜਿਹੀ ਮਤਲਬ ਕਿ 20-25 ਸਾਲ 30 ਸਾਲ ਦੀ ਹੁੰਦੀ, ਉਦੋਂ ਇਹ ਮੁਸ਼ਕਿਲ ਆਉਂਦੀਆਂ ਹੈਗੀਆਂ। ਜਿਵੇਂ ਹੌਲੀ ਹੌਲੀ ਹੁਣ ਅਸੀਂ ਜਿਵੇਂ ਹੁਣ 50 ਸਾਲ ਦੀ 52 ਸਾਲ ਦੀ ਮੇਰੀ ਏਜ ਹੋ ਗਈ, ਹੁਣ ਗੁੱਸਾ ਆਉਂਦਾ ਹੀ ਨਹੀਂ ਹੈਗਾ
ਨਾ ਇਹਨੂੰ ਕਿਤੇ ਗੁੱਸਾ ਆਵੇ ਕਿਤੇ ਮੈਨੂੰ ਨਾ ਟਾਈਮ ਟੱਪ ਗਿਆ ਹੁਣ ਬਸ। ਬਿਲਕੁਲ ਬਿਲਕੁਲ। ਮੇਰੇ ਫਾਦਰ ਸਾਹਿਬ ਦਾ ਰੰਗ ਕਾਲਾ ਸੀਗਾ ਤੇ ਮੇਰੇ ਮੰਮੀ ਦਾ ਰੰਗ ਬੜਾ ਜ਼ਿਆਦਾ ਗੋਰਾ ਸੀਗਾ। ਉਹ ਕਈ ਵਾਰੀ ਕਿਸੇ ਰਿਸ਼ਤੇਦਾਰ ਨੇ ਜਦੋਂ ਕਹਿ ਵੀ ਦੇਣਾ ਨਾ ਵੀ ਜਸਵਿੰਦਰ ਵੀ ਤੇਰੇ ਘਰ ਵਾਲਾ ਤਾਂ ਇੰਨਾ ਕਾਲਾ ਹੈ ਤੇ ਵੀ ਤੇਰੇ ਘਰਦਿਆਂ ਨੇ ਕੀ ਸੋਚਿਆ, ਤੇ ਮੰਮੀ ਨੇ ਹੱਸ ਕੇ ਕਹਿਣਾ ਨਾ ਕਾਲਾ ਸ਼ਾਹ ਕਾਲਾ ਮੇਰਾ ਕਾਲਾ ਏ ਸਰਦਾਰ। ਉਹਦੇ ਇੱਕ ਗੀਤ ਬੜਾ ਇਹ ਮਸ਼ਹੂਰ ਹੁੰਦਾ ਸੀਗਾ ਹੈ ਨਾ। ਤੇ ਮਤਲਬ ਜਾਂ ਸਾਡੇ ਘਰ ਦੇ ਵਿੱਚ ਬੀਬੀ ਰਜਨੀ ਦੀਆਂ ਗੱਲਾਂ ਕੀਤੀਆਂ ਜਾਂਦੀਆਂ। ਮੇਰੇ ਮਦਰ ਨੇ ਅਕਸਰ ਹੀ ਮੈਨੂੰ ਬੀਬੀ ਰਜਨੀ ਦੀਆਂ ਕਹਾਣੀਆਂ ਸੁਣਾਉਣੀਆਂ, ਤਾਂ ਉਹਨਾਂ ਨੇ ਮੈਨੂੰ ਐਡਜਸਟ ਕਰਨਾ ਸਿਖਾਇਆ। ਹਾਂਜੀ, ਤਾਂ ਵੀ ਇਹੀ ਕਾਰਨ ਰਿਹਾ ਵੀ ਜਦੋਂ ਅਸੀਂ ਕੁੜੀਆਂ ਨੂੰ ਕਹਿ ਦਿੰਦੇ ਨਾ ਨਾ ਤੂੰ ਇੱਕ ਨਾ ਸੁਣੀ, ਇੱਕ ਤੈਨੂੰ ਕਹਿਣਗੇ ਤਾਂ 4 ਸੁਣਾਈ ਅੱਗੋਂ, ਹੈ ਨਾ। ਹਾਂਜੀ, ਤਾਂ ਫਿਰ ਉੱਥੇ ਨਿਭਾ ਨਹੀਂ ਹੁੰਦੇਗੇ। ਤਾਂ ਬਾਕੀ ਸੰਪੂਰਨ ਕੋਈ ਵੀ ਨਹੀਂ ਹੁੰਦਾ। ਜੇ ਕਿਸੇ ਔਰਤ ਦੇ ਮਨ ਵਿੱਚ ਵੀ ਇਹ ਗੱਲ ਹੋਵੇ ਨਾ ਵੀ ਸ਼ਾਇਦ ਮੈਂ ਨਹੀਂ ਤਾਂ ਮੈਨੂੰ ਹੋਰ ਕੋਈ ਸੰਪੂਰਨ ਮਿਲ ਜਾਂਦਾ, ਕੋਈ ਸੰਪੂਰਨ ਨਹੀਂ ਹੁੰਦਾ ਗਾ। ਇਹ ਤੁਹਾਨੂੰ ਦੂਰੋਂ ਦੇਖ ਕੇ ਹੀ ਲੱਗਦਾ ਹੁੰਦਾ। ਤੇ ਬਾਕੀ ਜਿੱਥੇ ਤੁਸੀਂ ਹੈਗੇ ਹੋ ਉਹ ਬਹੁਤ ਵਧੀਆ, ਤੇ ਮੈਂ ਤਾਂ ਕਹਿੰਦੀ ਹਾਂ ਵੀ ਐਡਜਸਟ ਕਰਨਾ ਸਿੱਖੋ। ਨਹੀਂ, ਪਰ ਇਹ ਵੀ ਚੀਜ਼ਾਂ ਹੋ ਜਾਂਦੀਆਂ ਨੇ ਜਿਵੇਂ ਆਪਾਂ ਸ਼ੁਰੂਆਤ 'ਚ ਕਹਿੰਦੇ ਆ ਕਿ ਤੁਸੀਂ ਸਮਾਂ ਦਿਓ ਇੱਕ ਦੂਜੇ ਨੂੰ, ਤੁਸੀਂ ਸਬਰ ਰੱਖੋ, ਹੈ ਨਾ। ਤੁਹਾਡੇ ਹਾਲਾਤ ਬਦਲ ਜਾਣਗੇ। ਜਾਂ ਜਿਵੇਂ ਭਾਜੀ ਨੇ ਕਿਹਾ ਵੀ 30 ਕੁ ਸਾਲ ਦੀ ਉਮਰ ਤੱਕ ਹੁੰਦਾ ਵੀ ਆਪਾਂ ਸਮਝਦੇ ਨਹੀਂ, ਉਸ ਤੋਂ ਬਾਅਦ ਆਪਾਂ। ਪਰ ਕਈ ਪਰਿਵਾਰਾਂ ਦੀ ਜੇ ਤੁਸੀਂ ਕਹਾਣੀ ਸੁਣੋ ਉਹ ਤਾਂ ਉਹ ਕਹਿਣਗੇ ਕਿ ਬੰਦਾ ਸਾਰੀ ਉਮਰ ਮੇਰੇ ਲਈ ਨਹੀਂ ਬਦਲਿਆ, ਹੈ ਨਾ, ਮਾੜਾ ਜਿਹਾ ਵੀ ਨਹੀਂ ਬਦਲਿਆ। ਤਾਂ ਉੱਥੇ ਮੈਨੂੰ ਲੱਗਦਾ ਕਿ ਸਬਰ ਦਾ ਵੀ ਇੱਕ ਅਰਸਾ ਹੋਣਾ ਚਾਹੀਦਾ ਕਿ ਤੁਸੀਂ ਕਿੰਨੇ ਸਮੇਂ ਲਈ ਰੱਖ ਸਕਦੇ ਹੋ, ਹੈ ਨਾ। ਤੇ ਜਿਵੇਂ ਤੁਸੀਂ ਕਿਹਾ ਵੀ ਗੁੱਸਾ ਵੀ ਬੰਦੇ ਦਾ ਕੋਈ ਨਾ ਕੋਈ ਕਾਰਨ ਹੁੰਦਾ। ਜਦੋਂ ਉਹ ਔਰਤਾਂ ਟੁੱਟਦੀਆਂ ਨੇ ਜਾਂ ਉਹ ਔਰਤਾਂ ਆਪਣਾ ਫਰਸਟ੍ਰੇਸ਼ਨ ਕੱਢਦੀਆਂ ਨੇ ਤਾਂ ਉਹਦੇ ਪਿੱਛੇ ਵੀ ਮੈਨੂੰ ਲੱਗਦਾ ਬਹੁਤ ਵੱਡਾ ਇੱਕ ਕਾਰਨ ਆ, ਹੈ ਨਾ। ਤੇ ਫਿਰ ਉਸ ਸਬਰ ਦੀ ਹੱਦ ਕਿੰਨੇ ਕੁ ਸਾਲ ਹੋਣੀ ਚਾਹੀਦੀ ਹੈ ਵੀ ਨਹੀਂ। ਜੇ ਤੁਸੀਂ ਕਿਸੇ ਕੁੜੀ ਨੂੰ ਗਾਈਡ ਕਰਨਾ ਚਾਹੋ ਵੀ ਮੈਂ 4 ਸਾਲ ਸਬਰ ਕੀਤਾ ਜਾਂ ਮੈਂ ਆਪਣੇ ਮਿਜਾਜ ਨੂੰ ਬਦਲਿਆ, ਤੇ ਹੁਣ ਜਿਹਦੀ ਜ਼ਿੰਦਗੀ 'ਚ 10 ਸਾਲ ਦੀ ਤਬਦੀਲੀ ਵੀ ਨਹੀਂ ਆਈ ਤਾਂ ਤੁਸੀਂ ਉਹਨੂੰ ਫਿਰ ਤੁਸੀਂ ਕੀ ਕਹੋਗੇ? ਇੱਕ ਥੋੜੇ ਦਿਨ ਪਹਿਲਾਂ ਨਾ ਜੀ ਮੈਂ WhatsApp ਤੇ ਦੇਖ ਰਹੀ ਸੀ, ਇੱਕ ਬਜ਼ੁਰਗ ਜੋੜਾ ਹੈ। ਉਹ ਬਜ਼ੁਰਗ ਬਿਲਕੁਲ ਮੰਜੇ ਤੇ ਬੈਠਾ ਹੋਇਆ ਹੈ ਤੇ ਮਾਤਾ ਸੇਵਾ ਕਰ ਰਹੀ ਹੈ, ਚਾਹ ਪਾਣੀ ਫੜਾ ਰਹੀ ਹੈ। ਤੇ ਉੱਥੇ ਨਾ ਥੱਲੇ ਲਿਖਿਆ ਹੋਇਆ ਹੈ ਵੀ ਇਹ ਸਾਰੀ ਉਮਰ ਇਸ ਬਾਪੂ ਨੇ ਇਸ ਬੇਬੇ ਨੂੰ ਬੋਲਣ ਨਹੀਂ ਦਿੱਤਾ ਹੈਗਾ ਕਦੇ, ਤੇ ਹੁਣ ਉਹੀ ਬੇਬੇ ਹੈ ਜਿਹੜੀ ਇਹਦੀ ਸੇਵਾ ਕਰ ਰਹੀ ਹੈ, ਇਹਨੂੰ ਸੇਵਾ ਸੰਭਾਲ ਕਰ ਰਹੀ ਹੈ, ਹੈ ਨਾ। ਤਾਂ ਦੇਖੋ ਅਲਟੀਮੇਟਲੀ ਤੁਸੀਂ ਇੱਕ ਦੂਜੇ ਦੇ ਕੰਮ ਤੁਸੀਂ ਹੀ ਆਉਣਾ ਹੈ, ਕਿਸੇ ਤੀਜੇ ਨੇ ਨਹੀਂ ਆਉਣਾ ਗਾ, ਹੈ ਨਾ। ਜੋ ਮੈਂ ਇਹਨਾਂ ਲਈ ਕਰ ਸਕਦੀ ਹਾਂ, ਜੇ ਕੋਈ ਦੁੱਖ ਤਕਲੀਫ ਹੋਊਗੀ ਤਾਂ ਅਸੀਂ ਇੱਕ ਦੂਜੇ ਦੀ ਦੂਰ ਕਰ ਸਕਦੇ ਹਾਂ, ਕੋਈ ਤੀਜਾ ਨਹੀਂ ਆ ਕੇ ਕਰ ਸਕਦਾ ਗਾ। ਤੇ ਉਹੀ ਗੱਲ ਹੈ ਨਾ ਵੀ ਮੇਰਾ ਤਾਂ ਇਹੀ ਕਹਿਣਾ ਵੀ ਜੇ ਤੁਸੀਂ ਸੰਤੁਸ਼ਟ ਨਹੀਂ ਹੈਗੇ ਤਾਂ ਪਹਿਲੀ ਗੱਲ ਤਾਂ ਮਾਪਿਆਂ ਨੂੰ ਆਪਦੀ ਸੋਚ ਬਦਲਣੀ ਚਾਹੀਦੀ ਹੈ। ਪਹਿਲਾਂ ਬੱਚਿਆਂ ਤੋਂ ਪੁੱਛਿਆ ਜਾਵੇ। ਆਪਾਂ ਇਹ ਸੋਚ ਲੈਂਦੇ ਹਾਂ ਕਿ ਸਮਾਜ ਕੀ ਕਹੂਗਾ। ਸਮਾਜ ਤਾਂ ਭੈਣੇ ਉਦੋਂ ਵੀ ਕਹੂਗਾ ਜੇ ਤੁਸੀਂ ਵਿਆਹ ਕਰਤਾ ਜ਼ਬਰਦਸਤੀ। ਕੁੜੀ ਕਿਤੇ ਹੋਰ ਤੁਰੀ ਫਿਰਦੀ ਹੈ ਕਿਸੇ ਨਾਲ, ਹੈ ਨਾ, ਮੁੰਡਾ ਕਿਸੇ ਹੋਰ ਨਾਲ ਤੁਰਿਆ ਫਿਰਦਾ। ਅੱਜ ਕੱਲ੍ਹ ਤਾਂ ਵਿਆਹ ਤੋਂ ਬਾਅਦ ਵੀ ਇਸ ਤਰ੍ਹਾਂ ਦੇ ਐਕਸਟਰਾ ਮੈਰੀਟਲ ਅਫੇਅਰ ਦੇ ਕੇਸ ਕਿੰਨੇ ਵਾਪਰਦੇ ਆ, ਹੈ ਨਾ। ਤਾਂ ਫਿਰ ਉੱਥੇ ਤੁਹਾਡੀ ਇੱਜ਼ਤ ਤਾਂ ਸਗੋਂ ਜ਼ਿਆਦਾ ਖਰਾਬ ਹੋਊਗੀ ਕਿਉਂ ਨਾ ਬੱਚਿਆਂ ਦੀ ਪਹਿਲਾਂ ਸਹਿਮਤੀ ਲਈ ਜਾਵੇ। ਤੇ ਜਿਵੇਂ ਬੱਚਿਆਂ ਨੂੰ ਸਮਝਾਓ ਪਹਿਲਾਂ ਵੀ ਉਹ ਆਪਦਾ ਫੈਸਲਾ ਕਿਹੜੇ ਪੱਖਾਂ ਨੂੰ ਸੋਚ ਕੇ ਲੈਣ, ਤਾਂ ਅੱਜ ਕੱਲ੍ਹ ਦੇ ਬੱਚੇ ਵੀ ਸਮਝਦਾਰ ਜ਼ਰੂਰ ਗੌਰ ਕਰਨਗੇ ਜਿਹਨਾਂ ਗੱਲਾਂ 'ਤੇ। ਤੁਸੀਂ ਭਾਜੀ ਤੁਹਾਨੂੰ ਕੀ ਲੱਗਦਾ ਕਿ ਮਤਲਬ ਇੱਕ ਬੰਦੇ ਲਈ, ਹੈ ਨਾ, ਕਿਹੋ ਜਿਹਾ ਉਹ ਮਾਹੌਲ ਇੱਕ ਔਰਤ ਲਈ ਸਿਰਜੇ ਘਰ 'ਚ ਕਿ ਹਾਂ ਜਿਵੇਂ ਉਹਨਾਂ ਨੇ ਕਿਹਾ ਕਿ 2-3 ਸਾਲ 10 ਸਾਲ ਵੱਧ ਤੋਂ ਵੱਧ ਜ਼ਿੰਦਗੀ ਐਵੇਂ ਸੀ, ਮੈਂ ਗੁੱਸੇ ਸੀ, ਫਿਰ ਮੈਂ ਹੌਲੀ ਹੌਲੀ ਢਲਣਾ ਸ਼ੁਰੂ ਕੀਤਾ ਨਾ, ਕਿ ਬੰਦਾ ਇੱਕ ਬਾਹਰੋਂ ਆਈ ਕੁੜੀ ਨੂੰ ਕਿੱਦਾਂ ਦਾ ਮਾਹੌਲ ਦੇਵੇ ਕਿ ਉਹਨੂੰ ਇਹ ਲੱਗੇ ਕਿ ਇਹ ਮੇਰਾ ਘਰ ਹੈ, ਇਹ 'ਚ ਮੈਂ ਤਬਦੀਲੀ ਲਿਆਉਣੀ ਆ, ਮੈਂ ਇਹਨੂੰ ਕਦੀ ਛੱਡ ਕੇ ਨਹੀਂ ਜਾਣਾ, ਹੈ ਨਾ। ਤੇ ਮੁੰਡੇ ਦੀ ਭੂਮਿਕਾ ਕਿਵੇਂ ਦੀ ਹੋਣੀ ਚਾਹੀਦੀ ਹੈ? ਉਹਦੀ ਲੋੜਾਂ ਵਗੈਰਾ ਪੂਰੀਆਂ ਕਰੇ ਸਾਰੀਆਂ ਜੀ, ਫਿਰ ਹੀ ਆ ਨਾ। ਕਿਸੇ ਕਿਸਮ ਦੀ ਕੋਈ ਖਾਣ ਪੀਣ ਵਾਲੀ ਚੀਜ਼, ਕੋਈ ਹੋਰ ਚੀਜ਼, ਉਹਦਾ ਸਾਰਾ ਕੁਝ ਦੇਖੇ, ਸਾਰਾ ਕੁਝ ਫਿਰ ਹੀ ਆ ਨਾ। ਅੰਡਰਸਟੈਂਡਿੰਗ ਦੀ ਗੱਲ ਹੈ ਜੀ, ਹੈ ਨਾ। ਜਦੋਂ ਤੁਸੀਂ ਇੱਕ ਦੂਜੇ ਨੂੰ ਸਮਝਣਾ ਸ਼ੁਰੂ ਕਰ ਦਿੰਦੇ ਹੋ ਤਾਂ ਇਹੋ ਜਿਹੀ ਨੌਬਤ ਨਹੀਂ ਆਉਂਦੀ ਦੂਸਰੇ ਨੂੰ, ਤੇ ਫਿਰ ਉਹ 'ਚ ਹੌਲੀ ਫਿਰ ਦੂਰੀ ਆ ਜਾਂਦੀ। ਬਾਕੀ ਤੁਹਾਡਾ ਬੱਚਾ ਬਹੁਤ ਵੱਡੀ ਭੂਮਿਕਾ ਨਿਭਾਉਂਦਾ ਇਸ ਕਾਰਜ ਦੇ ਵਿੱਚ, ਹੈ ਨਾ। ਜਦੋਂ ਬੱਚੇ ਹੋ ਜਾਂਦੇ ਤਾਂ ਅਕਸਰ ਮੈਂ ਦੇਖਦੀ ਹਾਂ ਵੀ ਜੋੜਿਆਂ ਵਿੱਚ ਜਿਹੜੀਆਂ ਪਹਿਲਾਂ ਕੋਈ ਤਲਖੀਆਂ ਚੱਲਦੀਆਂ ਹੁੰਦੀਆਂ ਘਟਣੀਆਂ ਸ਼ੁਰੂ ਹੋ ਜਾਂਦੀਆਂ, ਖਤਮ ਨਾ ਵੀ ਹੋਣ ਤਾਂ ਘਟਣੀਆਂ ਸ਼ੁਰੂ ਹੋ ਜਾਂਦੀਆਂ। ਜਦੋਂ ਫਿਰ ਕਈ ਵਾਰੀ ਬੱਚੇ ਵੀ ਸਮਝਾਉਣ ਲੱਗ ਜਾਂਦੇ ਆ ਵੀ ਮੰਮਾ ਤੁਸੀਂ ਇੱਦਾਂ ਕਿਉਂ ਕਰ ਰਹੇ ਜੇ, ਪਾਪਾ ਤੁਸੀਂ ਇੱਦਾਂ ਕਿਉਂ ਕਰ ਰਹੇ, ਹੈ ਨਾ। ਹੌਲੀ ਹੌਲੀ ਬੱਚੇ ਵੀ ਇਹਨਾਂ ਰਿਸ਼ਤਿਆਂ ਨੂੰ ਜੋੜਦੇ ਆ। ਤੁਹਾਡੇ ਬੇਟੇ ਦੇ ਆਉਣ ਨਾਲ ਤੁਹਾਡਾ ਰਿਸ਼ਤਾ? ਨਹੀਂ, ਸਾਡਾ ਤਾਂ ਪਹਿਲਾਂ ਹੀ ਸੁਖਾਵਾਂ ਹੋ ਗਿਆ ਸੀਗਾ। ਹਾਂਜੀ, ਤੇ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਸੀਗੀ, ਪਹਿਲਾਂ ਬਹੁਤ ਵਧੀਆ ਸੀ। ਤੇ ਬਾਕੀ ਬੇਟੇ ਦੇ ਆਉਣ ਨਾਲ ਤਾਂ ਘਰ ਖੁਸ਼ੀਆਂ ਨਾਲ ਹੀ ਭਰ ਗਿਆ। ਉਹਦੀ ਅਟੈਚਮੈਂਟ ਕਿਹਦੇ ਨਾਲ ਜ਼ਿਆਦਾ? ਮੰਮੀ ਨਾਲ। ਹਾਂਜੀ, ਨਹੀਂ ਬਾਕੀ ਸਾਰੇ ਪਰਿਵਾਰ ਨਾਲ ਹੀ, ਦਾਦੇ ਨਾਲ, ਦਾਦਾ ਜੀ ਨਾਲ ਬਹੁਤ ਜ਼ਿਆਦਾ ਸੀ, ਚਾਚੇ ਚਾਚੀ ਨਾਲ ਬਹੁਤ ਹੈ।
ਹੁਣ ਜਿਵੇਂ ਜਦੋਂ ਕਿਤੇ ਉਹਨੇ ਆਉਣਾ ਹੁੰਦਾ ਜਾਂ ਇੱਥੋਂ ਫਲਾਈਟ ਹੁੰਦੀ ਆ ਉਹਦੀ, ਅਸੀਂ ਕਦੇ ਨਹੀਂ ਨਾਲ ਗਏ, ਉਹਦੇ ਚਾਚਾ ਚਾਚੀ ਜਾਂਦੇ ਆ ਜੀ, ਉਹੀ ਲੈਣ ਜਾਂਦੇ ਆ, ਉਹੀ ਛੱਡ ਕੇ ਆਉਂਦੇ ਆ। ਹਾਂਜੀ, ਉਹੀ ਲੈ ਕੇ ਆਉਂਦੇ, ਅਸੀਂ ਕਿਤੇ ਵੀ ਗਏ ਨਾ ਛੱਡਣ ਕਿਤੇ ਗਏ ਉਹਨੇ ਪਹਿਲਾਂ ਹੀ ਪਹਿਲੀ ਵਾਰੀ ਵੀ ਜਦੋਂ ਗਿਆ ਸੀਗਾ, ਮੈਂ ਤਾਂ ਉਦੋਂ ਵੀ ਨਹੀਂ ਗਈ ਸੀ, ਉਦੋਂ ਵੀ ਉਹਦੀ ਚਾਚੀ ਨਾਲ ਗਈ ਸੀਗੀ ਜੀ। ਹਾਂਜੀ, ਇਸ ਤਰ੍ਹਾਂ ਦਾ ਘਰ ਦੇ ਵਿੱਚ ਪਹਿਲਾਂ ਹੀ ਫੋਨ ਕਰ ਲੈਣਾ ਚਾਚਾ ਚਾਚੀ ਨੂੰ, ਤੁਸੀਂ ਲੈਣ ਮੈਨੂੰ ਆਇਆ ਜੀ ਬਸ। ਜਦੋਂ ਘਰ ਦੇ ਵਿੱਚ ਨਾ ਅਸੀਂ ਭਰਾ ਜਾਂ ਦਰਾਣੀਆਂ ਜਠਾਣੀਆਂ ਨਿੱਕੀ ਨਿੱਕੀ ਗੱਲ ਤੇ ਵੀ ਇਹ ਕਿਸੇ ਗੱਲ ਤੋਂ ਅੱਗੇ ਨਾ ਲੰਘ ਜਾਣ, ਜਦੋਂ ਮਨਾਂ ਵਿੱਚ ਇਹ ਗੱਲਾਂ ਆਉਣ ਲੱਗ ਜਾਂਦੀਆਂ ਨਾ, ਉਦੋਂ ਰਿਸ਼ਤਿਆਂ ਵਿੱਚ ਦਰਾੜ ਪੈਂਦੀ ਹੈ ਜੀ। ਉਦੋਂ ਫਰਕ ਪੈਣ ਲੱਗ ਹਾਂਜੀ, ਤੇ ਜਦੋਂ ਅਸੀਂ ਇਹ ਮੰਨ ਲਈਏ ਵੀ ਸਾਡੇ ਆ ਇਹ ਆਪਦੇ ਹਨਾ, ਜਦੋਂ ਅਸੀਂ ਆਪਣਾ ਸਮਝ ਲਈਏ ਨਾ, ਫਿਰ ਇਹ ਗੱਲਾਂ ਦੀ ਥਾਂ ਨਹੀਂ ਰਹਿ ਜਾਂਦੀ ਕਿ ਮਨਾਂ ਦੇ ਵਿੱਚ, ਤੇ ਅਸੀਂ ਇਹਨਾਂ ਗੱਲਾਂ ਨੂੰ ਨਹੀਂ ਕਦੇ ਆਉਣ ਦਿੱਤਾ ਗਾ। ਸ਼ੁਰੂ ਦੇ ਵਿੱਚ ਮਾੜਾ ਮੋਟਾ ਆਈਆਂ ਵੀ, ਤੇ ਪਰ ਛੇਤੀ ਨਿਬੜ ਗਈਆਂ ਜੀ ਉਹ। ਕਈ ਵਾਰੀ ਜਦੋਂ ਸ਼ੁਰੂਆਤ ਸਾਡੀ ਕਿਸੇ ਘਰ 'ਚ ਚੰਗੀ ਨਹੀਂ ਹੁੰਦੀ ਹੈ ਨਾ, ਵੀ ਸਾਡਾ ਪਹਿਲੇ 2-3 ਸਾਲ ਸਾਨੂੰ ਕੋਈ ਵਧੀਆ ਮਾਹੌਲ ਨਹੀਂ ਦਿੱਤਾ ਜਾਂਦਾ, ਜਾਂ ਬਹੁਤ ਸਾਰੇ ਪਰਿਵਾਰਾਂ 'ਚ ਵੀ ਹੁੰਦੀ ਹੈ ਵੀ ਇਨਡਾਇਰੈਕਟਲੀ ਜੇ ਤੁਹਾਨੂੰ ਗੱਲਾਂ ਸੁਣਾਈ ਜਾਣੀਆਂ ਹੈ ਨਾ, ਜਾਂ ਕਿਸੇ ਹੋਰ ਦੀ ਫਰਸਟ੍ਰੇਸ਼ਨ ਅਕਸਰ ਲੋਕ ਨਹੁੰ 'ਤੇ ਕੱਢ ਲੈਂਦੇ ਨੇ, ਤਾਂ ਇਹ ਚੀਜ਼ਾਂ ਥੋੜ੍ਹਾ ਸਮਾਂ ਚੱਲਦੀਆਂ ਨੇ, ਪਰ ਉਸ ਤੋਂ ਬਾਅਦ 10-15 ਸਾਲ ਬਾਅਦ ਜਦੋਂ ਮਾਹੌਲ ਸਹੀ ਹੋ ਜਾਂਦਾ, ਉਹਨਾਂ ਨੂੰ ਲੱਗਣ ਲੱਗ ਜਾਂਦਾ ਇਹ ਵੀ ਸਾਡੇ ਘਰ ਦਾ ਜੀ ਆ ਹੈ ਨਾ, ਜਾਂ ਜਿਵੇਂ ਤੁਸੀਂ ਕਿਹਾ ਫਿਰ ਆਪਾਂ ਆਪਣੀ ਸਮਝਦਾਰੀ 'ਤੇ ਸਾਰੇ ਰਿਸ਼ਤੇ ਕਮਾ ਲੈਂਦੇ ਹਾਂ। ਉਸ ਤੋਂ ਬਾਅਦ ਕੁੜੀ ਦੇ ਮਨ 'ਚ ਉਹ ਦੁੱਖ ਦਪਾਲਨੇ ਜਿਹੜੇ ਰਹਿੰਦੇ ਨੇ ਤੁਹਾਡੇ ਮਨ 'ਚ ਹੈਗੇ ਨੇ, ਇੱਕ ਬੰਦੇ ਨੂੰ ਮਿਟਾ ਦੇਣੇ ਚਾਹੀਦੇ ਨੇ? ਨਹੀਂ, ਰਹਿੰਦੇ ਤਾਂ ਹੈ, ਅੰਦਰ ਰਹਿੰਦੇ ਆ ਹੈ ਨਾ, ਇਹ ਨਹੀਂ ਹੈਗਾ ਵੀ ਮੈਂ ਹੁਣ ਇਕੱਲੀਆਂ ਆਦਰਸ਼ਵਾਦੀ ਗੱਲਾਂ ਕਰੀ ਜਾਵਾਂ, ਮਨ ਦੇ ਵਿੱਚ ਆ ਜਾਂਦੀਆਂ। ਤੇ ਪਰ ਜਿਹੜੀ ਗ੍ਰਹਿਸਥੀ ਆ ਨਾ ਜੀ, ਇਹ ਕੁਛ ਖਾਸ ਗੱਲਾਂ ਦੀ ਮੰਗ ਕਰਦੀ ਹੈ ਵੀ ਇਹ ਤੁਹਾਨੂੰ ਗ੍ਰਹਿਸਥੀ ਦੇ ਵਿੱਚ ਭੁੱਲਣਾ ਪਊਗਾ ਜੇ ਤੁਸੀਂ ਰਿਸ਼ਤਿਆਂ ਨੂੰ ਜਿਉਂਦੇ ਰੱਖਣਾ, ਘਰ ਨੂੰ ਸੁਖਾਵਾਂ ਰੱਖਣਾ। ਜੇ ਮੈਂ ਹੁਣ ਉਹਨਾਂ ਗੱਲਾਂ ਨੂੰ ਹੀ ਕਰੀ ਜਾਵਾਂ ਤਾਂ ਮੇਰੇ ਬੱਚੇ 'ਤੇ ਕੀ ਅਸਰ ਪਊਗਾ, ਮੇਰਾ ਬੱਚਾ ਵੀ ਉਹੀ ਕੁਛ ਸਿੱਖੂਗਾ। ਬਾਕੀ ਨਾ ਸਭ ਤੋਂ ਵੱਡੀ ਗੱਲ ਮੈਨੂੰ ਤਾਂ ਇਹ ਲੱਗਦਾ ਹੁੰਦਾ ਕਿ ਜੇ ਮੈਂ ਨੈਗੇਟਿਵ ਗੱਲਾਂ ਕਰੂੰਗੀ ਜਾਂ ਇਸ ਤਰ੍ਹਾਂ ਦੀਆਂ ਗੱਲਾਂ ਕਰੂੰਗੀ ਤਾਂ ਮੇਰੇ ਬੱਚੇ ਦੇ ਮਨ 'ਚੋਂ ਮੇਰੀ ਰਿਸਪੈਕਟ ਖਤਮ ਹੋ ਜਾਊਗੀ। ਹੁਣ ਕਈ ਵਾਰੀ ਮੈਂ ਕਿਸੇ ਰਿਸ਼ਤੇਦਾਰੀ ਦੀ ਵੀ ਗੱਲ ਕਰਦੇ ਆ ਨਾ ਵੀ ਬੇਟੇ ਅਸੀਂ ਉਹ ਫਲਾਨਿਆਂ ਦੇ ਨਹੀਂ ਜਾਣਾਗਾ, ਉਹ ਸਾਡੇ ਨਹੀਂ ਆਏ ਸੀਗੇ, ਤੇ ਮੇਰੇ ਬੇਟੇ ਨੇ ਇੱਕ ਵਾਰੀ ਇੱਕ ਗੱਲ ਕਹੀ, ਕਹਿੰਦਾ ਮੰਮਾ, ਕਹਿੰਦਾ ਆਪਣੀ ਅੱਛਾ ਫਲਾਣੇ ਨਾਲ ਵੀ ਨਹੀਂ ਬਣਦੀ, ਉਹਦੇ ਨਾਲ ਵੀ ਨਹੀਂ ਬਣਦੀ। ਤਾਂ ਮੈਂ ਸੋਚਣ ਲਈ ਮਜਬੂਰ ਹੋ ਗਈ ਵੀ ਮੇਰੇ ਬੱਚੇ ਦੇ ਮਨ 'ਚ ਇਹ ਗੱਲ ਜਾਂਦੀ ਹੈ ਵੀ ਸਾਨੂੰ ਐਡਜਸਟ ਨਹੀਂ ਕਰਨਾ ਆਉਂਦਾ, ਸਾਨੂੰ ਵਰਤਣਾ ਨਹੀਂ ਆਉਂਦਾ ਕਿਸੇ ਦੇ ਨਾਲ ਹੈ ਨਾ। ਤੇ ਪਰ ਸਾਡੀ ਤਾਂ ਕੋਸ਼ਿਸ਼ ਹਮੇਸ਼ਾ ਇਹ ਹੁੰਦੀ ਵੀ ਅਸੀਂ ਚੰਗੇ ਮਾਪੇ ਬਣੀਏ, ਅਸੀਂ ਵੀ ਸਾਡੇ ਐਜ਼ ਅ ਪੇਰੈਂਟਸ ਸਾਡੇ 'ਚ ਕੋਈ ਕਮੀ ਨਾ ਹੋਵੇ, ਵੀ ਸਾਡੇ ਬੱਚੇ ਦੇ ਮਨ 'ਚ ਇਹ ਜਾਵੇ ਵੀ ਮੈਨੂੰ ਮੇਰੇ ਪੇਰੈਂਟਸ ਚੰਗੇ ਨਹੀਂ ਹੈਗੇ। ਤਾਂ ਇਹ ਸੋਚ ਕੇ ਵੀ ਅਸੀਂ ਆਪਦੇ ਆਪ ਨੂੰ ਸੁਧਾਰਨ ਦੀ ਕੋਸ਼ਿਸ਼ ਕਰਦੇ ਰਹਿੰਦੇ ਹਾਂ। ਕੋਈ ਨੈਗੇਟਿਵ ਗੱਲ ਹੋਵੇ ਵੀ, ਕੋਈ ਲੜਾਈ ਝਗੜਾ ਹੋਵੇ ਵੀ, ਬੇਟੇ ਤੱਕ ਨਹੀਂ ਅਸੀਂ ਪਹੁੰਚਣ ਦਿੰਦੇ, ਪਹਿਲਾਂ ਵੀ ਨਹੀਂ ਪਹੁੰਚਣ ਦਿੰਦੇ ਸੀਗੇ ਵੀ ਉਹਨੂੰ ਨਾ ਪਤਾ ਲੱਗ ਜੇ ਲੜੇ ਆ, ਅਸੀਂ ਪਤਾ ਨਹੀਂ ਲੱਗਣ ਦਿੰਦੇ। ਹਾਂਜੀ, ਤਾਂ ਅਸੀਂ ਚੰਗੀਆਂ ਗੱਲਾਂ ਹੀ ਉਹਦੇ ਨਾਲ ਕਰਨੀਆਂ ਵੀ, ਇਹੋ ਜਿਹੇ ਲੜਾਈ ਝਗੜੇ ਵਾਲੀ ਗੱਲ, ਕੋਈ ਨੈਗੇਟਿਵ ਗੱਲ ਕਿਸੇ ਪ੍ਰਤੀ ਜੇ ਕੋਈ ਸ਼ਿਕਵਾ ਹੈਗਾ ਵੀ ਹੈ ਪਰਿਵਾਰ ਦੇ ਵਿੱਚ, ਉਹਦੇ ਤੱਕ ਨਹੀਂ ਪਹੁੰਚਣ ਦੇਈਦਾ ਸੀਗਾ ਵੀ ਕਿਤੇ ਇਹ ਨਾ ਸੋਚੇ ਵੀ ਮੇਰੀ ਦਾਦੀ ਬਾਰੇ ਇਹ ਗੱਲ ਇੰਝ ਕਹਿੰਦੇ ਆ, ਜਾਂ ਮੇਰੇ ਚਾਚਾ ਚਾਚੀ ਬਾਰੇ, ਜਾਂ ਕਿਸੇ ਹੋਰ ਰਿਸ਼ਤੇਦਾਰ ਬਾਰੇ, ਉਹਦੇ ਤੱਕ ਨਹੀਂ ਕਦੇ ਪਹੁੰਚਣ ਦੇਈਦੀਆਂ। ਤੇ ਉਹਦੇ ਤੱਕ ਨਾ ਪਹੁੰਚੇ, ਪਰ ਉਹਦੇ ਕਰਕੇ ਅਸੀਂ ਆਪਦੇ ਆਪ ਨੂੰ ਚੇਂਜ ਕਰਦੇ ਰਹੀਦਾ ਜੀ। ਇਹਨਾਂ ਦੀ ਤਨਖਾਹ ਤੁਸੀਂ ਰੱਖਦੇ ਹੋ ਜਾਂ ਖੁਦ ਰੱਖਦੇ? ਖੁਦ ਹੀ ਰੱਖਦੇ। ਇਹ ਤਾਂ ਸੁਖਾਵ ਦੀ ਤਨਖਾਹ ਵੀ ਮੈਨੂੰ ਦਿੰਦੇ ਆ। ਮੈਨੂੰ ਹਰ ਮਹੀਨੇ ਇਹਨਾਂ ਨੇ ਕਹਿਣਾ ਹੈ ਵੀ ਤੂੰ ਸੂਟ ਬਣਾ ਲਾ, ਤੇ ਪਰ ਕਦੇ ਨਹੀਂ ਕਿਸੇ ਗੱਲ ਤੋਂ, ਜਿਵੇਂ ਪਹਿਲਾਂ ਦੱਸ ਚੁੱਕੀ ਹਾਂ ਵੀ ਕਿਸੇ ਗੱਲ ਤੋਂ ਨਹੀਂ ਇੰਝ ਕਹਿੰਦੇ। ਪੈਸਿਆਂ ਪੱਖੋਂ ਤਾਂ ਬਿਲਕੁਲ ਹੀ ਨਹੀਂ ਨਾ, ਭਾਵੇਂ ਅਸੀਂ ਤੰਗੀਆਂ ਤੁਰਸ਼ੀਆਂ ਵੀ ਦੇਖੀਆਂ, ਚਲੋ ਅੱਜ ਮਾਲਕ ਦੀ ਕਿਰਪਾ ਨਾਲ ਸਾਰਾ ਕੁਝ ਹੈਗਾ। ਸਾਡਾ ਬੇਟਾ ਵੀ ਵੈਲ ਸੈਟਲਡ ਆ, ਉੱਧਰ ਆਪਦਾ ਬਿਜ਼ਨਸ ਆ, ਉਹਦਾ ਬਹੁਤ ਅੱਛਾ ਬਿਜ਼ਨਸ ਹੈ। ਈਵਨ ਕਿ ਉੱਥੋਂ ਦੀ ਜਿਹੜੀ ਪ੍ਰਾਈਮ ਮਿਨਿਸਟਰ ਹੈ ਜੈਸਿੰਡਾ, ਉਹਨਾਂ ਨੇ ਵੀ ਉਹਦੇ ਮਾਲ ਦੇ ਵਿੱਚ ਵਿਜ਼ਿਟ ਕਰਨੀ ਸੀ, ਅਚਾਨਕ ਕਰੋਨਾ ਆ ਗਿਆ ਕਰਕੇ, ਮਤਲਬ ਇੱਥੋਂ ਤੱਕ ਬੇਟਾ ਜਿਹੜਾ ਸਾਡਾ ਸੈੱਟ ਹੈ। ਉਹਦੇ ਕੋਈ ਨਾ ਪੈਸਾ ਕੋਈ ਨਹੀਂ ਮੰਗਾਇਆ ਬਾਹਰ, ਜਿਹੜੀ ਇੱਕ ਦਫਾ ਉਹਦੀ ਫੀਸ ਭਰ ਦਿੱਤੀ ਵਿਚਾਰੇ ਦੀ, ਉਸ ਤੋਂ ਬਾਅਦ ਉਹਨੇ ਇੰਨੀ ਸਟਰਗਲ ਕੀਤੀ ਬਹੁਤ ਜ਼ਿਆਦਾ, ਇੱਥੋਂ ਤਾਈਂ ਹੁਣ ਪਹੁੰਚ ਗਿਆ। ਦੇਖ ਲਓ ਤੁਸੀਂ, ਇਹ ਤੁਹਾਡੇ ਬਿਜ਼ਨਸ 'ਚ ਦਖਲਅੰਦਾਜ਼ੀ ਕਰਾਉਂਦੇ ਹੋ ਇਹਨਾਂ ਤੋਂ ਤੁਸੀਂ? ਨਹੀਂ, ਇਹਨਾਂ ਨੂੰ ਤਾਂ ਮੇਰੇ ਬਿਜ਼ਨਸ ਬਾਰੇ ਪਤਾ ਹੀ ਨਹੀਂ ਹੈ। ਇਹਨਾਂ ਨੇ ਕਦੇ ਮੈਨੂੰ ਨਹੀਂ ਪੁੱਛਿਆ। ਇਹਨਾਂ ਦੀ ਲਾਈਨ ਬਾਰੇ ਤਾਂ ਚਲੋ ਮਾੜਾ ਮੋਟਾ ਪਤਾ ਹੈਗਾ, ਸਾਡੀ ਲਾਈਨ ਬਾਰੇ ਤਾਂ ਬਿਲਕੁਲ ਹੀ ਨਹੀਂ ਪਤਾ ਇਹਨੂੰ। ਅੱਛਾ, ਹਾਂਜੀ, ਪੁੱਛਦੇ ਨਹੀਂ ਵੀ ਇਸ ਸਾਲ ਕਿੰਨੀ ਕਮਾਈ ਹੋਈ ਹੈ? ਨਹੀਂ, ਜੇ ਇਹ ਚੀਜ਼ਾਂ ਪੁੱਛਣ ਲੱਗ ਜਾਂਦੇ ਨੇ ਫਿਰ ਹੁਣ ਤੱਕ ਇੱਥੋਂ ਲੈਵਲ ਤੱਕ ਅਸੀਂ ਨਹੀਂ ਪਹੁੰਚਦੇ ਸੀ। ਹਾਂਜੀ, ਇਹ ਤਾਂ ਦੋਨੋਂ ਮਤਲਬ ਕਿ ਨਾ ਤਾਂ ਛੋਟੇ ਜਿਹੀ ਮਿਸੀ ਨੇ ਪੁੱਛਿਆ ਕਿਤੇ, ਨਾ ਕਿਤੇ ਇਹਨੇ ਪੁੱਛਿਆ ਕਿਤੇ ਕਿੰਨੀ ਕਮਾਉਣੇ, ਕਿੰਨੀ ਕੀ ਇਨਕਮ ਤੁਹਾਡੀ ਹੈਗੀ, ਬਿਲਕੁਲ ਨਹੀਂ ਕਿਤੇ। ਮੈਨੂੰ ਲੱਗਦਾ ਜੇ ਨਾ ਪੁੱਛਣ ਦੇ ਬਾਵਜੂਦ ਹੀ ਅਸੀਂ ਇੱਥੋਂ ਤੱਕ ਹੈਗੇ ਹਾਂ। ਜੇ ਪੁੱਛਦੇ ਹਾਂ ਤਾਂ ਹੁਣ ਨੂੰ ਤਾਂ ਖਤਮ ਹੋ ਜਾਣਾ ਸਾਰਾ ਕੁਝ।
ਜੇ ਅਸੀਂ ਮੈਨੂੰ ਲੱਗਦਾ ਜੇ ਅਸੀਂ ਪੁੱਛ ਵੀ ਲਈਏ ਤਾਂ ਇਹਨਾਂ ਦੋਵਾਂ ਭਰਾਵਾਂ ਦੀ ਇੰਨੀ ਬਣਦੀ ਹੈ ਵੀ ਇਹਨਾਂ ਨੇ ਦੱਸਣਾ ਵੀ ਨਹੀਂਗਾ। ਨਹੀਂ ਵਧੀਆ ਗੱਲ ਹੈ ਜੇ ਮਤਲਬ ਇੰਨੇ ਉਹਨਾਂ ਦੀ ਗੂੜੀ ਸਾਂਝ ਹੈਗੀ ਆ ਨਾ, ਬਹੁਤ ਗੂੜੀ ਸਾਂਝ, ਥੋੜੀ ਜਿਹੀ ਬਹੁਤ ਜ਼ਿਆਦਾ ਹੈ, ਜੋ ਮਰਜ਼ੀ ਕਰੋ। ਹਾਂਜੀ, ਨਹੀਂ ਨਾ ਹੀ ਇਹਨਾਂ ਨੇ ਕਦੇ ਮੇਰੀ ਸੈਲਰੀ ਪੁੱਛੀ ਹੈ ਵੀ ਕਿੰਨੀ ਤਨਖਾਹ ਹੈਗੀ ਹੈ, ਨਾ ਮੈਂ ਇਹਨਾਂ ਨੂੰ ਪੁੱਛਾਂ ਜੀ। ਬਸ ਜਿੰਨਾ ਇਹਨਾਂ ਨੇ ਮੈਨੂੰ ਜੋ ਫੜਾ ਦੇਣ ਬਸ, ਕਦੇ ਕੁਐਸਚਨ ਨਹੀਂ। ਮਤਲਬ ਨਾ ਸੰਤੁਸ਼ਟੀ ਪਤਾ ਨਹੀਂ ਪਰਮਾਤਮਾ ਵੱਲੋਂ, ਮੈਂ ਸ਼ੁਕਰਗੁਜ਼ਾਰ ਹਾਂ ਮਾਲਕ ਦੀ ਇਸ ਗੱਲ ਤੋਂ ਕਿ ਸੰਤੁਸ਼ਟੀ ਦਿੱਤੀ ਹੈ ਉਹਨੇ। ਜਦੋਂ ਮੈਂ 300 ਕਮਾਉਂਦੀ ਸੀਗੀ ਮੈਂ ਉਦੋਂ ਵੀ ਸੰਤੁਸ਼ਟ ਸੀਗੀ ਜੀ, ਇਹ ਵੀ ਸੰਤੁਸ਼ਟ ਸੀ ਆਪਦੀ ਜਿੰਨੀ ਉਦੋਂ ਕਮਾਈ ਹੁੰਦੀ ਸੀਗੀ, ਹੈ ਨਾ। ਤਾਂ ਉਦੋਂ ਵੀ ਸਾਨੂੰ ਐਂ ਲੱਗਦਾ ਸੀ ਸਾਡੇ ਕੋਲੇ ਬਹੁਤ ਹੈ, ਉਦੋਂ ਵੀ ਇੰਝ ਹੀ ਲੱਗਦਾ ਸੀਗਾ। ਤੇ ਜੇ ਅੱਜ ਆ ਤਾਂ ਅੱਜ ਤਾਂ ਚਲੋ ਕੋਈ ਕਮੀ ਨਹੀਂ ਹੈਗੀ। ਉਸ ਸਮੇਂ ਮੈਂ ਕਦੇ ਨਹੀਂ, ਮੇਰੇ ਮੂੰਹੋਂ ਕਿਸੇ ਨੇ ਨਹੀਂ ਕਦੇ ਸੁਣਿਆ ਹੋਊਗਾ ਵੀ ਸਾਨੂੰ ਕਿਸੇ ਗੱਲ ਦੀ ਤੰਗੀ ਹੈ ਜਾਂ ਤਨਖਾਹ ਥੋੜ੍ਹੀ ਹੈ। ਜਾਂ ਹੁਣ ਮੈਂ ਕਦੇ ਸਾਡੇ ਅਧਿਆਪਕਾਂ ਨੂੰ ਵੀ ਦੇਖਦੀ ਹਾਂ ਨਾ ਜੀ, ਜਦੋਂ ਇੰਨੀਆਂ ਸਾਡੀਆਂ ਤਨਖਾਹ ਹੋਣ ਦੇ ਬਾਵਜੂਦ ਵੀ ਜਦੋਂ ਕਹਿ ਦਿੰਦੇ ਸਾਡਾ ਇੱਥੋਂ ਭੱਤਾ ਕੱਟਿਆ ਗਿਆ ਜਾਂ ਇੱਥੋਂ ਕੱਟਿਆ ਗਿਆ, ਤੇ ਮੈਨੂੰ ਚੰਗਾ ਨਹੀਂ ਲੱਗਦਾ। ਮੈਂ ਕਹਿੰਦੀ ਵੀ ਸਭ ਕੁਝ ਦਿੱਤਾ ਹੋਇਆ, ਆਪਾਂ ਉਹਨਾਂ ਬਾਰੇ ਸੋਚੀਏ ਵੀ ਜਿਹੜੇ ਵਿਚਾਰੇ ਇੰਨਾ ਕੰਮ ਕਰਦੇ ਆ ਤੇ ਸ਼ਾਮ ਨੂੰ ਮਸਾਂ 300-400 ਉਹਨਾਂ ਦੇ ਪੱਲੇ ਪੈਂਦਾ, ਤੇ ਅਸੀਂ ਤਾਂ ਉਹਨਾਂ ਦਾ 10ਵਾਂ ਹਿੱਸਾ ਵੀ ਨਹੀਂ ਕਰਦੇ ਹੈਗੇ, ਹੈ ਨਾ। ਸੰਤੁਸ਼ਟ ਸ਼ੁਰੂ ਤੋਂ ਹੀ ਆ ਜੀ। 400-500 ਰੁਪਏ ਬਹੁਤ ਜ਼ਿਆਦਾ ਹੁੰਦਾ ਸੀ। ਹਾਂਜੀ, ਬਹੁਤ, ਜੇ 400-500 ਕਿਤੇ ਆਪਦੇ ਹੱਥ ਲੱਗ ਜਾਣਾ ਨਾ, ਕਹਿੰਦਾ ਨਾ ਬਹੁਤ ਵਧੀਆ ਹੈਗਾ, ਹਰ ਇੱਕ ਚੀਜ਼ ਆ ਜਾਂਦੀ 400-500 ਵਿੱਚ। ਉਦੋਂ ਸਮਾਂ ਵੀ ਕੁਝ ਉਹੋ ਜਿਹਾ ਸੀਗਾ। ਤੁਸੀਂ ਪਹਿਲਾ ਕਪਲ ਸੁਣਿਓ ਜਿਵੇਂ ਜਿਨ੍ਹਾਂ ਨੇ ਕਿਹਾ ਕਿ 400-500 ਰੁਪਏ ਵੀ ਬਹੁਤ ਸੀਗਾ, ਹੈ ਨਾ। ਨਹੀਂ ਤਾਂ ਮਤਲਬ ਜਿਹਨੂੰ ਵੀ ਤੁਸੀਂ ਜਿਹੜੀ ਮਰਜ਼ੀ ਸਟੇਜ ਤੇ ਸੁਣ ਲਓ ਤਾਂ ਉਹ ਕਹੂਗਾ ਵੀ ਖਰਚਾ ਮਸਾਂ ਹੀ ਪੂਰਾ। ਹਾਂਜੀ, ਨਹੀਂ ਸਾਨੂੰ ਤਾਂ ਇਹ ਲੱਗਦਾ ਵਧੀਆ ਹੀ ਸੀਗਾ ਜੀ ਉਦੋਂ। ਬੜੇ ਹੁੰਦੇ ਉਹ 300 ਰੁਪਏ ਲੈ ਕੇ ਆਉਂਦੇ ਸੀ ਇਹ, ਤੇ 100-200 ਚੱਲ ਮੈਂ ਕਮਾ ਲੈਂਦਾ ਸੀਗਾ, ਮਤਲਬ ਕਿ ਹਰ ਡੇਲੀ ਦਾ, ਮਤਲਬ ਕਿ ਉਹਨੇ ਵਿੱਚ ਸਮਾਂ ਇੰਨਾ ਵਧੀਆ ਸੀਗਾ, ਬਹੁਤ ਵਧੀਆ, ਹਰ ਇੱਕ ਚੀਜ਼ ਮਤਲਬ ਘਰ ਆ ਜਾਂਦੀ ਸੀ ਖਾਣ ਪੀਣ ਵਾਲੀ। ਐਂ ਲੱਗਦਾ ਵੀ ਵਧੀਆ ਇੰਜੋਏ ਉਦੋਂ ਕੀਤਾ, ਉਦੋਂ ਬਹੁਤ ਵਧੀਆ ਸੀ। ਹੁਣ ਨਾ, ਪਰ ਹੁਣ ਉਹਨਾਂ ਹੈ ਨਹੀਂ ਗਾ। ਹੁਣ ਇਹ ਵੀ ਹੁਣ ਸਿਹਤ ਉਹਨਾਂ ਸਾਥ ਨਹੀਂ ਦਿੰਦੀ ਗੀ ਜੀ, ਹੁਣ ਸਾਰਾ ਕੁਝ ਖਾਣ ਪੀਣ ਨੂੰ ਤਾਂ ਸਿਹਤ ਨਹੀਂ ਅਲਾਉ ਕਰਦੀ। ਸਾਰਾ ਦਿਨ ਜ਼ਹਿਰ ਖਾਈ ਜਾਂਦੀ ਹੈ ਹੁਣ। ਬਿਲਕੁਲ। ਤੇ ਸਿਹਤ ਫਿਰ ਕਾਹਦੀ। ਬਾਕੀ ਇਹੀ ਜਿਹੜਾ ਸੰਘਰਸ਼ ਚੋਂ ਮੈਂ ਸਾਰਾ ਕੁਝ ਸਿੱਖਿਆ, ਇਹੀ ਮੈਂ ਆਪਦੇ ਅੱਗੇ ਵਿਦਿਆਰਥੀਆਂ ਦੇ ਵਿੱਚ ਪਾ ਰਹੀ ਹਾਂ ਤੇ ਮੇਰੇ ਕੰਮ ਵੀ ਆ ਰਿਹਾ। ਤੇ ਮੈਨੂੰ ਲੱਗਦਾ ਵੀ ਕਦੇ ਵੀ ਇਹ ਨਾ ਸੋਚੋ ਵੀ ਅਸੀਂ ਇੰਨਾ ਸਟਰਗਲ ਕੀਤਾ, ਉਦੋਂ ਬਹੁਤ ਦੁਖੀ ਸੀ ਜੀ, ਅੱਜ ਅਸੀਂ ਸੁਖੀ। ਤੇ ਉਸ ਸੰਘਰਸ਼ ਦੇ ਵਿੱਚ ਮੈਂ ਤਜਰਬੇ ਕਿੰਨੇ ਹਾਸਲ ਕੀਤੇ ਆ, ਉਹ ਤਜਰਬੇ ਅੱਜ ਮੇਰੇ ਕੰਮ ਆ ਰਹੇ ਆ। ਤੁਸੀਂ ਨਿਖਰਦੇ ਕਿੰਨੇ ਹੋ। ਹਾਂਜੀ ਹਾਂਜੀ, ਹਾਂ। ਹੁਣ ਜੇ ਤੁਸੀਂ ਮਤਲਬ ਇੱਕ ਪੌੜੀ ਆ, ਤੁਸੀਂ ਸਿੱਧੇ ਸਿੱਧੇ ਚੜ੍ਹਦੇ ਗਏ, ਕਦੀ ਤੁਹਾਨੂੰ ਠੋਕਰ ਨਹੀਂ ਵੱਜੀ, ਹੈ ਨਾ, ਤੁਹਾਡੇ ਲਈ ਉਹ ਇੱਕ ਆਮ ਚੀਜ਼ ਆ। ਪਰ ਜਿਸ ਕਿਤੇ ਜਾ ਕੇ ਜਿਹੜੇ ਸਟੈਪ ਤੇ ਤੁਹਾਨੂੰ ਠੋਕਰ ਵੱਜਦੀ ਆ, ਅਗਲੀ ਵਾਰ ਤੁਹਾਨੂੰ ਸਮਝ ਆਉਂਦੀ ਹੈ ਕਿ ਇਹ ਤੋਂ ਬਹੁਤ ਇਹਤਿਆਤ ਨਾਲ ਚੜ੍ਹਨਾ, ਹੈ ਨਾ। ਇੱਕ ਸ਼ਬਦ ਆਪਾਂ ਵਰਤਦੇ ਹਾਂ, ਅਸੀਂ ਬਹੁਤ ਦੁੱਖ ਦੇਖੇ, ਹੈ ਨਾ, ਤੇ ਪਰ ਮੈਂ ਕਦੇ ਇਹ ਸ਼ਬਦ ਨਹੀਂ ਵਰਤਿਆ ਵੀ ਅਸੀਂ ਦੁੱਖ ਦੇਖੇ, ਮੈਂ ਕਹਿੰਦੀ ਸੰਘਰਸ਼ ਕੀਤਾ। ਹਾਂਜੀ, ਇਹਨਾਂ ਦੋਹਾਂ ਲਫ਼ਜ਼ਾਂ ਦੇ ਵਿੱਚ ਹੀ ਬਹੁਤ ਫਰਕ ਆ ਜਾਂਦਾ ਹੈ। ਤੁਹਾਡੇ ਰਹਿਣ ਸਹਿਣ 'ਚ, ਤੁਹਾਡੇ ਘੁੰਮਣ ਫਿਰਨ 'ਚ ਕੋਈ ਫਰਕ ਪਿਆ ਇਸ ਸਟੇਜ ਤੇ ਆ ਕੇ, ਕਿ ਪਹਿਲਾਂ ਵੀ ਇਦਾਂ ਹੀ ਇੰਜੋਏ ਕਰਦੇ ਸੀ ਜਾਂਦੇ? ਬਹੁਤ ਜ਼ਿਆਦਾ ਪੈ ਗਏ। ਪਹਿਲਾਂ ਪੂਰਾ ਇੰਜੋਏ ਕਰਦੇ ਸੀ। ਕੋਈ ਇਹੋ ਜਿਹੀ ਥਾਂ ਨਹੀਂ ਜਿੱਥੇ ਅਸੀਂ ਗਏ ਨਾ ਹੋਈਏ। ਅੱਛਾ। A to Z। ਤੇ ਹੁਣ ਨਹੀਂ ਜਾਇਆ ਜਾਂਦਾ। ਕਿੱਥੇ ਕਿੱਥੇ ਘੁਮਾਇਆ ਤੁਸੀਂ ਭੈਣ ਉਹਨਾਂ ਨੂੰ? ਸ਼ਿਮਲਾ ਹੋਇਆ ਜੀ, ਕੁਫਰੀ ਹੋਇਆ, ਜਾਂ ਜਿਸ ਤਰ੍ਹਾਂ ਕੋਈ ਕੁਫਰੀ ਸੀ, ਹਾਂਜੀ, ਆਪਣਾ ਮਨੀਕਰਨ ਸਾਹਿਬ ਵੀ ਜਾਏ, ਕੇਦਾਰਨਾਥ, ਬਦਰੀਨਾਥ, ਹਜੂਰ ਸਾਹਿਬ, ਵੈਸ਼ਨੂ, ਪੰਜੇ ਤਖਤ। ਇੱਕ ਬਿਹਾਰ ਨਹੀਂ ਗਏ, ਇੱਕ ਵੈਸ਼ਨੂ ਗਏ ਸੀ। ਪਟਨਾ ਸਾਹਿਬ ਨਹੀਂ ਗਏ। ਤੁਹਾਨੂੰ ਘਟਨਾ ਸੁਣਾਉਗੀ ਬਾਰੇ ਵਿੱਚ, ਅਸੀਂ ਗਏ ਸੀ ਵੈਸ਼ਨੂ। ਨਹੀਂ ਤੁਸੀਂ ਸੁਣਾਓ ਸਗੋਂ। ਇਹ ਸੁਣਾਓ, ਮੈਨੂੰ ਸਗੋਂ ਜ਼ਿਆਦਾ ਥੋੜਾ ਪਤਾ ਇਸ ਬਾਰੇ। ਹਾਂਜੀ, ਅਸੀਂ ਵੈਸ਼ਨੂ ਗਏ ਸੀ। ਫਿਰ ਸਾਰੇ ਕਹਿਣਗੇ ਕਿ ਰੁਬਿੰਦਰ ਨੇ ਨਹੀਂ ਥੋੜਾ ਜ਼ਿਆਦਾ ਪਤਾ ਨਹੀਂ ਇਹਨਾਂ ਨੂੰ ਜ਼ਿਆਦਾ ਪਤਾ। ਜਦੋਂ ਆਪਣੀ ਪਹਿਲਾਂ ਗੱਲ ਹੋਈ ਸੀ ਨਾ, ਤੇ ਉਦੋਂ ਵੀ ਪੋਸਟਪੋਨ ਮੈਂ ਕਰਤੀ ਸੀ, ਹੈ ਨਾ। ਇਹ ਮੈਨੂੰ ਕਹਿੰਦੇ ਸੀ, ਕਹਿੰਦੇ ਨਹੀਂ ਮੈਂ ਕਦੇ ਕੈਮਰੇ ਅੱਗੇ ਬੋਲਿਆ ਨਹੀਂਗਾ, ਵੀ ਚਲੋ ਤੁਸੀਂ ਤਾਂ ਅਧਿਆਪਨ ਲਾਈਨ ਦੇ ਵਿੱਚੋਂ, ਬਾਕੀ ਚਲੋ ਐਜ਼ ਆ ਰਾਈਟਰ ਵੀ, ਹੈ ਨਾ, ਬੋਲਦੇ ਬਲਦੇ ਕਿਤੇ ਰਹਿੰਦੇ। ਕਹਿੰਦੇ ਮੈਂ ਨਹੀਂ ਬੋਲਣਾ ਗਾ। ਤੇ ਮੈਂ ਇਹਨਾਂ ਨੂੰ ਨਾਲ ਵਾਅਦਾ ਕੀਤਾ ਸੀਗਾ ਵੀ ਨਹੀਂ ਕੋਈ ਗੱਲ ਨਹੀਂ, ਮੈਂ ਦੱਸੀ ਚੱਲੂਗੀ ਵੀ ਨਹੀਂ, ਬਸ ਉਹ ਜਿਵੇਂ ਕਹਿੰਦੇ ਨਾ ਕਿ ਤੂੰ ਬੋਲੀ ਪਾਉਣੀ ਹੈ, ਚੁੱਕ ਮੈਂ ਮੈਂ ਕਿਹਾ ਤੁਸੀਂ ਜਿਹੜਾ ਜਵਾਬ ਨਾ ਦੇਣਾ ਹੋਇਆ ਮੇਰੇ ਵੱਲ ਇਸ਼ਾਰਾ ਕਰ ਦਿਆ ਕਰੋ ਵੀ ਮੈਡਮ ਦੱਸਣਗੇ। ਪਰ ਨਹੀਂ, ਜਦੋਂ ਅਸੀਂ ਨਾ ਵੈਸ਼ਨੂ ਗਏ, ਮਤਲਬ ਕਿ ਕੁਦਰਤੀ ਹੁੰਦਾ ਵੀ ਆਪਾਂ ਸਿੱਖ ਚੀਜ਼ ਨਾਲ ਸੰਬੰਧਿਤ ਹੈਗੇ ਆ। ਅਸੀਂ ਬਿਲਕੁਲ ਨੇੜੇ ਜਾ ਵੜੇ ਮੰਦਿਰ ਦੇ। ਅਸੀਂ ਮੱਥਾ ਟੇਕਣਾ ਸੀ ਉੱਥੇ ਜਾ ਕੇ, ਤੇ ਉੱਥੇ ਸਾਰੇ ਮੋਨੇ, ਮੈਂ ਸਰਕਲਾਂ ਸਰਦਾਰ, ਰਾਤ ਦਾ ਕੋਈ 9:30-10 ਦਾ ਟਾਈਮ, ਤੇ ਇੰਨੀ ਬਰਸਾਤ ਆ ਗਈ ਬਹੁਤ ਜ਼ਿਆਦਾ। ਇਹ ਡਰ ਗਈ। ਇਹ ਕਹਿੰਦੀ ਵੀ ਉਹੀ ਚੀਜ਼ ਇੱਥੇ ਆ ਗਈ ਹੁਣ ਜਿਹੜੀ ਉੱਥੇ ਪਹਿਲਾਂ ਹੋਈ ਸੀ ਆਪਣੇ ਕੀ ਨਾਂ ਹੇਮਕੁੰਟ ਸਾਹਿਬ, ਉਹ ਸਲਾਬ ਜਿਹਨੇ ਅਸੀਂ ਪਿੱਛੇ ਜੀ। ਤੇ ਇੰਨਾ ਪਾਣੀ ਆ ਗਿਆ ਮੈਨੂੰ। ਉਦੋਂ ਰਾਤ ਨੂੰ 12-1 ਵਜੇ ਲੈ ਕੇ ਚੱਲੀ ਉੱਥੇ, ਕਹਿੰਦੀ ਹੁਣ ਨਹੀਂ ਮੱਥਾ ਟੇਕਣਾ, ਕਹਿੰਦੀ ਇੱਥੇ ਬਸ ਚੱਲੋ, ਕਹਿੰਦੀ। ਅਸੀਂ ਰਾਤ ਨੂੰ 12-1 ਵਜੇ ਅਸੀਂ ਉੱਥੇ ਘੋੜਿਆਂ 'ਤੇ ਬੈਠੇ ਜੀ, ਤੇ ਰਾਤ ਨੂੰ 3-4 ਵਜੇ ਸੁਬਾਹ ਅਸੀਂ ਉੱਥੇ ਆ ਗਏ ਉੱਪਰ। ਇੰਨਾ ਡਰ ਗਈ ਉੱਥੇ ਬਹੁਤ ਜ਼ਿਆਦਾ।
ਕਹਿੰਦੀ ਵੀ ਮੱਥਾ ਨਹੀਂ ਕਹਿੰਦੀ ਹੁਣ ਟੇਕਣਾ, ਕਹਿੰਦੀ ਵਾਪਸ ਚੱਲੋਗੇ ਜਲਦੀ ਜਲਦੀ ਕਹਿੰਦੀ। ਹਾਂ ਨਹੀਂ ਗਏ ਕਿ ਸ਼ਰਧਾ ਨਾਲ ਹੀ ਗਏ ਸ਼ਰਧਾ ਨਾਲ ਹੀ ਸੀਗੇ, ਪਰ ਉੱਥੇ ਮਤਲਬ ਉੱਥੇ ਜਾ ਕੇ ਮਤਲਬ ਨਹੀਂ ਮਤਲਬ ਕਿ ਉੱਥੇ ਸਿਹਤ ਨਹੀਂ ਅਲਾਓ ਕੀਤੀ ਗਈ। ਹੌਲੀ ਹੌਲੀ ਨਾ ਜਿਵੇਂ ਉਮਰ ਦੇ ਨਾਲ ਫਰਕ ਪੈਂਦਾ ਜਾਂਦਾ ਹੈ ਨਾ, ਇੰਨੀ ਜ਼ਿਆਦਾ ਉੱਥੇ ਘਬਰਾਹਟ ਹੋਣ ਲੱਗ ਗਈ ਮੈਨੂੰ ਜਦੋਂ ਬਾਰਿਸ਼ ਆਈ। ਤੇ ਫਿਰ ਮੈਂ ਕਿਹਾ ਵੀ ਨਹੀਂ ਆਪਾਂ ਇੱਥੇ ਮਾਫੀ ਮੰਗਦੇ ਆ ਤੇ ਵਾਪਸ ਚੱਲਦੇ ਆ। ਪਰ ਕਹਿਣ ਦਾ ਮਤਲਬ ਵੀ ਹੁਣ ਉਹਨਾਂ ਘੁੰਮਿਆ ਫਿਰਿਆ ਨਹੀਂ ਜਾਂਦਾ ਗਾ, ਪਰ ਹੁਣ ਅਸੀਂ ਜਿਵੇਂ ਹੁਣ ਬੇਟਾ ਗਏ ਨੂੰ 11 ਸਾਲ ਹੋ ਗਏ ਆ ਜੀ, ਅਸੀਂ 11 ਸਾਲਾਂ ਵਿੱਚ ਹਜੇ ਬੇਟੇ ਕੋਲ ਵੀ ਨਹੀਂ ਗਏਗੇ। ਕੁਛ ਤਾਂ ਉਹਦਾ ਕਾਰਨ ਇਹ ਹੈ ਵੀ ਮੈਨੂੰ ਇਹ ਹੈ ਵੀ ਮੇਰੇ ਪਿੱਛੋਂ ਸਟੂਡੈਂਟਸ ਦਾ ਨੁਕਸਾਨ ਹੋਊਗਾ, ਇਸ ਕਰਕੇ ਵੀ ਮੈਂ ਇਹ ਫੈਸਲਾ ਹਲੇ ਨਹੀਂ ਲਿਆਗਾ। ਤੇ ਬਾਕੀ ਹੁਣ ਥੋੜਾ ਜਿਹਾ ਘਟਦਾ ਜਾਂਦਾ ਜੀ ਘੁੰਮਣ ਫਿਰਨ ਦਾ। ਜਿਹੜੇ ਇਕੱਲੇ ਬੱਚੇ ਹੁੰਦੇ ਆ ਨਾ, ਜਿਵੇਂ ਤੁਹਾਡਾ ਤਾਂ ਇੱਕੋ ਹੀ ਬੇਟਾ ਤੇ ਉਹ ਮਾਂ ਪਿਓ ਵੀ ਹੁਣ ਮਤਲਬ ਸਾਰੇ ਰੁਝਾਨ ਹੀ ਬਣ ਗਿਆ ਕਿ ਬੱਚਾ ਜਿੱਥੇ ਜਾ ਕੇ ਆਪਣਾ ਫਿਊਚਰ ਬਣਾਉਣਾ ਚਾਹੁੰਦਾ, ਆਪਾਂ ਮਤਲਬ ਇਹ ਸਾਡੀ ਮਜਬੂਰੀ ਵੀ ਕਹਿ ਲਓ ਜਾਂ ਜ਼ਰੂਰਤ ਵੀ ਕਹਿ ਲਓ ਹੈ ਨਾ, ਅਸੀਂ ਅਲਾਉ ਕਰਦੇ ਹਾਂ। ਤੁਹਾਡੇ ਬੇਟੇ ਨੂੰ ਗਏ ਨੂੰ 10 ਸਾਲ ਹੋ ਗਏ ਨਾ, ਤਾਂ ਹੁਣ ਤੁਸੀਂ ਮਤਲਬ ਦੋਨੋਂ ਲਾਈਫ ਪਾਰਟਨਰ ਉਸ ਸਮੇਂ ਨੂੰ ਕਿਵੇਂ ਬਿਤਾਉਂਦੇ ਹੋ? ਕਿਉਂਕਿ ਘਰ 'ਚ ਆਪਾਂ ਕਹਿੰਦੇ ਬੱਚੇ ਨਾਲ ਹੀ ਰੌਣਕ ਹੁੰਦੀ ਆ ਹੈ ਨਾ, ਤੇ ਬੱਚੇ ਦੇ ਬਾਅਦ ਕਿੰਨਾ ਖਾਲੀਪਣ ਲੱਗਦਾ। ਤਾਂ ਇਸ ਵਕਤ ਫਿਰ ਦੋਵੇਂ ਇੱਕ ਦੂਜੇ ਨੂੰ ਕੀ ਵੱਧ ਸਮਾਂ ਦਿੰਦੇ ਹੋ ਜਾਂ ਜ਼ਿਆਦਾ ਇੱਕ ਦੂਜੇ ਦੇ ਨੇੜੇ ਹੋਏ ਹੋ? ਇਹ ਸਮਾਂ ਤੁਹਾਡਾ 10 ਸਾਲ ਦਾ ਕਿਵੇਂ ਦਾ? ਦੇਖੋ ਜੀ, ਜਿਹੜੇ ਤਾਂ ਉਹ ਮਮਤਾ ਵਾਲੀ ਗੱਲ ਹੁੰਦੀ ਹੈ ਨਾ, ਉਹ ਤਾਂ ਵੱਖਰਾ ਹੀ ਇੱਕ ਥਾਂ ਹੈਗਾ ਹੈ ਨਾ, ਉਹ ਕੋਨਾ ਤਾਂ ਭਰਦਾ ਹੀ ਨਹੀਂ ਹੁੰਦਾ ਗਾ, ਉਹ ਕਮੀ ਤਵੇਂ ਭਰਦੀ ਨਹੀਂ। ਤੇ ਬਾਕੀ ਮੈਂ ਥੋੜਾ ਜਿਹਾ ਲੇਖਣੀ ਵਾਲੇ ਪਾਸੇ ਵੀ ਰੁੱਝੀ ਹੋਈ ਆ। ਮੇਰੇ ਤੁਸੀਂ ਲਾਇਬ੍ਰੇਰੀ ਦੇਖ ਹੀ ਰਹੋ, ਘਰ ਦੇ ਵਿੱਚ ਲਾਇਬ੍ਰੇਰੀ ਬਣੀ ਹੋਈ ਆ। ਹਾਂਜੀ, ਬਾਕੀ ਮੇਰੇ ਸਕੂਲ ਦੇ ਕੰਮ ਬਹੁਤ ਹੁੰਦੇ ਆ ਤੇ ਮੈਂ ਆਪਦਾ ਸਕੂਲ ਦਾ ਵੀ ਕੰਮ ਕੋਈ ਵੀ ਪੈਂਡਿੰਗ ਨਹੀਂ ਰੱਖਦੀ ਗੀ, ਉਹ ਘਰ ਆ ਕੇ ਕਰਦੀ ਰਹਿੰਦੀ ਆ। ਉਸ ਤੋਂ ਬਾਅਦ ਸ਼ਾਮ ਨੂੰ ਫਿਰ ਮੈਂ ਆਪਦੀ ਲਾਇਬ੍ਰੇਰੀ 'ਚ ਬੈਠਦੀ ਹਾਂ, ਕੋਈ ਨਾ ਕੋਈ ਕਿਤਾਬ ਲਿਖਣੀ। ਹੁਣ ਮੈਂ ਅੱਜ ਕੱਲ੍ਹ ਫਰੀਦਕੋਟ ਜ਼ਿਲ੍ਹੇ ਦੇ ਪਿੰਡਾਂ ਦਾ ਇਤਿਹਾਸ ਲਿਖਣਾ ਸ਼ੁਰੂ ਕੀਤਾ ਹੋਇਆ, ਤਾਂ ਇਸ ਤਰ੍ਹਾਂ ਮੈਂ ਆਪਦੀ ਲਿਖਣੀ ਵਾਲੇ ਪਾਸੇ ਲੱਗੀ ਰਹਿੰਦੀ ਹਾਂ। ਇਹਨਾਂ ਦਾ ਦੁਕਾਨਦਾਰੀ ਦਾ ਕੰਮ ਹੈ ਜੀ, ਇਹ ਤਾਂ ਸੁਬਾਹ ਜਾਂਦੇ ਆ 6 ਵਜੇ, ਰਾਤ ਨੂੰ 10 10:30 ਵੱਜ ਜਾਂਦੇ ਆ। ਤਾਂ ਮਤਲਬ ਜਹਾਂ ਜਾਈਏ ਤਾਂ ਸੁਹੇਲੇ ਹੈ ਨਾ, ਵੀ ਜਿਹੜਾ ਵੀ ਜਿੱਥੇ ਵੀ ਤੁਸੀਂ ਰਹਿੰਦੇ ਹੋ ਖੁਸ਼ ਰਹੋ, ਜੋ ਤੁਹਾਨੂੰ ਪਰਮਾਤਮਾ ਨੇ ਜ਼ਿੰਦਗੀ ਬਖਸ਼ੀ ਹੋਈ ਹੈ। ਉਹ ਆ ਜਾਂਦੇ ਆ। ਹਾਂਜੀ, ਸਾਡੀ ਜੁਆਇੰਟ ਫੈਮਿਲੀ ਹੈ। ਜਾਂ ਮੇਰੇ ਕੋਲ ਦੁਕਾਨ ਤੇ ਬੈਠ ਗਏ, ਉਹ ਭਤੀਜਾ ਮੇਰਾ ਸਾਰਾ ਦਿਨ ਮੇਰੇ ਕੋਲ ਰਹਿੰਦਾ, ਸਾਰਾ ਦਿਨ ਹੀ ਉਹ। ਤਾਂ ਉਸ ਨਾਲ ਮੇਰਾ ਸਮਾਂ ਸਾਰਾ ਦਿਨ ਮਤਲਬ ਕਿ ਬੀਤ ਜਾਂਦਾ ਹੈਗਾ। ਉਹਨੇ ਹੁਣ ਆ ਜਾਣਾ 4 ਵਜੇ ਜਾਂ 3 ਵਜੇ ਉਹਨੇ ਆ ਜਾਣਾ ਜੀ, ਤੇ ਉਦੋਂ ਬਾਅਦ ਮੇਰੇ ਕੋਲ ਬੈਠਾ ਰਹਿਣਾ ਉਹਨੇ ਬਸ। ਜੇ ਮਾਰਕੀਟ ਜਾਣਾ ਉਹਨੇ ਮੇਰੇ ਨਾਲ ਜਾਣਾ, ਕੋਈ ਵੀ ਕੰਮ ਕਰਨਾ ਮੇਰੇ ਨਾਲ ਹੀ ਜਾਣਾ ਬਸ ਉਹਨੇ। ਕੰਪਲੇਨ ਨਹੀਂ ਕਰਦੇ ਤੁਸੀਂ ਇੱਕ ਦੂਜੇ ਨੂੰ? ਵੀ ਤੁਹਾਨੂੰ ਨਹੀਂ ਕੰਪਲੇਨ ਹੁੰਦੀ ਵੀ 6 ਵਜੇ ਚਲੇ ਜਾਂਦੇ ਹੋ ਤੁਸੀਂ 10 ਵਜੇ ਆਉਂਦੇ ਹੋ ਨਾ? ਇਹਨਾਂ ਨੂੰ ਨਹੀਂ ਹੁੰਦੀ ਵੀ ਜਦੋਂ ਆਉਣਾ ਤੂੰ ਜਾਂ ਕਿਤਾਬ ਹੁੰਦੀ ਹੈ ਤੇਰੇ ਹੱਥ 'ਚ ਜਾਂ ਸਕੂਲ? ਆਹੀ ਤਾਂ ਅੰਡਰਸਟੈਂਡਿੰਗ ਹੈ ਜੀ, ਹੈ ਨਾ, ਆਹੀ ਅੰਡਰਸਟੈਂਡਿੰਗ ਹੈ। ਜਦੋਂ ਇਹਨਾਂ ਨੂੰ ਪਤਾ ਹੈ ਕਿ ਇਹ ਇਹਦਾ ਸ਼ੌਂਕ ਹੈ ਜਾਂ ਇਹ ਆਪਦਾ ਕਿ ਸਕੂਲ ਦਾ ਕੰਮ ਕਰ ਰਹੀ ਹੈ, ਇਹ ਕਿਸੇ ਗੱਲ ਤੋਂ ਮੈਨੂੰ ਨਹੀਂ ਵੇਖ ਕੇ ਇਸ ਤਰ੍ਹਾਂ ਨਹੀਂ ਖਿੱਚਦੇਗੇ, ਤੇ ਮੈਨੂੰ ਵੀ ਪਤਾ ਵੀ ਇਹਨਾਂ ਦੀ ਦੁਕਾਨਦਾਰੀ ਹੈ, ਇਹਨਾਂ ਦੀ ਮਜਬੂਰੀ ਹੈ। ਹਾਂ, ਫਿਰ ਨਹੀਂ ਇਹੋ ਜਿਹੀਆਂ ਜਿਹੜੀਆਂ ਸਮੱਸਿਆਵਾਂ। ਹਾਂਜੀ, ਤੇ ਅਗਲੇ ਨੂੰ ਸਮਝੋ, ਅਗਲੇ ਦੀ ਭਾਵਨਾਵਾਂ ਨੂੰ ਸਮਝੋ, ਮਜਬੂਰੀ ਸਮਝੋ। ਤੇ ਕਦੇ ਕਦੇ ਜਦੋਂ ਕਿਤੇ ਮਾੜੀ ਮੋਟੀ ਪੀ ਵੀ ਲੈਂਦੇ ਆ ਹੈ ਨਾ, ਫਿਰ ਹੁਣ ਮੇਰੀ ਪਸੰਦ ਦਾ ਮੁੱਦਾ ਛੇੜਿਆ ਵੀ ਜਿਹੜੇ ਮਤਲਬ ਨਾ ਬਹੁਤ ਸੱਚੀ ਕੁੜੀਆਂ ਨੂੰ ਇਹ ਕੰਪਲੇਨ ਹੁੰਦੀ ਹੈ ਵੀ ਮੈਂ ਨਾ ਪੀਣ ਵਾਲਾ ਘਰ ਵਾਲਾ ਨਹੀਂ ਸੀ ਚਾਹੁੰਦੀ, ਪਰ ਵਿਆਹ ਤੋਂ ਬਾਅਦ ਮਤਲਬ ਕਹਿੰਦੇ ਵੀ ਜਿਹੜੀ ਚੀਜ਼ ਨੂੰ ਨਫ਼ਰਤ ਕਰੋ ਉਹੀ ਮਿਲਦਾ ਨਾ, ਕੁੜੀਆਂ ਇਹ ਗੱਲ ਕਹਿੰਦੀਆਂ ਹੁੰਦੀਆਂ ਨੇ। ਤੇ ਫਿਰ ਨਫ਼ਰਤ ਨਹੀਂ ਕਰਦੀ ਸੀ ਸ਼ੁਰੂ ਤੋਂ? ਨਹੀਂ, ਨਫ਼ਰਤ ਨਹੀਂ ਕਰਦੀ। ਹਾਂਜੀ, ਇਹ ਮੀਟ ਖਾਂਦੇ ਸੀਗੇ ਤੇ ਸਾਡੇ ਡੈਡੀ ਜੀ ਵੀ, ਸਾਰਾ ਪਰਿਵਾਰ ਹੀ ਖਾਂਦਾ ਸੀਗਾ। ਪਰ ਸਾਡਾ ਉਧਰਲਾ ਪਰਿਵਾਰ, ਜਿਵੇਂ ਤੁਹਾਨੂੰ ਦੱਸਿਆ ਵੀ ਅਸੀਂ ਤਾਂ ਕਾਫੀ ਸਮਾਂ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਰਹੇ ਹਾਂ। ਮੇਰੇ ਡੈਡੀ ਗ੍ਰੰਥੀ ਸੀਗੇ, ਸਾਡੇ ਪਿੰਡ ਦੇ ਵਿੱਚ ਉਹ ਗ੍ਰੰਥੀ ਚਲੇ ਗਏ ਸੀ ਅਚਾਨਕ, ਤੇ ਉਹ ਪਿੰਡ ਵਾਲੇ ਕਹਿਣ ਲੱਗੇ ਜੀ, ਕਹਿੰਦੇ ਕਿ ਤੁਸੀਂ ਵੀ ਥੋੜਾ ਸਮਾਂ ਸੰਭਾਲੋ ਸੇਵਾ। ਅਸੀਂ ਗੁਰਦੁਆਰਾ ਮੁਕਤਸਰ ਸਾਹਿਬ ਵੀ ਰਹੇ ਹਾਂ ਜੀ, ਤਾਂ ਫਿਰ ਅਸੀਂ ਇਹਨਾਂ ਚੀਜ਼ਾਂ ਮੀਟ ਤੋਂ ਦੂਰ ਸੀ। ਪਰ ਮੇਰੇ ਮੰਮੀ ਨੇ ਗੱਲ ਸਮਝਾਤੀ ਸੀ ਕਿ ਵੀ ਐਵੇਂ ਨਖਰੇ ਜੇ ਨਾ ਕਰੀ ਜਾਇਆ ਕਰੀ, ਵੀ ਇਸ ਤੋਂ ਹੱਥ ਨਹੀਂ ਲਾਉਣਾ ਗਾ। ਇਹੋ ਜਿਹੇ ਪਰਿਵਾਰ ਨਾ ਅਸੀਂ ਉੱਜੜਦੇ ਵੀ ਦੇਖੇ ਆ, ਜਿਹੜੇ ਕਹਿ ਦਿੰਦੇ ਵੀ ਸਾਡੇ ਘਰ ਦੇ ਵਿੱਚ ਤਾਂ ਮੀਟ ਨੂੰ ਹੱਥ ਵੀ ਨਹੀਂ ਲਾਉਣਾ ਗਾ, ਹੈ ਨਾ। ਇੱਕ ਸਾਡੇ ਇੱਥੇ ਨੇੜੇ ਹੀ ਘਰ ਹੈ, ਉਹ ਨਾ ਪੰਡਤ ਨੇ, ਉਹ ਪੰਡਤ ਆਪ ਤਾਂ ਸਾਰਾ ਕੁਝ ਖਾ ਲੈਂਦਾ, ਪਰ ਉਹਦੇ ਘਰ ਵਾਲੀ ਮਤਲਬ ਇਹਨਾਂ ਚੀਜ਼ਾਂ ਤੋਂ ਬਹੁਤ ਦੂਰ ਹੈ। ਉਹ ਕਦੇ ਤੇਲ ਦੀ ਬੋਤਲ ਨੂੰ ਵੀ ਹੱਥ ਲੱਗ ਜਾਂਦਾ ਨਾ ਉਹਦਾ, ਇਸ ਗੱਲ ਤੇ ਵੀ ਉਹ ਲੜਾਈ ਪਾ ਲੈਂਦੇ ਸੀਗੇ ਵੀ ਤੁਸੀਂ ਮੀਟ ਖਾ ਕੇ ਜਾਂ ਸ਼ਰਾਬ ਪੀ ਕੇ ਤੇਲ ਦੀ ਬੋਤਲ ਨੂੰ ਮੇਰੀ ਨੂੰ ਕਿਉਂ ਹੱਥ ਲਾਤਾ, ਵੀ ਮੈਂ ਤਾਂ ਇਹ ਤੇਲ ਵਰਤਣਾ ਨਹੀਂ ਗਾ, ਹੈ ਨਾ। ਪਰ ਮੇਰੀ ਮੰਮੀ ਨੇ ਇਹ ਗੱਲਾਂ ਸਾਰੀਆਂ ਸਮਝਾਈਆਂ ਹੋਈਆਂ ਸੀਗੀਆਂ ਵੀ ਉਹਨਾਂ ਨੂੰ ਤਿਆਰ ਕਰਦੇ ਸਾਰਾ ਕੁਛ, ਤੇ ਪਰ ਜੇ ਤੂੰ ਨਹੀਂ ਖਾਣਾ ਤਾਂ ਪਰ ਉਹਨਾਂ ਨੂੰ ਨਾ ਰੋਕੀ ਟੋਕੀ। ਹੁਣ ਜਿਵੇਂ ਇਹ ਆਪਣੇ ਸਾਡੇ ਇਹ ਮਟੀਆਂ ਨੂੰ ਆਪਦੇ ਕੁਝ ਬਾਬਾ ਜੀ ਨੂੰ ਮਟੀਆਂ 'ਤੇ ਲੱਸੀ ਪਾਉਂਦੇ ਸੀਗੇ, ਹੈ ਨਾ। ਤੇ ਇਸ ਸਮੇਂ ਤੱਕ ਆ ਕੇ ਮਤਲਬ ਸਾਡੀ ਸੋਚ ਬਦਲ ਗਈ ਸੀਗੀ, ਅਸੀਂ ਮਟੀਆਂ ਵਗੈਰਾ ਦਾ ਖੜਾ ਛੱਡਤਾ ਸੀਗਾ। ਪਰ ਇਹ ਮੰਨਦੇ ਸੀਗੇ, ਤੇ ਮੈਂ ਕਦੇ ਇਹ ਨਹੀਂ ਕਿਹਾ ਸੀਗਾ ਵੀ ਮੈਂ ਨਹੀਂ
ਲੱਸੀ ਨਹੀਂ ਪਾਉਣੀ ਜਾਂ ਤੁਹਾਨੂੰ 5 ਕਾਪੜੀ ਜੋ ਤੁਸੀਂ ਦਿੰਦੇ ਆ ਮੈਂ ਨਹੀਂ ਵਿਸ਼ਵਾਸ ਕਰਦੀ, ਨਹੀਂ ਮੈਂ ਕਦੇ ਨਹੀਂ ਇਸ ਤਰ੍ਹਾਂ ਕਿਹਾ ਸੀ। ਇਹਨਾਂ ਦੀਆਂ ਭਾਵਨਾਵਾਂ ਹੌਲੀ ਹੌਲੀ ਸਮਾਂ ਪਾ ਕੇ ਜਦੋਂ ਇਹਨਾਂ ਨੂੰ ਗੱਲ ਦੀ ਸਮਝ ਆ ਗਈ ਵੀ ਇਹਨਾਂ ਚੀਜ਼ਾਂ 'ਚ ਕੁਝ ਨਹੀਂ ਰੱਖਿਆ, ਆਪੇ ਗੁਰੂ ਵਾਲੇ ਪਾਸੇ ਲੱਗ ਜਾਣਗੇ। ਤੇ ਪਰ ਜੇ ਮੈਂ ਇਹਨਾਂ ਨਾਲ ਉਹ ਲੜਾਈ ਝਗੜਾ ਕਰਦੀ ਵੀ ਮੈਂ ਨਹੀਂ ਇੱਦਾਂ ਕਰਨਾ, ਅਸੀਂ ਨਹੀਂ ਮੰਨਦੇਗੇ ਜਾਂ ਮੈਂ ਨਹੀਂ ਮੀਟ ਬਣਾ ਕੇ ਦੇਣਾ, ਮੈਂ ਇਹਨਾਂ ਨੂੰ ਸਾਰਾ ਮਸਾਲਾ ਤਿਆਰ ਕਰ ਦੇਣਾ। ਤੇ ਇਹਨਾਂ ਨੇ ਕਦੇ ਮੈਨੂੰ ਨਹੀਂ ਕਿਹਾ ਸੀਗਾ ਵੀ ਮੀਟ ਵੀ ਤੂੰ ਬਣਾ, ਕਿਉਂਕਿ ਮੈਨੂੰ ਉਹ ਵੇਖ ਕੇ ਚੰਗਾ ਨਹੀਂ ਲੱਗਦਾ ਸੀਗਾ। ਮੀਟ ਇਹਨਾਂ ਨੇ ਆਪ ਬਣਾ ਲੈਣਾ, ਮੈਂ ਮਸਾਲਾ ਭੁੰਨ ਕੇ ਰੱਖ ਦੇਣਾ, ਬਾਅਦ 'ਚ ਭਾਂਡੇ ਭੁੰਡੇ ਮੈਂ ਧੋ ਦਿੰਦੀ ਸੀ। ਹੁਣ ਪਰ ਸਾਰਾ ਕੁਝ ਖਤਮ ਹੋ ਗਿਆ ਨਹੀਂ, ਹੁਣ ਖਤਮ ਹੀ ਹੋ ਗਿਆ। ਹੁਣ ਬਿਲਕੁਲ ਮੈਂ ਬਣਾਵਾਂ ਕਿੱਥੇ ਹੁਣ, ਮੀਟ ਖਾਂਦੇ ਨਹੀਂ ਗਏ ਹੁਣ ਖਾਣਾ ਛੱਡ ਗਏ, ਬਸ ਡਰਿੰਕ ਕਦੇ ਕਦੇ ਹੀ ਇੱਕ ਦਫਾ ਮੈਂ ਬਣਾਇਆ ਜੀ, ਥੋੜਾ ਟਾਈਮ ਹੋ ਗਿਆ, ਸਾਲਕ ਦੀ ਗੱਲ ਆ ਜੀ। ਤੇ ਉੱਪਰ ਤਾਂ ਬਣਾਇਆ ਜੀ, ਤਾਂ ਰਸੋਈ ਬਣੀ ਸਾਡੇ, ਬੇਟਾ ਆਉਂਦਾ ਫਿਰ ਉਹ ਤਾਂ ਵਾਧੂ ਖਾਂਦਾ ਪੀਂਦਾ, ਮਤਲਬ ਕਿ ਉੱਪਰ ਬਣਾ ਰੱਖੀ ਉਹਦੇ ਵਾਸਤੇ। ਤੇ ਉਹ ਨਾ ਗੈਸ ਕਿਤੇ ਪਾਈਪ ਲੀਕ ਸੀਗੀ, ਉਧਰ ਮੈਂ ਪਤੀਲਾ ਚੜਿਆ, ਉਹ ਜਦੋਂ ਮੈਂ ਅੱਗ ਲਾਈ ਉਹ ਸਾਰੀ ਉਹਦੇ ਵਿੱਚ ਪੈ ਗਈ ਸੀ ਪਤੀਲੇ ਦੇ। ਤੇ ਜਲਦੀ ਸਗੋਂ ਮੈਂ ਉਹ ਸਿਲੰਡਰ ਬੰਦ ਕੀਤਾ। ਉਦੋਂ ਬਾਅਦ ਮੈਨੂੰ ਨਫ਼ਰਤ ਪੈ ਗਈ ਬਸ ਵੀ ਖਾਣਾ ਤਾਂ ਵੀ 2 ਚਮਚੇ ਹੈਗਾ, ਤੇ ਮਨਾ ਕਿਉਂ ਤੂੰ ਇਹ ਕੰਮ ਕਰਦਾ ਹੈਗਾ। ਉਦੋਂ ਛੱਡ ਦਿੱਤਾ ਬਸ। ਜੇ ਕੋਈ ਖਾਣਾ ਮਾੜਾ ਮੋਟਾ ਬਾਜ਼ਾਰੋਂ ਲੈਂਦੇ ਨੂੰ, ਹੁਣ ਤਾਂ ਬਿਲਕੁਲ ਛੱਡ ਦਿੱਤਾ ਹੁਣ। ਇਹ ਤਬਦੀਲੀ ਹੌਲੀ ਹੌਲੀ ਆਉਂਦੀ ਹੈ, ਇੱਕ ਦਿਨ 'ਚ ਨਹੀਂ, ਕਿਸੇ ਬੰਦੇ 'ਚ ਵੀ ਆ ਸਕਦੇ ਹੈ ਨਾ। ਵੀ ਆਪਾਂ ਅੱਜ ਮੈਂ ਐਵੇਂ ਦੀਆਂ, ਤੁਸੀਂ ਮੈਨੂੰ ਆ ਕੇ ਅਗਲੇ ਘੰਟੇ ਕਹਿ ਦੋ ਵੀ ਤੁਸੀਂ ਹੁਣ ਟੋਟਲੀ ਬਦਲ ਜਾਓ ਜਾਂ 50% ਵੀ ਬਦਲ ਜਾਓ, ਮੈਂ ਨਹੀਂ ਬਦਲ ਇੱਕਦਮ ਨਹੀਂ ਬਦਲਿਆ ਜਾਂਦਾ ਹੁੰਦਾ, ਇੱਕਦਮ ਨਹੀਂ। ਬਾਕੀ ਜੇ ਸਮਝਣਾ ਚਾਹੀਦਾ ਸਭ ਉਸ ਚੀਜ਼ ਨੂੰ। ਲਿਖਣ ਦੀ ਵੀ ਗੱਲ ਕਰਾਂ ਨਾ, ਤਾਂ ਮੈਨੂੰ ਲੱਗਦਾ ਵੀ ਸਾਡੇ ਰਿਸ਼ਤੇਦਾਰੀ ਦੇ ਵਿੱਚੋਂ ਸ਼ਾਇਦ ਮੈਂ ਹੀ ਆ ਪਹਿਲੀ ਕੁੜੀ ਆ ਜਿਹੜੀ ਇਸ ਪਾਸੇ ਲੱਗੀ ਆ। ਮੇਰੀਆਂ 2 ਕਿਤਾਬਾਂ ਛਪ ਚੁੱਕੀਆਂ ਨੇ, ਇੱਕ ਸੋਚ ਧਾਰਾ ਤੇ ਸ਼ਬਦ ਵਣਜਾਰੇ। ਤੇ ਜੇ ਮੈਂ ਆਪਦੇ ਪਰਿਵਾਰ ਨੂੰ ਆਏ ਨਹੀਂ ਗਾ ਵੀ ਬਹੁਤ ਜ਼ਿਆਦਾ ਲੀਨੀਅਟ ਸੀਗਾ, ਡੈਡੀ ਜੀ ਕਾਫੀ ਇਹਨਾਂ ਗੱਲਾਂ 'ਚ ਕੱਟੜ ਵੀ ਸੀਗੇ ਹੈ ਨਾ, ਵੀ ਇੰਜ ਨਹੀਂ ਕਰਨਾ, ਕਿਸੇ ਦੇ ਘਰੇ ਜਾਣਾ ਬਿਲਕੁਲ ਪਸੰਦ ਨਹੀਂ ਸੀ ਉਹਨਾਂ ਨੂੰ। ਵੀ ਮੈਂ ਡਿਊਟੀ 'ਤੇ ਗਈ ਹਾਂ ਅਤੇ ਰਸਤੇ ਦੇ ਵਿੱਚ ਆਉਂਦੀ ਕਿਸੇ ਦੇ ਘਰੇ ਚਲੀ ਜਾਵਾਂ, ਜਾਂ ਮੈਂ ਇਕੱਲੀ ਬਾਜ਼ਾਰ ਦੇ ਵਿੱਚ ਜਾਵਾਂ ਹੈ ਨਾ, ਕਈ ਗੱਲਾਂ ਤੋਂ ਬਹੁਤ ਸਖਤ ਵੀ ਸੀਗੇ ਉਹ। ਪਰ ਹੌਲੀ ਹੌਲੀ ਕਰਕੇ ਨਾ, ਮਤਲਬ ਜਿੱਥੇ ਤੁਹਾਨੂੰ ਲੱਗਦਾ ਵੀ ਇੱਥੇ ਪਰਿਵਾਰ ਦੀ ਸੋਚ ਬਦਲਣ ਵਾਲੀ ਆ, ਬਾਗੀ ਹੋਊਗੇ ਤਾਂ ਕੁਛ ਵੀ ਨਹੀਂ ਹੋਣਾ, ਬਾਗੀ ਹੋ ਕੇ ਅਸੀਂ ਕਿੰਨੀ ਕੁ ਅੱਗੇ ਚਲੇ ਜਾਵਾਂਗੇ ਹੈ ਨਾ। ਤਾਂ ਹੌਲੀ ਹੌਲੀ ਕਰਕੇ ਸੋਚ ਬਦਲਦੇ ਜਾਓ। ਤੇ ਉਹੀ ਪਰਿਵਾਰ ਹੈ ਜਿਹੜੀਆਂ, ਮੈਨੂੰ ਯਾਦ ਆ ਵੀ ਇੱਕ ਵਾਰੀ ਨਾ ਮੈਨੂੰ ਸਾੜੀ ਦਾ ਸ਼ੌਂਕ ਜਿਹਾ ਉੱਠਿਆ ਵੀ ਮੈਂ ਸਾੜੀ ਪਾਉਣੀ ਆ। ਮੈਂ ਕਿਸੇ ਆਪਦੀ ਸਹੇਲੀ ਤੋਂ ਸਾੜੀ ਲਈ ਤੇ ਗੁਆਂਢੀਆਂ ਤੋਂ ਬਣਾ ਲਈ। ਤੇ ਜਦੋਂ ਸਾਡੇ ਡੈਡੀ ਜੀ ਨੂੰ ਪਤਾ ਲੱਗਿਆ, ਉਦੋਂ ਹੈ ਨਹੀਂ ਸੀ, ਜਦੋਂ ਡੈਡੀ ਜੀ ਨੂੰ ਪਤਾ ਲੱਗਿਆ ਵੀ ਪਰਮਜੀਤ ਸਾੜੀ ਬੰਨ੍ਹ ਕੇ ਕਿਸੇ ਰਿਸ਼ਤੇਦਾਰੀ 'ਚ ਗਏ ਆ ਦੋਨੋਂ, ਤਾਂ ਮਤਲਬ ਬਹੁਤ ਜ਼ਿਆਦਾ ਗੁੱਸੇ ਹੋਏ ਸੀਗੇ ਵੀ ਆਪਣੇ ਕਲਚਰ ਦੇ ਵਿੱਚ ਹੀ ਨਹੀਂ ਗਿਆ, ਫਿਰ ਤੁਸੀਂ ਕਿਸੇ ਤੋਂ ਲਈ, ਫਿਰ ਕਿਸੇ ਤੋਂ ਬਣਵਾਈ। ਤੇ ਪਰ ਅੱਜ ਸਾਡੇ ਹੁਣ ਜਿਵੇਂ ਬੱਚੇ ਆ, ਹੁਣ ਬੇਟੀ ਆ, ਮਾਡਰਨ ਡਰੈਸਿਸ ਪਹਿਨਦੀਆਂ, ਹੌਲੀ ਹੌਲੀ ਪਰਿਵਾਰ ਦੀ ਸੋਚ ਦੇ ਵਿੱਚ ਫਰਕ ਪੈ ਗਿਆ। ਹਾਂਜੀ। ਤੇ ਪਰ ਜੋ ਉਹਨਾਂ ਨੂੰ ਪਸੰਦ ਨਹੀਂ ਸੀ, ਮੈਂ ਨਹੀਂ ਕਰਦੀ ਸੀ, ਮੈਂ ਛੱਡ ਗਈ ਹੌਲੀ ਹੌਲੀ। ਇੱਕ ਚੀਜ਼ ਮੈਂ ਇਹੀ ਅਗਲੀ ਕਹਿਣਾ ਚਾਹੁੰਦੀ ਸੀ ਤੁਹਾਨੂੰ, ਜਿਵੇਂ ਅਸੀਂ ਕੱਲ੍ਹ ਹੀ ਨਾ ਇੱਕ ਪ੍ਰੋਗਰਾਮ ਕੀਤਾ, ਇਸੇ ਚੀਜ਼ 'ਤੇ ਕੀਤਾ ਕਿ ਸਾਨੂੰ ਕਿਸੇ ਨੇ ਮਤਲਬ ਮੈਸੇਜ ਭੇਜਿਆ ਕਿ ਤੁਸੀਂ ਇਸ ਚੀਜ਼ 'ਤੇ ਕਰੋ ਕਿ ਜਦੋਂ ਕੁੜੀ ਕਿਸੇ ਘਰ ਵਿਆਹ ਕੇ ਜਾਂਦੀ ਆ ਤਾਂ ਉਹ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਨਾ ਉਹਦੇ ਪੇਕੇ ਪਰਿਵਾਰ ਹੁੰਦੀਆਂ ਨੇ, ਉਹੀ ਆ ਕੇ ਸਹੁਰੇ ਪਰਿਵਾਰ 'ਚ ਕਰਨ ਲੱਗ ਜਾਂਦੀ ਆ। ਜਿਵੇਂ ਤੁਸੀਂ ਕਿਹਾ ਵੀ ਜੇ ਮੇਰੇ ਪੇਕੇ ਪਰਿਵਾਰ 'ਚ ਕੋਈ ਵੀ ਮਤਲਬ ਹੈ ਨਾ ਨੌਨ ਵੈਜ ਨਹੀਂ ਖਾਂਦਾ ਸੀ, ਤਾਂ ਮੈਂ ਸਹੁਰੇ ਆ ਕੇ ਇਹ ਨਹੀਂ ਕਿਹਾ ਵੀ ਮੈਂ ਨਹੀਂ ਬਣਾਉਂਗੀ ਜਾਂ ਮੈਂ ਹੱਥ ਨਹੀਂ ਲਾਉਂਗੀ ਹੈ ਨਾ। ਤਾਂ ਬਹੁਤ ਸਾਰੀਆਂ ਕੁੜੀਆਂ ਕਹਿਣਗੀਆਂ ਵੀ ਨਹੀਂ ਮੈਂ ਇਹ ਕੰਮ ਨਹੀਂ ਕਰੂੰਗੀ, ਤੁਹਾਡੇ ਪਰਿਵਾਰ 'ਚ ਹੁੰਦਾ ਤਾਂ ਤੁਸੀਂ ਕਰੋ, ਮੈਂ ਨਹੀਂ ਕਰੂੰਗੀ। ਜੇ ਮੈਨੂੰ ਰਿਸ਼ਤੇਦਾਰੀਆਂ 'ਚ ਨਹੀਂ ਜਾਣਾ ਪਸੰਦ, ਤੁਹਾਨੂੰ ਪਸੰਦ ਆ ਤੁਸੀਂ ਜਾਓ, ਪਰ ਮੈਂ ਨਹੀਂ ਜਾਊਂਗੀ ਹੈ ਨਾ। ਜਿਵੇਂ ਤੁਸੀਂ ਕਿਹਾ ਵੀ ਇਹਨਾਂ ਦੀ ਜਿੱਥੇ ਸ਼ਰਧਾ ਸੀ ਤੁਹਾਡੀ ਨਹੀਂ ਸੀ, ਪਰ ਫਿਰ ਵੀ ਤੁਸੀਂ ਪਰਿਵਾਰ ਦੇ ਤੌਰ ਤਰੀਕੇ ਸਮਝਦੇ ਹੋਏ ਉਹਨਾਂ ਉਸ ਥਾਵਾਂ 'ਤੇ ਜਾਂਦੇ ਸੀ ਹੈ ਨਾ। ਤਾਂ ਕੁੜੀਆਂ ਵੀ ਕਈ ਵਾਰ ਆਪਣੀ ਜਿੱਦ ਨਹੀਂ ਛੱਡਦੀਆਂ, ਜਿਹਦੇ ਨਾਲ ਮਾਹੌਲ ਆ ਜਿਹੜਾ ਉਹ ਖਰਾਬ ਹੋਣਾ ਸ਼ੁਰੂ ਹੋ ਜਾਂਦਾ ਹੈ ਨਾ। ਤੇ ਜੇ ਤੁਸੀਂ ਕੁੜੀਆਂ ਨੂੰ ਕਹੋਗੇ ਤਾਂ ਉਹ ਕਹਿਣਗੇ ਨਹੀਂ ਸਾਡੇ ਬਰਾਬਰ ਦੇ ਹੱਕ ਨੇ, ਜਿਹੜੀ ਚੀਜ਼ ਮੈਨੂੰ ਨਹੀਂ ਚੰਗੀ ਲੱਗਦੀ ਉਹ ਮੈਂ ਕਿਸੇ ਦੇ ਦਬਾਅ 'ਚ ਆ ਕੇ ਕਿਉਂ ਮੰਨਾਂ। ਤੁਸੀਂ ਸੱਚੀ ਇਸ ਚੀਜ਼ ਨੂੰ ਦਬਾਅ ਮੰਨਦੇ ਹੋ ਜਾਂ ਫਿਰ ਪਰਿਵਾਰ 'ਚ ਢਲਣਾ ਮੰਨਦੇ ਹੋ ਕਿ ਜੇ ਤੁਸੀਂ ਕਿਸੇ ਦੀਆਂ ਥੋੜ੍ਹੀਆਂ ਜਿਹੀਆਂ ਚੀਜ਼ਾਂ ਮੰਨ ਲਓਗੇ ਉਹਦੇ ਨਾਲ ਤੁਹਾਨੂੰ ਫਰਕ ਨਹੀਂ ਪੈਣਾ ਚਾਹੀਦਾ? ਦੇਖੋ, ਹਰੇਕ ਦੇ ਆਪਦੇ ਸੁਪਨੇ ਹੁੰਦੇ ਆ, ਕੁੜੀਆਂ ਦੇ ਵੀ ਹੈ ਨਾ। ਮੈਂ ਨਹੀਂ ਕਹਿੰਦੀ ਵੀ ਉਹ ਆਪਦੇ ਸੁਪਨਿਆਂ ਨੂੰ ਦਬਾਉਣ, ਪਰ ਨਾ ਜੇ ਹੁਣ ਗਾਂ ਤੁਹਾਡਾ ਵੀ ਉਹੋ ਜਿਹੇ ਪਰਿਵਾਰ ਨਾਲ ਵਾਸਤਾ ਪੈ ਗਿਆ ਵੀ ਜਾਂ ਅਨਪੜ੍ਹ ਨੇ, ਕੋਈ ਅੱਖਰੀ ਗਿਆਨ ਤੋਂ ਕੋਰੇ ਨੇ, ਉਹ ਨਹੀਂ ਇਹਨਾਂ ਗੱਲਾਂ ਨੂੰ ਸਮਝਦੇਗੇ, ਜੇ ਤੁਸੀਂ ਜਾ ਕੇ ਵਿਰੋਧ ਕਰੋਗੇ, ਬਗਾਵਤ ਕਰੋਗੇ ਤਾਂ ਫਿਰ ਕੀ ਹੋਏਗਾ? ਚਲੋ ਮੰਨ ਲਓ ਤੁਸੀਂ ਉੱਥੋਂ ਉਸ ਪਰਿਵਾਰ ਤੋਂ ਅੱਡ ਹੋ ਜਾਓਗੇ ਕਿਸੇ ਵੀ ਤਰ੍ਹਾਂ, ਅੱਗੇ ਜਾ ਕੇ ਜੇ ਤੁਹਾਨੂੰ ਫਿਰ ਨਾ ਕੋਈ ਉਹ ਕੁਛ ਮਿਲਿਆ ਹੈ ਨਾ। ਜੇ ਮੈਂ ਕਹਾਂ ਵੀ ਮੈਂ ਆਜ਼ਾਦ ਹਾਂ, ਮੈਂ ਇਹੋ ਜਿਹੇ ਕੱਪੜੇ ਪਾਉਣੇ, ਇਹੋ ਜਿਹਾ ਮੈਂ ਖਾਣਾ ਪੀਣਾ, ਤਾਂ ਸੁਸਾਇਟੀ ਦੀ ਨਾ ਸੋਚ ਨੂੰ ਹੌਲੀ ਹੌਲੀ ਬਦਲਣਾ ਪਊਗਾ। ਪਰਿਵਾਰ ਤੋਂ ਸ਼ੁਰੂ ਕਰ ਲਓ, ਹੌਲੀ ਹੌਲੀ ਸਮਾਜ ਨੂੰ ਬਦਲਣਾ ਪਊਗਾ। ਜਦੋਂ ਸਮਾਜ ਤੁਹਾਡਾ ਇਹ ਦੇਖੂਗਾ ਨਾ ਵੀ ਇਹ ਠੀਕ ਕਰ ਰਹੀ ਹੈ, ਪਰਿਵਾਰ ਨੂੰ ਵੀ ਲੱਗੂਗਾ ਵੀ ਹਾਂ ਵੀ ਇਹ ਜੋ ਇਹ ਕਰ ਰਹੀ ਸੀ ਨਾ ਸਹੀ ਕਰ ਰਹੀ ਸੀਗੀ, ਵੀ ਚਲੋ ਉਹ ਹੌਲੀ ਹੌਲੀ ਉਹ ਬਦਲਣਾ ਸ਼ੁਰੂ ਜ਼ਰੂਰ ਕਰਨਗੇ। ਇਸ ਤਰ੍ਹਾਂ ਨਹੀਂ ਹੁੰਦਾ ਗਾ
ਕਿਉਂਕਿ ਉਹ ਪਿੱਛੋਂ ਪਰੰਪਰਾ ਲੈ ਕੇ ਚੱਲੇ ਹੁੰਦੇ ਆ, ਹੈ ਨਾ। ਦਰਅਸਲ ਨਾ ਸਾਨੂੰ ਅਸੀਂ ਕਈ ਵਾਰੀ ਕਹਿ ਦਿੰਦੇ ਆ ਵੀ ਔਰਤਾਂ ਹੀ ਔਰਤਾਂ ਦੇ ਪਾਬੰਦੀਆਂ ਲਾਉਂਦੀਆਂ। ਜਿਵੇਂ ਮੇਰੀ ਮਾਂ ਨੇ ਵੀ ਮੈਨੂੰ ਨੀਵੀਂ ਪਾਉਣਾ ਹੀ ਸਿਖਾਇਆ ਸੀਗਾ, ਹੈ ਨਾ, ਵੀ ਉਹ ਤਾਂ ਨੀਵੀਂ ਪਾ ਕੇ ਹੀ ਰੱਖਣੀ, ਆਹ ਕਰਨਾ। ਮਾਂ ਨੇ ਕਿਉਂ ਕੀਤਾ? ਕਿਉਂਕਿ ਮਾਂ ਨੂੰ ਡਰ ਹੈ ਵੀ ਸਮਾਜ ਇਹ ਕਹੂਗਾ ਵੀ ਤੇਰੀ ਮਾਂ ਨੇ ਕੁਛ ਸਿਖਾਇਆ ਨਹੀਂ ਗਾ ਤੈਨੂੰ, ਹੈ ਨਾ, ਉਹ ਮਾਂ ਨੂੰ ਹੀ ਲਾਂਭਾ ਮਿਲੂਗਾ। ਤਾਂ ਉੱਥੇ ਕਸੂਰ ਮਾਂ ਦਾ ਤਾਂ ਨਹੀਂ ਨਾ, ਉੱਥੇ ਕਸੂਰ ਉਸ ਔਰਤ ਦਾ ਤਾਂ ਨਹੀਂ ਨਾ ਹੀ ਕਿਸੇ ਮਰਦ ਦਾ ਕਸੂਰ ਹੁੰਦਾ। ਜੇ ਹੁਣ ਦੇਖੋ ਵੀ ਮੈਂ ਇਸੇ ਤੋਂ ਪੂਰੀ ਆਜ਼ਾਦੀ ਮਾਣੂਗੀ ਜਾਂ ਕੁਛ ਵੀ ਕਰੂੰਗੀ ਤਾਂ ਲੋਕ ਇਹਨਾਂ ਨੂੰ ਕਹਿਣਗੇ ਵੀ ਤੇਰੇ ਘਰ ਵਾਲੀ ਇੱਦਾਂ ਤੁਰੀ ਫਿਰਦੀ ਆ, ਜਾਂ ਹੈ ਨਾ ਇੰਨੀ ਖੁੱਲੀ ਆ, ਜਾਂ ਕੁਛ ਇਹਨਾਂ ਨੂੰ ਕਹਿਣਗੇ। ਨਾ ਤਾਂ ਅਸੀਂ ਔਰਤਾਂ ਨੂੰ ਦੋਸ਼ੀ ਠਹਿਰਾ ਸਕਦੇ ਹਾਂ, ਨਾ ਹੀ ਅਸੀਂ ਕਿਸੇ ਮਰਦ ਨੂੰ ਠਹਿਰਾ ਸਕਦੇ ਹਾਂ। ਸਾਡੀ ਜਿਹੜੀ ਇੱਕ ਸਾਡਾ ਸਿਸਟਮ ਬਣ ਗਿਆ ਨਾ, ਸਾਡੀ ਇੱਕ ਸੋਚ ਬਣ ਗਈ, ਮੈਂ ਵੀ ਮਰਦ ਵੀ ਉਹ ਸਿਸਟਮ ਦਾ ਗੁਲਾਮ ਹੈ। ਅਸੀਂ ਮਰਦ ਨੂੰ ਦੋਸ਼ੀ ਮੰਨਦੇ ਰਹਿੰਦੇ ਹਾਂ ਵੀ ਮਰਦ ਐਂ ਕਰਦੇ ਔਰਤਾਂ ਨੂੰ ਦਬਾਉਂਦੇ ਆ। ਦਰਅਸਲ ਮਰਦ ਨਹੀਂ ਦਬਾਉਂਦਾ, ਸਿਸਟਮ ਹੀ ਬਣ ਗਿਆ। ਔਰਤਾਂ ਵੀ ਤਾਂ ਮਰਦਾਂ ਨੂੰ ਦਬਾ ਰਹੀਆਂ ਨਾ, ਔਰਤ ਨੂੰ ਵੀ ਦਬਾ ਰਹੀ ਆ, ਮਰਦ ਨੂੰ ਵੀ ਦਬਾ ਰਿਹਾ। ਮਰਦ ਨੂੰ ਵੀ ਤਾਂ ਇਹ ਗੱਲ ਕਹਿੰਦਾ ਵੀ ਉਹ ਫਲਾਨਾ ਲੈ ਆਪਦੀ ਜਨਾਨੀ ਅੱਗੇ ਇੰਜ ਹੋਇਆ ਫਿਰਦਾ ਹੈ ਨਾ। ਤਾਂ ਉਹੀ ਗੱਲ ਆ ਜਾਂਦੀ ਵੀ ਸਾਨੂੰ ਸੋਚ ਨੂੰ ਬਦਲਣਾ ਪਊਗਾ, ਸਿਸਟਮ ਨੂੰ ਬਦਲਣਾ ਪਊਗਾ। ਬਾਗੀ ਹੋ ਕੇ ਤੁਸੀਂ ਕਿੱਥੇ ਜਾਓਗੇ, ਹੈ ਨਾ। ਜਦੋਂ ਅੱਗੇ ਸਮਾਜ ਵਿੱਚ ਵਿਚਰੋਗੇ, ਸਮਾਜ ਵੀ ਇਹੀ ਸੋਚ ਲਈ ਬੈਠਾ ਹੈ। ਫਿਰ ਅੱਜ ਤੁਹਾਡਾ ਘਰ ਉਸ ਟਕਰਾਅ 'ਚ, ਕੱਲ ਨੂੰ ਤੁਸੀਂ ਉਸ ਘਰ ਨੂੰ ਛੱਡ ਕੇ ਬਾਹਰ ਨਿਕਲੋਗੇ ਤਾਂ ਤੁਹਾਨੂੰ ਸਮਾਜ ਕੀ ਤੁਹਾਡੇ ਵਾਸਤੇ ਕੋਈ ਅੱਡ ਸਮਾਜ ਉਹ ਬਣਿਆ ਹੋਇਆ ਜਿੱਥੇ ਤੁਸੀਂ ਚਲੇ ਜਾਓਗੇ? ਇਸ ਪਰਿਵਾਰ ਨੂੰ ਤਾਂ ਛੱਡ ਜਾਓਗੇ ਨਾ। ਤੁਹਾਨੂੰ ਲੱਗਿਆ ਵੀ ਇਹ ਪਰਿਵਾਰ ਮੇਰੇ ਲਾਇਕ ਨਹੀਂ ਸੀਗਾ, ਮੇਰੀ ਸੋਚ ਦੇ ਮੁਤਾਬਕ ਨਹੀਂ ਸੀ, ਤੇ ਉਹ ਤੁਹਾਨੂੰ ਸਮਾਜ ਜਿਉਣ ਦੇਊਗਾ? ਨਹੀਂ ਜਿਉਣ ਦਊਗਾ। ਤੇ ਬਿਹਤਰ ਇਹੀ ਹੈ ਤੁਸੀਂ ਜੋ ਚੰਗਾ ਉਹਨਾਂ ਨੂੰ ਦੱਸਣਾ ਸ਼ੁਰੂ ਕਰੋ ਵੀ ਆਹ ਗੱਲ ਆਪਣੇ ਲਈ ਚੰਗੀ ਹੈ। ਤੇ ਪਿਆਰ ਮੁਹੱਬਤ ਨਾਲ ਹੀ ਅਸੀਂ ਕਿਸੇ ਨੂੰ ਚੇਂਜ ਕਰ ਸਕਦੇ ਹਾਂ, ਗੁੱਸੇ ਨਾਲ ਨਹੀਂ। ਜਦੋਂ ਉਹਨਾਂ ਨੂੰ ਦੱਸਣਾ ਸ਼ੁਰੂ ਕਰੋਗੇ ਤਾਂ ਹਰ ਇਨਸਾਨ ਆ ਜਿਹੜਾ ਉਹ ਚੰਗਾ ਬਣਨਾ ਚਾਹੁੰਦਾ, ਉਹ ਵੀ ਚਾਹੁੰਦਾ ਵੀ ਸਾਡਾ ਪਰਿਵਾਰ ਸੁਖਾਵਾਂ ਹੋਵੇ। ਸੱਸ ਵੀ ਚਾਹੁੰਦੀ ਹੈ ਵੀ ਮੈਂ ਵੀ ਸੌਖੀ ਰਵਾਂ, ਨੌਂ ਵੀ ਚਾਹੁੰਦੀ ਹੈ ਮੈਂ ਸੌਖੀ ਰਵਾਂ, ਤਾਂ ਜ਼ਰੂਰ ਤਬਦੀਲੀ ਆਉਂਦੀ ਹੈ ਜੀ। ਮਤਲਬ ਇਸ ਸਟੇਜ ਤੇ ਤੁਸੀਂ ਦੋਵੇਂ ਖੁਸ਼ ਹੋ, ਹੈ ਨਾ। ਪਰ ਮੈਨੂੰ ਲੱਗਦਾ ਕਿ ਭਾਜੀ ਨੇ ਮਤਲਬ ਉਹਨਾਂ ਨੂੰ ਸ਼ਾਇਦ ਆਪਣੀ ਵਡਿਆਈ ਨਹੀਂ ਕਰਨੀ ਆਉਂਦੀ, ਹੈ ਨਾ। ਪਰ ਇਸ ਕਹਾਣੀ ਦੇ ਮਤਲਬ ਮੈਂ ਹੀਰੋ ਮੰਨਦੀ ਹਾਂ ਵੀ ਉਹ ਖੁਦ ਨੇ। ਬਿਲਕੁਲ ਨਹੀਂ ਜੀ, ਮੈਂ ਕ੍ਰੈਡਿਟ ਇਹਨਾਂ ਨੂੰ ਦਿੰਦੀ ਹਾਂ ਜੀ। ਕਿਉਂਕਿ ਜੇ ਤੁਹਾਡਾ ਇੰਨਾ ਸੋਹਣਾ ਰੂਪ ਆਪਾਂ ਅੱਜ ਦੇਖ ਰਹੇ ਹਾਂ, ਹੈ ਨਾ, ਤੁਸੀਂ ਕੌਨਫੀਡੈਂਟ ਹੋ, ਤੁਸੀਂ ਆਪਣੇ ਆਪ ਨੂੰ ਪੜ੍ਹੇ ਲਿਖੇ ਮਹਿਸੂਸ ਕਰਦੇ ਹੋ। ਸਭ ਤੋਂ ਵੱਡੀ ਗੱਲ ਕਿ ਤੁਸੀਂ ਜਦੋਂ ਆਏ ਸੀ ਉਸ ਵਕਤ, ਹੈ ਨਾ, ਉਸ ਸਟੇਜ ਨਾਲੋਂ ਅੱਜ ਤੁਹਾਡੀ ਸਟੇਜ ਇਹ ਹੈ ਕਿ ਤੁਸੀਂ ਆਪਣੀ ਮਿਹਨਤ ਆਪ ਕਮਾ ਰਹੇ ਹੋ ਅੱਜ ਪੈਸਾ, ਹੈ ਨਾ, ਤੇ ਇਹਨਾਂ ਨੂੰ ਸਪੋਰਟ ਕਰ ਰਹੇ ਹੋ। ਤਾਂ ਇਸ ਕਹਾਣੀ ਦੇ ਹੀਰੋ ਇਹ ਨੇ ਵੀ ਜੇ ਤੁਸੀਂ ਮਤਲਬ ਕੋਈ ਮਰਦ ਨਹੀਂ ਹੈ ਜਿਹੜਾ ਔਰਤ ਨੂੰ ਇਹ ਕਵੇ ਵੀ ਮੈਂ ਤੈਨੂੰ ਆਜ਼ਾਦੀ ਦਿੱਤੀ ਹੈ, ਹੈ ਨਾ। ਪਰ ਹਾਂ ਇਹ ਕਹਿ ਸਕਦੇ ਹਾਂ ਜੇ ਤੁਸੀਂ ਔਰਤ ਨੂੰ ਸਪੋਰਟ ਕਰਦੇ ਹੋ, ਉਹਦੇ ਨਾਲ ਮਤਲਬ ਉਹਨੂੰ ਆਪਣੇ ਮੋਢੇ ਨਾਲ ਮੋਢਾ ਜੋੜ ਕੇ ਤੁਰਨ ਦੀ ਜਿਹੜੀ ਹਿੰਮਤ ਦਿੰਦੇ ਹੋ, ਤਾਂ ਉਹ ਬਿਲਕੁਲ ਤੁਹਾਡੀ ਪਤਨੀ ਫਿਰ ਇਸ ਰੂਪ 'ਚ ਤੁਹਾਨੂੰ ਮਿਲਦੀ ਹੈ ਨਾ। ਤਾਂ ਇਹਦੇ ਲਈ ਮਤਲਬ ਮੈਂ ਸ਼ੁਕਰੀਆ ਕਹੂੰਗੀ ਤੁਹਾਨੂੰ, ਕਿਉਂਕਿ ਬਹੁਤ ਘੱਟ ਮੁੰਡਿਆਂ ਦੀ ਸੋਚ, ਬਹੁਤ ਘੱਟ ਜਿਹੜੇ ਖਾਸ ਕਰਕੇ ਜਦੋਂ ਆਪਾਂ ਪਤੀ ਬਣ ਜਾਂਦੇ ਹਾਂ ਨਾ, ਤਾਂ ਬਹੁਤ ਘੱਟ ਸੋਚ ਜਿਹੜੀ ਇੱਦਾਂ ਦੀ ਬਚਦੀ ਆ ਲੋਕਾਂ ਅੰਦਰ ਕਿ ਨਹੀਂ ਮੈਂ ਤੇਰੇ ਨਾਲ ਹਾਂ ਤੇ ਜੋ ਤੇਰਾ ਮਨ ਕਰਦਾ ਤੂੰ ਕਰ। ਤੇ ਭੈਣੇ ਤੁਸੀਂ ਤੁਹਾਡਾ ਵੀ ਥੈਂਕ ਯੂ ਕਹਿਣਾ ਬਣਦਾ ਉਹਨਾਂ ਨੂੰ ਜੀ। ਬਿਲਕੁਲ, ਮੈਂ ਤਾਂ ਜਿਹੜੀ ਪਹਿਲੀ ਕਿਤਾਬ ਆਪਦੀ ਸੀ ਨਾ ਮੇਰੇ ਸੋਚ ਧਾਰਾ, ਉਹ ਮੈਂ ਸਮਰਪਿਤ ਹੀ ਇਹਨਾਂ ਨੂੰ ਕੀਤੀ ਸੀਗੀ। ਮੇਰੇ ਪਤੀ ਭੁਪਿੰਦਰ ਸਿੰਘ ਦੇ ਨਾਮ ਜੋ ਕੁਝ ਵੀ ਮੈਂ ਕਰ ਰਹੀ ਹਾਂ ਇਹਨਾਂ ਦੀ ਬਦੌਲਤ ਹੀ ਹੈ। ਜਿਵੇਂ ਕਹਿੰਦੇ ਹੁੰਦੇ ਕਿ ਸੂਰਜ ਨੂੰ ਤਾਂ ਤੁਸੀਂ ਪਾਸੇ ਨਹੀਂ ਕਰ ਸਕਦੇ, ਪਰ ਇੱਕ ਦੂਜੇ ਲਈ ਗੂੜੀ ਛਾਂ ਤਾਂ ਬਣ ਸਕਦੇ ਆ, ਤੇ ਮੇਰੇ ਲਈ ਗੂੜੀ ਛਾਂ ਬਣੇ ਰਹੇ ਆ ਜੀ। ਮਤਲਬ ਜ਼ਰੂਰੀ ਨਹੀਂ ਕਿ ਸਾਡੀ ਜ਼ਿੰਦਗੀ 'ਚ ਸਭ ਤੋਂ ਸੋਹਣੀ ਭੂਮਿਕਾ ਸਾਡੇ ਮਾਂ-ਪਿਓ ਹੀ ਨਿਭਾਉਣਗੇ ਜਾਂ ਸਾਡੇ ਭੈਣ ਭਰਾ ਹੀ, ਹੈ ਨਾ। ਤੇ ਕੋਈ ਉਹ ਜੋ ਤੁਹਾਡੇ ਲੇਖਾਂ 'ਚ ਲਿਖਿਆ ਹੋਇਆ, ਮੈਨੂੰ ਲੱਗਦਾ ਉਹ ਆਪਾਂ ਕਹਿੰਦੇ ਨੇ ਕਿ ਕੁੜੀਆਂ ਇੱਕ ਰਾਜਕੁਮਾਰ ਦਾ ਸੁਪਨਾ ਲੈਂਦੀਆਂ ਹੁੰਦੀਆਂ ਨੇ ਨਾ, ਤੇ ਕਈ ਵਾਰੀ ਤੁਹਾਨੂੰ ਇਸ ਰੂਪ 'ਚ ਰਾਜਕੁਮਾਰ ਨਾਲੋਂ ਵੀ ਬਿਹਤਰ ਮਿਲ ਜਾਂਦਾ। ਤੇ ਤੁਸੀਂ ਅੱਜ ਦੀ ਕਹਾਣੀ ਦੇ ਰਾਜਾ ਰਾਣੀ ਹੋ ਨਾ, ਮੁਬਾਰਕਾਂ ਤੁਹਾਨੂੰ ਬਹੁਤ ਬਹੁਤ, ਤੇ ਹਮੇਸ਼ਾ ਇਸੇ ਤਰ੍ਹਾਂ ਖੁਸ਼ ਰਹੋ ਤੁਸੀਂ। ਤੁਸੀਂ ਇਹਨਾਂ ਦੀ ਕਹਾਣੀ ਸੁਣੀ, ਹੁਣ ਤੱਕ ਕਿੰਨੇ ਮੁਹੱਬਤਨਾਮੇ ਕੀਤੇ ਨੇ, ਹਰ ਇੱਕ ਦੀ ਇੱਕ ਵੱਖਰੀ ਖਾਸੀਅਤ ਹੁੰਦੀ ਹੈ। ਤੇ ਇਹਨਾਂ ਦੀ ਖਾਸੀਅਤ 'ਚ ਮੈਨੂੰ ਇਹੀ ਲੱਗਿਆ ਕਿ ਇਹਨਾਂ ਦੇ ਵਿੱਚ ਜੈਂਡਰ ਅਹਿਮੀਅਤ ਨਹੀਂ ਰੱਖਦਾ। ਪਤੀ ਲਈ ਪਤਨੀ ਦਾ ਨੀਵਾਂ ਹੋਣਾ ਅਹਿਮੀਅਤ ਨਹੀਂ ਸੀ ਰੱਖ ਰਿਹਾ, ਪਤਨੀ ਕਿਸੇ ਗੱਲੋਂ ਇਹ ਨਹੀਂ ਸੀ ਸਮਝਦੀ ਕਿ ਮੈਂ ਇਹਨਾਂ ਮੁਤਾਬਕ ਢਲਣਾ ਨਹੀਂ, ਹੈ ਨਾ। ਦੋਨਾਂ ਨੇ ਬਹੁਤ ਕੁਝ ਆਪਣਾ ਛੱਡਿਆ ਹੋਊਗਾ, ਸ਼ਾਇਦ ਇਸ 1 ਘੰਟੇ 'ਚ ਦੱਸਣਾ ਮੁਮਕਿਨ ਨਹੀਂ ਹੁੰਦਾ, ਪਰ ਮੈਨੂੰ ਲੱਗਦਾ ਕਿ ਫਿਰ ਵੀ ਇਵੇਂ ਦੀਆਂ ਕਹਾਣੀਆਂ ਨੇ ਜਿਹੜੀਆਂ ਸਾਨੂੰ ਇਹੀ ਸਿਖਾਉਂਦੀਆਂ ਨੇ ਕਿ ਇੱਕ ਤਾਂ ਕਦੇ ਵੀ ਤਬਦੀਲੀ ਹੈ ਜਿਹੜੀ ਉਹ ਦੂਜੇ ਦਿਨ ਨਹੀਂ ਆ ਸਕਦੀ। ਖਾਸ ਕਰਕੇ ਕੁੜੀਆਂ ਨੂੰ ਜਿਹੜਾ ਇਹ ਸਬਰ ਜਾਂ ਸਹਿਜ ਰੱਖਣਾ ਚਾਹੀਦਾ ਕਿ ਜਿਸ ਪਰਿਵਾਰ ਦੇ ਵਿੱਚੋਂ ਆਈਆਂ ਨੇ ਉਸ ਪਰਿਵਾਰ ਦੇ ਮਿਜਾਜ 'ਚੋਂ ਜਿਵੇਂ ਜਿਵੇਂ ਢਲਣਗੀਆਂ ਉਸੇ ਤਰੀਕੇ ਉਸ ਪਰਿਵਾਰ ਦਾ ਰਵੱਈਆ ਜਿਹੜਾ ਉਹਨਾਂ ਲਈ ਬਹੁਤ ਬਿਹਤਰ ਹੋ ਜਾਊਗਾ।
ਬੇਸ਼ੱਕ ਸਮਾਂ ਬਹੁਤ ਬਦਲ ਗਿਆ ਹੈ, ਹੁਣ ਸਹੁਰਾ ਪਰਿਵਾਰ ਵੀ ਸਾਨੂੰ ਬੜੀ ਖੁਸ਼ਦਿਲੀ ਨਾਲ ਸਵੀਕਾਰ ਕਰਦਾ ਹੈ ਤੇ ਕੁੜੀਆਂ ਵੀ ਅਕਸਰ ਉਸ ਚੀਜ਼ ਦਾ ਮਾਣ ਰੱਖਦੀਆਂ ਨੇ। ਪਰ ਜਿਸ ਸਮੇਂ 'ਚ ਇਹਨਾਂ ਦਾ ਵਿਆਹ ਹੋਇਆ ਸੀ ਉਸ ਵਕਤ ਜਿਹੜੇ ਹਾਲਾਤ ਇਦਾਂ ਦੇ ਨਹੀਂ ਹੁੰਦੇ ਸੀਗੇ। ਵੱਡਿਆਂ ਦੀ ਕਈ ਵਾਰੀ ਸਾਨੂੰ ਉਹ ਗੱਲ ਵੀ ਮੰਨਣੀ ਪੈ ਜਾਂਦੀ ਸੀ ਜਿਹਦੇ 'ਚ ਸਾਡਾ ਖੁਦ ਦਾ ਮਨ ਜਿਹੜਾ ਉਹ ਇਨਕਾਰੀ ਹੁੰਦਾ ਸੀ। ਪਰ ਕਿਵੇਂ ਉਹਨਾਂ ਨੇ ਆਪਣੀ ਜ਼ਿੰਦਗੀ ਨੂੰ ਸੋਹਣਾ ਬਣਾਇਆ, ਇਹ ਕਹਾਣੀ ਤੁਸੀਂ ਸੁਣੀ ਆ। ਭਾਜੀ ਖੁਦ ਬਹੁਤ ਘੱਟ ਪੜ੍ਹੇ ਲਿਖੇ ਹੋਣ ਦੇ ਬਾਵਜੂਦ ਵੀ ਉਹਨਾਂ ਨੇ ਕਿਹਾ ਕਿ ਨਹੀਂ, ਮਤਲਬ ਔਰਤ ਜੇ ਘਰ 'ਚ ਤਰੱਕੀ ਕਰਦੀ ਹੈ ਤਾਂ ਉਸ ਘਰ ਦੀ ਤਰੱਕੀ ਹੁੰਦੀ ਆ। ਉਹਨਾਂ ਨੇ ਉਹਨਾਂ ਨੂੰ ਪੜ੍ਹਨ ਦਾ ਸਮਾਂ ਦਿੱਤਾ, ਉਹਨਾਂ ਨੇ ਉਹਨਾਂ ਨੂੰ ਪੜ੍ਹਨ ਦੀ ਖੁੱਲ੍ਹ ਦਿੱਤੀ ਤੇ ਅੱਜ ਉਹ ਇੰਨੇ ਬਿਹਤਰ ਰੂਪ 'ਚ ਸਾਡੇ ਨਾਲ ਨੇ। ਜੇ ਔਰਤ ਨੂੰ ਸੱਚੀ ਤੁਸੀਂ ਥੋੜ੍ਹੀ ਜਿਹੀ ਵੀ ਆਜ਼ਾਦੀ ਦਿੰਦੇ ਹੋ, ਥੋੜ੍ਹਾ ਜਿਹਾ ਵੀ ਮਾਣ ਦਿੰਦੇ ਹੋ ਕਿ ਜੋ ਤੂੰ ਜ਼ਿੰਦਗੀ 'ਚ ਕਰਨਾ ਚਾਹੁੰਦੀ ਆ ਤਾਂ ਤੂੰ ਕਰ, ਤਾਂ ਸੱਚੀ ਉਹ ਵੀ ਫਕਰ ਨਾਲ ਆਪਣੇ ਜੀਵਨ ਸਾਥੀ ਦਾ ਨਾਂ ਹੈ ਜਿਹੜਾ ਦੂਜਿਆਂ ਸਾਹਮਣੇ ਲੈਂਦੀ ਹੈ। ਤੇ ਇਹੋ ਜਿਹੇ ਜੀਵਨ ਸਾਥੀ ਲੋਕਾਂ ਲਈ ਵੀ ਉਦਾਹਰਨਾਂ ਬਣਦੇ ਨੇ। ਕਿਵੇਂ ਉਹਨਾਂ ਨੇ ਇੰਨੀ ਪੜ੍ਹਾਈ ਕੀਤੀ, ਇਹ ਸਭ ਤੋਂ ਖੂਬਸੂਰਤ ਉਹਨਾਂ ਦੀ ਕਹਾਣੀ ਦਾ ਇੱਕ ਪਾਰਟ ਸੀ। ਉਹਨਾਂ ਨੇ ਕਿਤਾਬਾਂ ਵੀ ਲਿਖੀਆਂ ਨੇ, ਉਹਨਾਂ ਕਿਤਾਬਾਂ ਦਾ ਉਹਨਾਂ ਨੇ ਜ਼ਿਕਰ ਕੀਤਾ, ਤੁਸੀਂ ਜ਼ਰੂਰ ਪੜ੍ਹਿਓ। ਤੇ ਇਸ ਕਹਾਣੀ ਨੂੰ ਵੀ ਤੁਹਾਡਾ ਸੁਣਨਾ ਬੇਹੱਦ ਜ਼ਰੂਰੀ ਹੈ ਕਿ ਕਿਵੇਂ ਇੱਕ ਪਤੀ ਪਤਨੀ ਇੱਕ ਦੂਜੇ ਦੇ ਸਾਥ ਨਾਲ ਬਿਹਤਰ ਹੁੰਦੇ ਨੇ। ਉਹਨਾਂ ਨੇ ਆਪਣੇ ਬਿਜ਼ਨਸ ਨੂੰ 0 ਤੋਂ 100 'ਤੇ ਲਿਆਂਦਾ ਤੇ ਭੈਣ ਨੇ ਆਪਣੀ ਜ਼ਿੰਦਗੀ ਨੂੰ 0 ਤੋਂ 100 'ਤੇ ਲਿਆਂਦਾ। ਇਹੋ ਜਿਹੀਆਂ ਕਹਾਣੀਆਂ ਤੁਹਾਡੇ ਲਈ ਵੀ ਲਾਭਦਾਇਕ ਹੋਣ, ਅਸੀਂ ਇਸੇ ਲਈ ਇਹਨਾਂ ਨੂੰ ਲੈ ਕੇ ਆਉਂਦੇ ਹਾਂ। ਅਗਲੀ ਵਾਰ ਫਿਰ ਤੋਂ ਇੱਕ ਜੋੜੇ ਨਾਲ ਮਿਲਾਂਗੇ। ਤਦ ਤੱਕ ਲਈ ਸਤਿ ਸ਼੍ਰੀ ਅਕਾਲ।